ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਸੈਕਿੰਡ ਜੀ 303 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 8ਵੀਂ ਪੌੜੀ ਜਿਹੜੀ ਹੈਗੀ ਆ ਗੌੜੀ ਰਾਗ ਦੇ ਵਿੱਚ ਜਿਹੜੀ ਵਾਰ ਹੈ ਚੌਥੀ ਪਾਤਸ਼ਾਹੀ ਦੀ, ਉਹਦੀ 8ਵੀਂ ਪੌੜੀ ਲੈਣ ਲੱਗੇ ਆ। ਮਹਾਰਾਜ ਮਿਹਰ ਕਰਨ। ਇਹ ਕਿਸੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨਿੱਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਾਧ ਸੰਗਤੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੌਰੀ ਲੇਟ ਹੋ ਗਿਆ ਅੱਜ। ਅਸੀਂ ਸ਼ੁਰੂ ਕਰਤਾ ਜੀ, ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ। ਹੁਣ ਫਤਿਹ ਨਾ ਬੁਲਾਇਓ ਪਲੀਜ਼। ਸ਼ਲੋਕ ਮਹਲਾ ਚੌਥਾ। ਬੰਦ ਕਰ ਦਿਓ ਮਾਈਕ। ਸ਼ਲੋਕ ਮਹਲਾ ਚੌਥਾ, ਅੰਗ 303 303। ਸਤਿਗੁਰ ਵਿੱਚ ਵੱਡੀ ਵਡਿਆਈ, ਜੋ ਅਨਦਿਨ ਹਰ ਹਰ ਨਾਮ ਧਿਆਵੈ। ਹਰ ਹਰ ਨਾਮ ਰਮਤ ਸੁਚ ਸੰਜਮ, ਹਰ ਨਾਮੇ ਹੀ ਤ੍ਰਿਪਤਾਵੈ। ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਦੱਸਦੇ ਆ ਵੀ ਸਤਿਗੁਰੂ ਜਿਹੜੇ ਹੈਗੇ ਹੁੰਦੇ ਆ, ਬ੍ਰਹਮ ਗਿਆਨੀ ਜਿਹੜੇ ਹੁੰਦੇ ਆ, ਉਹਨਾਂ ਦੇ ਵਿੱਚ ਕੀ ਕੁਆਲਿਟੀ ਹੁੰਦੀ ਹੈ, ਬ੍ਰਹਮ ਗਿਆਨੀਆਂ ਦੀ ਕੀ ਖਾਸੀਅਤ ਹੈ ਉਹਨਾਂ ਦੇ ਅੰਦਰ, ਕਿਵੇਂ ਉਹ ਪ੍ਰਵਾਨ ਹੋ ਜਾਂਦੇ ਆ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਹਿ ਮਾਣ। ਉਹਨਾਂ ਦੇ ਵਿੱਚ ਕਹਿੰਦੇ ਵੱਡੀ ਵਡਿਆਈ ਆ, ਉਹਨਾਂ ਦੇ ਵਿੱਚ ਬਹੁਤ ਵੱਡਾ ਗੁਣ ਹੈਗਾ। ਕੀ ਗੁਣ? ਜੋ ਅਨਦਿਨ ਹਰ ਹਰ ਨਾਮ ਧਿਆਵੈ। ਉਹ ਧਿਆਨ ਦੇ ਵਿੱਚ ਰਹਿੰਦੇ ਆ ਹਰ ਹਰ ਅਨਦਿਨ, ਤਾਂ ਉਹ ਸਤਿਗੁਰੂ ਹੈਗੇ, ਤਾਂ ਆਹ ਵਡਿਆਈ ਆ ਉਹਨਾਂ ਦੇ ਵਿੱਚ। ਹਰ ਹਰ ਨਾਮ ਰਮਤ ਸੁਚ ਸੰਜਮ, ਹਰ ਨਾਮੇ ਹੀ ਤ੍ਰਿਪਤਾਵੈ। ਆਇਆ ਉਹਨਾਂ ਦੀ ਸੁਚਮ, ਆਇਆ ਉਹਨਾਂ ਦਾ ਸੰਜਮ। ਹਰ ਹਰ ਨਾਮ ਰਮਤ ਸੁਚ ਸੰਜਮ। ਪਰਮੇਸ਼ਰ ਦੇ ਧਿਆਨ ਦੇ ਨਾਲ ਕੀ ਹੁੰਦਾ ਹੈ? ਸੁਚਮ ਤੇ ਸੰਜਮ ਆਪਣੇ ਆਪ ਆ ਜਾਂਦੇ ਆ। ਹਰ ਨਾਮੇ ਹੀ ਤ੍ਰਿਪਤਾਵੈ, ਔਰ ਨਾਮ ਦੇ ਨਾਲ, ਅੰਮ੍ਰਿਤ ਰਸ ਦੇ ਨਾਲ ਉਹ ਤ੍ਰਿਪਤ ਰਹਿੰਦੇ ਆ। ਹਰ ਨਾਮ ਤਾਣ, ਹਰ ਨਾਮ ਦੀਵਾਨ, ਹਰ ਨਾਮੋ ਰੱਖ ਕਰਾਵੈ। ਉਹਨਾਂ ਦਾ ਤਾਣ ਵੀ, ਉਹਨਾਂ ਦੀ ਤਾਕਤ ਤੇ ਉਹਨਾਂ ਦਾ ਦੀਵਾਨ, ਉਹਨਾਂ ਦੀ ਕਚਹਿਰੀ, ਉਹ ਪਰਮੇਸ਼ਰ ਹੀ ਹੈਗਾ। ਪਰਮੇਸ਼ਰ ਹੀ ਜਿਹੜਾ ਹੈਗਾ ਉਹਨਾਂ ਦੀ ਰਕਸ਼ਾ ਕਰਦਾ ਹੈ, ਮਾਲਕ ਪਰਮਾਤਮਾ। ਹਰ ਨਾਮੋ ਰੱਖ ਕਰਾਵੇ, ਪਰਮੇਸ਼ਰ ਦਾ ਨਾਮ। ਜੋ ਚਿੱਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੈ। ਕਹਿੰਦੇ ਐਸੇ ਬ੍ਰਹਮ ਗਿਆਨੀਆਂ ਨੂੰ, ਐਸੇ ਗੁਰੂ ਨੂੰ, ਐਸੇ ਗੁਰੂ ਦੀ ਮੂਰਤ ਜਿਹੜੀ ਹੈਗੀ ਆ, ਗੁਰਮੂਰਤ ਕੀ ਆ? ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸ਼ਬਦ ਹੈ ਗੁਰਮੂਰਤ। ਗੁਰੂ ਦਾ ਗਿਆਨ ਹੈ ਗੁਰੂ ਦੀ ਮੂਰਤ। ਗੁਰੂ ਤੋਂ ਆਪਾਂ ਨੇ ਕੀ ਲੈਣਾ? ਭਾਵੇਂ ਜੇ ਆਪਣੇ ਫਿਜ਼ੀਕਲ ਹੋਏ ਜਾਂ ਗੁਰੂ ਦੀ ਮੱਤ ਹੋਏ, ਆਪਾਂ ਨੇ ਗਿਆਨ ਲੈਣਾ ਹੈ ਗੁਰੂ ਕੋਲੋਂ। ਜੇ ਫਿਜ਼ੀਕਲ ਵੀ ਹੈਗੇ ਆ, ਸਰੀਰ ਦੇ ਵਿੱਚ ਵੀ ਹੈਗੇ, ਤੇ ਉਹਨਾਂ ਤੋਂ ਆਪਾਂ ਕੀ ਲੈ ਸਕਦੇ ਹਾਂ? ਭਾਵੇਂ ਉਹਨਾਂ ਦੇ 24 ਘੰਟੇ ਨੇੜੇ ਰਹੀਏ, ਜੇ ਉਹਨਾਂ ਦੀ ਗੱਲ ਹੀ ਨਹੀਂ ਮੰਨੀ, ਆਪਾਂ ਨੇ ਗਿਆਨ ਹੀ ਨਹੀਂ ਲਿਆ, ਤੇ ਆਪਣੇ ਅੰਦਰ ਕੋਈ ਜਿਹੜਾ ਹੈਗਾ ਜਾਦੂ ਦੀ ਛੜੀ ਤਾਂ ਚਲਾ ਨਹੀਂ ਸਕਦੇ ਹੋ। ਜੋ ਚਿੱਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੈ। ਜੋ ਚਿੱਤ ਲਗਾ ਕੇ ਜਿਹੜਾ ਹੈਗਾ, ਜੋ ਗੁਰੂ ਕਹਿ ਰਹੇ ਆ, ਉਹ ਗੁਰੂ ਦੀ ਗੱਲ ਮੰਨ ਲੈ, ਆ ਗੁਰੂ ਦੀ ਪੂਜਾ। ਸੋ ਮਨ ਇੱਛੇ ਫਲ ਪਾਵੈ। ਜੋ ਗੁਰੂ ਦੀ ਸੇਵਾ ਕੀ ਹੈਗੀ ਆ? ਗੁਰੂ ਦੀ ਸੇਵਾ ਹੈ ਨਾਮ ਧਿਆਈਏ। ਜੋ ਚਿੱਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੈ। ਜਿਹੜਾ ਨਿੰਦਾ ਕਰਦਾ ਹੈ ਭਾਈ, ਕਹਿੰਦੇ ਮਾਲਕ ਪਰਮਾਤਮਾ ਦਾ ਕਾਨੂੰਨ ਹੈਗਾ ਆ, ਉਸ ਇਨਸਾਨ ਨੇ ਆਤਮਿਕ ਮੌਤ ਮਰਨਾ ਹੈਗਾ। ਉਹਨੇ ਆ ਮਨੁੱਖ ਜੂਨ ਜਿਹੜੀ ਹੈਗੀ ਉਹਨੇ ਵੇਸਟ ਕਰ ਦੇਣੀ ਆਪਣੀ, ਔਰ ਜੂਨਾਂ ਦੇ ਵਿੱਚ ਚਲੇ ਜਾਏਗਾ। ਆਇਆ ਕਰਤੇ ਦੀ ਮਾਰ।
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੈ। ਫਿਰ ਉਹ ਵੇਲਾ ਉਸ ਹੱਥ ਨਾ ਆਵੈ, ਉਹ ਆਪਣਾ ਬੀਜਿਆ ਆਪੇ ਖਾਵੈ। ਫਿਰ ਇਮੀਡੀਏਟਲੀ ਉਹਨੂੰ ਜਿਹੜਾ ਮਨੁੱਖਾ ਜੂਨ ਨਹੀਂ ਲੱਭੇਗੀ। ਉਹ ਵੇਲਾ ਜਿਹੜਾ ਹੈਗਾ, ਫਿਰ ਆਹ ਸਮਾਂ ਜਿਹੜਾ ਮਿਲਿਆ ਹੋਇਆ ਆ, ਸਰੀਰ ਮਿਲਿਆ ਆ ਭਗਤੀ ਕਰਨ ਦੇ ਵਾਸਤੇ, ਆਪਣੇ ਪਿਛਲੇ ਅਵਗੁਣ ਆਪਾਂ ਜਿਹੜੇ ਹੈਗੇ, ਪਿਛਲੀ ਕਾਲਕ ਜਿਹੜੀ ਹੈਗੀ, ਇਹ ਆਪਾਂ ਖਤਮ ਕਰ ਸਕਦੇ ਹਾਂ। ਫਿਰ ਉਹ ਵੇਲਾ ਹੱਥ ਨਾ ਆਵੈ, ਉਹ ਆਪਣਾ ਬੀਜਿਆ ਆਪੇ ਖਾਵੈ। ਕਹਿੰਦੇ ਉਹ ਤਾਂ ਭਾਈ ਉਹਨੇ ਜੋ ਬੀਜਿਆ ਹੈ ਨਿੰਦਾ ਕਰਕੇ, ਔਰ ਜਿਹੜੀ ਹੈ ਅਵਗੁਣਾਂ ਦੀ ਬੀਜ ਪਾਏ ਹੋਏ ਆ, ਕਹਿੰਦੇ ਉਹ ਤਾਂ ਫਿਰ ਉਹਨੂੰ ਭੁਗਤਣੇ ਪੈਣੇ ਆ ਭਾਈ, ਖਾਣਾ ਪੈਣਾ ਆ। ਉਸ ਤੋਂ ਬਾਅਦ ਫਿਰ ਚਾਂਸ ਮਿਲੇਗਾ। ਫਿਰ ਉਹ ਵੇਲਾ ਉਸ ਹੱਥ ਨਾ ਆਵੈ, ਉਹ ਆਪਣਾ ਬੀਜਿਆ ਆਪੇ ਖਾਵੈ। ਨਰਕ ਘੋਰ ਮੂੰਹ ਕਾਲੇ ਖੜਿਆ, ਜੋ ਤਸਕਰ ਪਾਏ ਗਲਾਵੈ। ਕਹਿੰਦੇ ਉਹ ਤਾਂ ਪਾਏ ਫਿਰ ਹੁਣ 84 ਲੱਖ ਜੂਨਾਂ ਹੈਗੀਆਂ, ਨਰਕ ਘੋਰ ਜੂਨਾਂ ਦੇ ਵਿੱਚ ਚਲੇ ਜਾਂਦਾ ਹੈ, ਕਿਉਂਕਿ ਉਸਨੇ ਬਹੁਤ ਵੱਡਾ ਅਵਗੁਣ ਕਰ ਦਿੱਤਾ। ਬਈ ਪੂਰੇ ਗੁਰੂ ਦਾ ਸਤਿਗੁਰੂ ਜਿਹੜੇ ਹੈਗੇ, ਬ੍ਰਹਮ ਗਿਆਨੀ ਜਿਹੜੇ ਹੈਗੇ, ਉਹਨਾਂ ਦੀ ਨਿੰਦਾ ਕਰ ਲਈ। ਉਹਨਾਂ ਤੋਂ ਤਾਂ ਦਵਾਈ ਮਿਲਣੀ ਸੀ, ਉਹ ਤਾਂ ਵੈਦ ਸੀਗੇ, ਉਹਨਾਂ ਨੇ ਜਿਹੜਾ ਹੈਗਾ ਉਹਨੂੰ ਰਾਜੀ ਕਰਨਾ ਸੀਗਾ, ਔਰ ਉਹਨਾਂ ਦੀ ਨਿੰਦਾ ਕਰਕੇ ਜਿਹੜਾ ਹੈਗਾ, ਕਹਿੰਦੇ ਉਹ ਤਾਂ ਫਿਰ ਨਰਕ ਘੋਰ ਮੂੰਹ ਕਾਲੇ ਖੜਿਆ। ਘੋਰ ਨਰਕ ਦੇ ਵਿੱਚ ਮੂੰਹ ਕਾਲੇ ਹੋ ਜਾਂਦੇ ਆ ਉਹਦੇ, ਤੇ ਲੈ ਜਾਂਦੇ ਆ ਭਾਈ ਜਮ। ਜਿਉਂ ਤਸਕਰ ਪਾਏ ਗਲਾਵੇ, ਕਿਵੇਂ ਲੈ ਜਾਂਦੇ ਆ? ਜਿਵੇਂ ਤਸਕਰ ਜਿਹੜਾ ਹੈਗਾ, ਜਿਹੜੇ ਚੋਰ ਹੁੰਦੇ ਆ, ਉਹਨਾਂ ਨੂੰ ਗਲ ਦੇ ਵਿੱਚ ਜਿਹੜੀ ਹੈਗੀ ਆ ਫਾਹੀ ਪਾ ਕੇ ਜਿਵੇਂ ਲੈ ਜਾਂਦੇ ਆ ਭਾਈ, ਉਵੇਂ ਜਿਹੜਾ ਰੱਸੀ ਪਾ ਕੇ ਲੈ ਜਾਂਦੇ। ਫਿਰ ਸਤਿਗੁਰ ਕੀ ਸਰਣੀ ਪਵੈ ਤਾਂ ਉਬਰੈ, ਜਾਂ ਹਰ ਹਰ ਨਾਮ ਤੇ ਆਵੈ। ਫਿਰ ਜਿਹੜਾ ਹੈਗਾ ਇਹ ਆਪਣਾ ਕਾਰਨ ਸ਼ੀਰ ਜਿਹੜਾ ਹੈਗਾ, ਉਹਨੂੰ ਵਾਪਸ ਭੁਗਤਾਨ ਕਰਕੇ ਭੋਗੀ ਜੂਨਾਂ ਦੇ ਵਿੱਚ ਵਾਪਸ ਚਾਂਸ ਮਿਲੇ, ਤੇ ਫਿਰ ਵਾਪਸ ਜਿਹੜਾ ਹੈਗਾ ਉਹੀ ਬ੍ਰਹਮ ਗਿਆਨੀਆਂ ਦੀ ਸ਼ਰਨ ਦੇ ਵਿੱਚ ਚਲੇ ਜਾਏਗਾ ਤੇ ਉੱਭਰ ਜਾਏਗਾ, ਜੇ ਪਰਮੇਸ਼ਰ ਦਾ ਨਾਮ ਧਿਆਏਗਾ ਤਾਂ। ਹਰ ਬਾਤਾਂ ਆਖ ਸੁਣਾਏ ਨਾਨਕ, ਹਰ ਕਰਤੇ ਏਵੇਂ ਭਾਵੈ। ਆ ਦੇਖ ਲਓ ਭਾਈ, ਚੌਥੀ ਪਾਤਸ਼ਾਹੀ ਕਹਿੰਦੇ ਪਰਮੇਸ਼ਰ ਦੀਆਂ ਗੱਲਾਂ ਮੈਂ, ਪਰਮੇਸ਼ਰ ਦੀਆਂ ਦਰਦੇ, ਪਰਮੇਸ਼ਰ ਦੀਆਂ ਗੱਲਾਂ ਮੈਂ ਦੱਸ ਰਿਹਾ ਹਾਂ ਭਾਈ। ਉਹ ਮਾਲਕ ਪਰਮਾਤਮਾ ਨੂੰ ਇਹੀ ਪਾਉਂਦਾ ਹੈ, ਆਹੀ ਉਹਦਾ ਕਾਨੂੰਨ ਹੈਗਾ ਮਾਲਕ ਪਰਮਾਤਮਾ ਦਾ, ਆਹੀ ਕਾਨੂੰਨ ਹੈ, ਇਹੀ ਰਸਤਾ ਉਸ ਮਾਲਕ ਪਰਮਾਤਮਾ ਨੇ ਨਿਕਲਣ ਦਾ ਰੱਖਿਆ ਆ। ਗੁਰ ਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਜਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ। ਤੇ ਅੱਛਾ, ਇਹ ਆਪ ਫਿਰ ਦੁਬਾਰਾ ਉਸੇ 303 ਤੋਂ ਸ਼ੁਰੂ ਕੀਤਾ ਨਾ ਆਪਨੇ? ਹਾਂਜੀ ਹਾਂਜੀ, 8ਵੀਂ ਜਿਹੜੀ ਹੈਗੀ, ਆਪਾਂ 8ਵੀਂ ਪੌੜੀ ਦਾ ਉਸ ਤੋਂ ਪਹਿਲਾ ਸ਼ਲੋਕ ਲਿਆ ਹੈ। ਮੈਂ ਫਿਰ ਬਰੀਫ ਕਰ ਦਿੰਦਾ ਹੈ। ਇਹ ਸ਼ੁਰੂ ਹੁੰਦਾ ਹੈ ਸ਼ਲੋਕ ਮਹਲਾ ਚੌਥਾ। ਇਹ ਬ੍ਰਹਮ ਗਿਆਨੀਆਂ ਦੇ ਬਾਰੇ ਮਹਾਰਾਜ ਗਿਆਨ ਦੇ ਰਹੇ ਆ। ਬ੍ਰਹਮ ਗਿਆਨੀ ਕੀ ਹੁੰਦੇ ਆ, ਬ੍ਰਹਮ ਗਿਆਨੀ ਕੀ ਹੈ, ਉਹਨਾਂ ਦੀ ਕੁਆਲਿਟੀਜ਼ ਕੀ ਹੈ, ਕੀ ਉਹਨਾਂ ਦੇ ਵਿੱਚ ਗੁਣ ਹੈਗੇ ਆ। ਸ਼ਲੋਕ ਮਹਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ, ਜੋ ਅਨਦਿਨ ਹਰ ਹਰ ਨਾਮ ਧਿਆਵੈ। ਸਭ ਤੋਂ ਵੱਡੀ ਵਡਿਆਈ ਹੈ ਦੁਨੀਆ ਦੇ ਵਿੱਚ ਮਾਲਕ ਪਰਮਾਤਮਾ ਦੀ, ਇਹ ਭਗਤੀ, ਧਿਆਨ, ਸਿਮਰਨ। ਕਹਿੰਦੇ ਆਪ ਸਭ ਤੋਂ ਵੱਡਾ ਗੁਣ ਹੁੰਦਾ ਹੈ ਬ੍ਰਹਮ ਗਿਆਨੀਆਂ ਦੇ ਵਿੱਚ। ਉਹ ਜਿਹੜੇ ਹੈਗੇ ਪਰਮੇਸ਼ਰ ਦੇ ਨਾਮ ਧਿਆਉਣ ਦੇ ਵਿੱਚ ਜਾਂਦੇ ਆ, ਧਿਆਨ ਲੱਗ ਜਾਂਦਾ, ਉਹਨਾਂ ਦੇ ਵਿਚਾਰ ਬੰਦ ਹੁੰਦੇ ਆ, ਉਹਨਾਂ ਦੇ ਵਿਚਾਰ ਉਹਨਾਂ ਦੇ ਕੰਟਰੋਲ 'ਚ ਹੁੰਦੇ ਆ। ਹਰ ਹਰ ਨਾਮ ਰਮਤ ਸੁਚ ਸੰਜਮ। ਉਹਨਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦੇ ਵਿੱਚ ਰਮਣ ਦੇ ਨਾਲ ਉਹ ਸੁੱਚੇ ਹੋ ਜਾਂਦੇ ਆ, ਉਹਨਾਂ ਦੇ ਅੰਦਰ ਪੂਰਾ ਕੰਟਰੋਲ ਆ ਜਾਂਦਾ ਹੈ ਗਿਆਨ ਇੰਦਰੀਆਂ ਦੇ ਉੱਤੇ, ਮਨ ਦੇ ਉੱਤੇ ਪੂਰਾ ਕੰਟਰੋਲ। ਹਰ ਨਾਮੇ ਹੀ ਤ੍ਰਿਪਤ ਆਵੈ। ਉਹ ਪਰਮੇਸ਼ਰ ਦੇ ਨਾਮ ਦੇ ਨਾਲ ਪੂਰੀ ਤਰ੍ਹਾਂ ਅੰਮ੍ਰਿਤ ਦੇ ਨਾਲ ਤ੍ਰਿਪਤ ਹੁੰਦੇ ਆ, ਮਾਇਕ ਤ੍ਰਿਸ਼ਨਾ ਨਹੀਂ ਹੁੰਦੀ ਉਹਨਾਂ ਨੂੰ। ਹਰ ਨਾਮ ਤਾਣ, ਹਰ ਨਾਮ ਦੀਵਾਨ, ਹਰ ਨਾਮੋ ਰੱਖ ਕਰਾਵੈ। ਪਰਮੇਸ਼ਰ ਦਾ ਨਾਮ ਹੀ ਉਹਨਾਂ ਦੀ ਤਾਕਤ ਹੈ ਭਾਈ, ਪਰਮੇਸ਼ਰ ਦਾ ਨਾਮ ਹੀ ਉਹਨਾਂ ਦੀ ਕਚਹਿਰੀ ਹੈਗੀ। ਉਹ ਮਾਲਕ ਪਰਮਾਤਮਾ ਜੋ ਕਰਦਾ ਹੈ, ਉਹ ਉਹਦੇ ਭਾਣੇ ਦੇ ਵਿੱਚ ਉਹ ਉਹਨਾਂ ਨੂੰ, ਉਹ ਮਾਲਕ ਦੇ ਦੀਵਾਨ ਦੇ ਨਾਲ ਹੀ ਅਟੈਚ ਹੈ। ਉਹ ਹਰ ਨਾਮੋ ਰੱਖ ਕਰਾਵੈ। ਉਹਨਾਂ ਦੀ ਰੱਖ ਕੌਣ ਕਰਦਾ ਹੈ? ਉਹਨਾਂ ਦੀ ਰਕਸ਼ਾ ਪਰਮੇਸ਼ਰ ਦਾ ਨਾਮ
ਆਹੀ ਉਹਨਾਂ ਦੇ ਕੋਲ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਵੱਡਾ ਜਿਹੜਾ ਹੈਗਾ ਰਕਸ਼ਕ ਹੈਗਾ। ਇਹ ਆ ਸਤਿਗੁਰੂ, ਇਹ ਆ ਬ੍ਰਹਮ ਗਿਆਨੀ। ਉਹਨਾਂ ਦੀ ਕੁਆਲਿਟੀ, ਉਹਨਾਂ ਦਾ ਮਨ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ, ਪ੍ਰੈਜ਼ੈਂਟ ਦੇ ਵਿੱਚ ਹੈਗੇ, ਨਾ ਕੋਈ ਪਾਸਟ ਹੈ ਨਾ ਕੁਛ ਹੈ, ਕੋਈ ਵਿਚਾਰ ਨਹੀਂ ਉਹਨਾਂ ਦੇ ਉੱਤੇ, ਧਿਆਨ ਦੇ ਵਿੱਚ ਰਹਿੰਦੇ ਆ। ਐਸੇ ਬ੍ਰਹਮ ਗਿਆਨੀਆਂ ਦੇ ਨਾਲ ਜੇ ਜੋ ਚਿੱਤ ਲਾਏ ਪੂਜੇ ਹਰ ਮੂਰਤ, ਉਹ ਤਾਂ ਪਰਮੇਸ਼ਰ ਦੀ ਮੂਰਤ ਹੈਗੇ ਭਾਈ। ਜਿਹੜਾ ਵੀ ਉਹਨਾਂ ਦੇ ਨਾਲ ਚਿੱਤ ਲਾਏ ਪੂਜੇ ਹਰ ਮੂਰਤ ਦਾ ਮਤਲਬ ਕੀ ਹੈ? ਜਿਹੜਾ ਵੀ ਉਹਨਾਂ ਦੀ ਗੱਲ ਮੰਨ ਲਏਗਾ। ਜੋ ਚਿੱਤ ਲਾਏ ਪੂਜੇ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੇ। ਉਹ ਕਹਿੰਦੇ ਆ ਉਹ ਮਨ ਦੇ ਵਿੱਚ ਜੋ ਵੀ ਇੱਛਾ ਹੋਏਗੀ ਉਹਦੀਆਂ ਮੁਰਾਦਾਂ ਮਨ ਦੀਆਂ ਪੂਰੀਆਂ ਹੋ ਜਾਣਗੀਆਂ। ਉਹ ਜਿਹੜਾ ਹੈਗਾ ਇਸ ਜਿਹੜੀ ਮਾਇਆ ਮਾਲਕ ਪਰਮਾਤਮਾ ਨੇ ਜੋ ਪਾਈ ਹੈ ਉਹ ਵੀ ਨਿਕਲ ਜਾਏਗਾ ਭਾਈ, ਉਹ ਵੀ ਪਾਰਸ ਹੋ ਜਾਏਗਾ। ਤੇ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੇ। ਕਹਿੰਦੇ ਜਿਹੜੇ ਫਿਰ ਉਹ ਬ੍ਰਹਮ ਗਿਆਨੀਆਂ ਦੇ ਨਾਲ ਜਿਹੜੀ ਉਹਨਾਂ ਦੀ ਨਿੰਦਾ ਕਰਦੇ ਆ, ਖਹਿੰਦੇ ਆ, ਤੇ ਕਰਤਾ ਫਿਰ ਕਹਿੰਦੇ ਪਰਮਾਤਮਾ ਜਿਹੜਾ ਹੈਗਾ ਉਹਦਾ ਕਾਨੂੰਨ ਹੈਗਾ ਭਾਈ, ਉਹਨੂੰ ਆਤਮਿਕ ਮੌਤ ਮਾਰ ਪੈਣੀ ਆ। ਉਹਦਾ ਆ ਜਨਮ ਵੇਸਟ ਹੋ ਹੀ ਜਾਣਾ ਆ। ਤੇ ਅੱਗੇ ਦੇਖੋ ਕੀ ਹੋਣਾ ਆ। ਫਿਰ ਉਹ ਵੇਲਾ ਉਸ ਹੱਥ ਨਾ ਆਵੇ, ਉਹਨੂੰ ਉਹ ਸਮਾਂ ਫਿਰ ਦੁਬਾਰਾ ਹੱਥ ਨਹੀਂ ਮਿਲਦਾ। ਮਨੁੱਖੀ ਸਰੀਰ ਗਿਆ, ਉਹ ਵੇਲਾ ਚਲਾ ਗਿਆ, ਉਮਰ ਗਈ। ਉਹ ਆਪਣਾ ਬੀਜਿਆ ਆਪੇ ਖਾਵੇ। ਕਿਉਂਕਿ ਜੋ ਉਹਨੇ ਨਿੰਦਾ ਕਰ ਕਰਕੇ ਅਵਗੁਣ, ਸਭ ਤੋਂ ਵੱਡਾ ਅਵਗੁਣ ਕੀਤਾ ਸੀਗਾ, ਕਹਿੰਦੇ ਉਹ ਤਾਂ ਪਾਏ। ਕਿਉਂਕਿ ਬ੍ਰਹਮ ਗਿਆਨੀਆਂ ਤੋਂ ਮੱਤ ਲੈ ਕੇ ਉਹ ਨਿਕਲ ਸਕਦਾ ਸੀਗਾ। ਉਹਨੇ ਉਹਨਾਂ ਦੀ ਨਿੰਦਾ ਕਰਕੇ ਜਿਹੜਾ ਹੈਗਾ, ਹੁਣ ਡਾਕਟਰ ਨੂੰ ਹੀ ਜਿਹੜਾ ਹੈਗਾ ਜਿੱਥੋਂ ਇਲਾਜ ਹੋਣਾ ਹੈ, ਉਹ ਡਾਕਟਰ ਨੂੰ ਹੀ ਜਿਹੜਾ ਹੈਗਾ ਨਿੰਦਾ ਕਰ ਰਿਹਾ, ਡਾਕਟਰ ਨੂੰ ਹੀ ਨਹੀਂ ਕੁਛ ਸਮਝ ਰਿਹਾ। ਤੇ ਭਾਈ ਫਿਰ ਤਾਂ ਉਹਨੇ ਆਪਣਾ ਜੋ ਬੀਜਿਆ ਹੈ ਉਹਨੂੰ ਖਾਣਾ ਪੈਣਾ ਹੈ। ਨਰਕ ਘੋਰ ਮੂੰਹ ਕਾਲੇ ਖੜਿਆ, ਜਿਉਂ ਤਸਕਰ ਪਾਏ ਗਲਾਵੇ। ਕਹਿੰਦੇ ਉਹ ਤਾਂ ਫਿਰ ਨਰਕ ਘੋਰ ਨਰਕ 84 ਲੱਖ ਜੂਨਾਂ ਦੇ ਵਿੱਚ ਸਭ ਤੋਂ ਥੱਲੇ ਦੀਆਂ ਜੂਨਾਂ ਦੇ ਵਿੱਚ ਨਰਕ ਘੋਰ ਮੂੰਹ ਕਾਲੇ ਖੜਿਆ। ਮੂੰਹ ਤੇ ਕਾਲਕ ਹੈ, ਕਾਰਨ ਸ਼ੀਰ ਵਧਿਆ ਹੋਇਆ ਹੈ। ਜਿਉਂ ਤਸਕਰ ਪਾਏ ਗਲਾਵੇ, ਜਿਵੇਂ ਤਸਕਰ ਜਿਹੜਾ ਹੈਗਾ ਬਿਲਕੁਲ ਗਲ ਦੇ ਵਿੱਚ ਉੱਤੇ ਫਾਹੀ ਪਾ ਕੇ, ਰੱਸੀ ਪਾ ਕੇ ਤਸਕਰ ਨੂੰ ਫੜਦੇ ਆ, ਚੋਰ ਨੂੰ ਲੈ ਕੇ ਜਾਂਦੇ ਆ, ਇਸ ਤਰ੍ਹਾਂ ਲੈ ਜਾਂਦੇ ਆ ਭਾਈ। ਫਿਰ ਸਤਿਗੁਰ ਕੀ ਸਰਣੀ ਪਵੈ ਤਾਂ ਉਬਰੈ, ਜਾਂ ਹਰ ਹਰ ਨਾਮ ਧਿਆਵੈ। ਫਿਰ ਜਿਹੜਾ ਕਾਰਨ ਸ਼ੀਰ ਭੋਗੀ ਜੂਨਾਂ ਤੋਂ ਬਾਅਦ ਦੁਬਾਰਾ ਫਿਰ ਕਾਰਨ ਸ਼ੀਰ ਮਿਲਦਾ ਹੈ। ਫਿਰ ਜੇ ਕਿਤੇ ਜਿਹੜਾ ਹੈਗਾ ਫਿਰ ਉਹੀ ਬ੍ਰਹਮ ਗਿਆਨੀਆਂ ਦੀ ਸ਼ਰਣੀ ਪੈ ਜਾਏਗਾ ਤੇ ਧਿਆਨ ਸਿਮਰਨ ਕਰੇਗਾ ਤਾਂ ਉੱਭਰ ਜਾਏਗਾ ਭਾਈ। ਫਿਰ ਸਤਿਗੁਰ ਕੀ ਸਰਣੀ ਪਵੈ ਤਾਂ ਉੱਭਰੈ। ਫਿਰ ਵੀ ਕਹਿੰਦੇ ਆ ਕੰਮ ਉਹੀ ਕਰਨਾ ਪੈਣਾ ਹੈ। ਫਿਰ ਸਤਿਗੁਰ ਕੀ ਸਰਣੀ ਪਵੈ ਤਾਂ ਉੱਭਰੈ, ਜਾਂ ਹਰ ਹਰ ਨਾਮ ਧਿਆਵੈ। ਜੇ ਉਹ ਧਿਆਨ ਦੇ ਵਿੱਚ ਜਾਏਗਾ, ਜੇ ਦਵਾਈ ਖਾਏਗਾ। ਹਰ ਬਾਤਾਂ ਆਖ ਸੁਣਾਏ ਨਾਨਕ, ਹਰ ਕਰਤੇ ਏਵੇਂ ਭਾਵੈ। ਕਹਿੰਦੇ ਉਹ ਮਾਲਕ ਪਰਮਾਤਮਾ ਦੇ ਦਰ ਦੀਆਂ, ਮਾਲਕ ਦਾ ਕਾਨੂੰਨ ਕਹਿੰਦੇ ਆ ਮੈਂ ਦੱਸ ਰਿਹਾ ਭਾਈ। ਨਾਨਕ ਕੱਕੇ ਨੂੰ ਔਂਕੜ ਲਾ ਕੇ ਚੌਥੀ ਪਾਤਸ਼ਾਹੀ ਕਹਿ ਰਹੀ ਆ ਕਿ ਉਸ ਮਾਲਕ ਪਰਮਾਤਮਾ ਨੂੰ, ਕਰਤੇ ਨੂੰ, ਜਿਹਨੇ ਸ੍ਰਿਸ਼ਟੀ ਬਣਾਈ ਆ, ਉਹਨੂੰ ਇਹੀ ਚੰਗਾ ਲੱਗਦਾ ਹੈ। ਹਾਂਜੀ ਵੀਰ ਜੀ। ਹਾਂਜੀ ਨਿੱਜਰ ਸਾਹਿਬ। ਹਾਂਜੀ ਤੁਸੀਂ ਕਹਿ ਰਹੇ ਨਿੱਜਰ ਸਾਹਿਬ ਕੀ ਚੀਜ਼? ਤੁਸੀਂ ਕੰਪਲੀਟ ਕਰ ਲਿਆ? ਹਾਂਜੀ ਬਿਲਕੁਲ। ਅੱਛਾ, ਤੁਹਾਡੀ ਆਵਾਜ਼ ਨਹੀਂ ਆਈ ਸੀ। ਠੀਕ ਹੈ ਜੀ। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤੇ ਇਹ ਚੀਜ਼ ਨੂੰ ਸਮਝੋ। ਉਹ ਕਹਿੰਦੇ ਨੇ ਕਿ ਨਾਨਕ ਤਪੇ ਦਾ ਘਰ ਕਿੱਥੇ ਹੈ। ਕਿਉਂ ਪੁੱਛ ਰਹੇ ਨੇ? ਹੋਰ ਵੀ ਬਹੁਤ ਬੰਦੇ ਉਹਨਾਂ ਨੂੰ ਕਿੰਨੇ ਮਿਲੇ ਹੋਣਗੇ, ਕਾਫੀ ਲੰਮੇ ਸਮੇਂ ਤੋਂ ਜਾ ਰਹੇ ਸੀ ਉਹ ਯਾਤਰਾ ਤੇ। ਪਰ ਉਹਨਾਂ ਨੇ ਕਿਹਾ ਕਿ ਸਾਨੂੰ ਨਾਨਕ ਤਪਾ ਚਾਹੀਦਾ ਹੈ, ਜਿਹੜਾ ਇੰਦਰੀਆਂ ਤੋਂ ਅੱਗੇ ਜਾ ਚੁੱਕਿਆ। ਤਪੱਸਿਆ ਕਰ ਲਈ ਹੈ ਜਿਹਨੇ, ਜਿਹਦਾ ਮਨ ਸਥਿਰ ਹੋ ਚੁੱਕਿਆ, ਜਿਹੜਾ 5 ਤੱਤਾਂ ਤੋਂ ਅੱਗੇ ਜਾ ਚੁੱਕਿਆ। ਮੈਨੂੰ ਉਸ ਇਨਸਾਨ ਦੀ ਤਲਾਸ਼ ਹੈ, ਉੱਥੇ ਲੈ ਕੇ ਜਾਓ ਮੈਨੂੰ, ਜਾਂ ਮੈਨੂੰ ਉਸਦਾ ਘਰ ਦੱਸੋ। ਕਿਉਂਕਿ ਮੈਂ ਗੂੜ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹਾਂ, ਮੈਂ ਬ੍ਰਹਮ ਨੂੰ ਮਿਲਣਾ ਚਾਹੁੰਦਾ ਹਾਂ। ਇਸ ਕਰਕੇ ਸਧਾਰਨ ਗਿਆਨ ਦੀ ਮੈਨੂੰ ਲੋੜ ਨਹੀਂ, ਮੈਨੂੰ ਨਾਨਕ ਤਪਾ ਹੀ ਚਾਹੀਦਾ ਹੈ। ਔਰ ਹਾਲੇ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਕੌਣ ਆ ਨਾਨਕ ਤਪਾ, ਔਰ ਕੀ ਹੈਗੇ ਉਹਨਾਂ ਦੇ ਕੋਲ, ਕਿੰਨੀ ਕੀ ਆਤਮਿਕ ਅਵਸਥਾ ਕੀ ਹੈਗੀ ਆ।
ਹਾਂ, ਪਰ ਉਹਦਾ ਨਾਂ ਤੇ ਚੱਲਦਾ ਹੋਣਾ, ਨਾਨਕ ਤਪਾ ਵੱਜਦਾ ਹੋਊਗਾ ਕਿ ਬਈ ਇਹ ਫਲਾਨਾ ਫਲਾਨਾ ਮਨੁੱਖ ਇੱਥੇ ਰਹਿੰਦਾ ਹੈ। ਉਹ ਕਾਫੀ ਜ਼ਿਆਦਾ ਮਤਲਬ ਚਮਤਕਾਰ ਹੋ ਰਹੇ, ਰੌਲਾ ਪੈਂਦਾ ਨਾ, ਖੁਸ਼ਬੂ ਤੇ ਆਉਂਦੀ ਨਾ ਨਿੱਜਰ ਸਾਹਿਬ। ਬਿਲਕੁਲ ਬਿਲਕੁਲ, ਤਾਂ ਹੀ ਤਾਂ ਉਹਨਾਂ ਨੇ ਕਿਹਾ ਵੀ ਮੈਂ ਬਈ ਹੁਣ ਨਿਕਲ ਰਹੇ ਕਰਤਾਰਪੁਰ ਤੋਂ ਨਾ ਜਾ ਰਹੇ, ਕਹਿੰਦੇ ਮੈਂ ਤਾਂ ਮਿਲਣਾ ਹੈ ਉਹਨੂੰ, ਤੁਸੀਂ ਬੈਠੋ ਲੰਗਰ ਲੁੰਗਰ ਛਕੋ ਤੇ ਫਿਰ ਆਪਾਂ ਚੱਲਾਂਗੇ ਗਾਹਾਂ ਮਾਤਾ ਦੇ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ, ਕਿਸੇ ਤਰੀਕੇ ਨਾਲ ਉਹ ਕਮਿਊਨੀਕੇਸ਼ਨ ਹੋਇਆ। ਦੇਖੋ ਜੀ, ਕਹਿੰਦੇ ਸਤਿਗੁਰੂ ਵਿੱਚ ਵੱਡੀ ਵਡਿਆਈ ਜੋ ਅਨ ਦਿਨ ਹਰ ਹਰ ਨਾਮ ਤੇ ਆਵੇ। ਕੀ ਵਡਿਆਈ ਉਹਨਾਂ ਦੇ ਵਿੱਚ, ਕੀ ਵੱਡਾ ਗੁਣ ਹੈ? ਉਹ ਅਨ ਦਿਨ ਹਰ ਵੱਲ, ਉਹ ਹਰ ਰੋਜ਼ ਉਹ ਧਿਆਨ ਦੇ ਵਿੱਚ ਮਤਲਬ ਉਸ ਦਿਸ਼ਾ ਦੇ ਵੱਲ ਜਾ ਰਹੇ ਨੇ। ਬਿਲਕੁਲ ਬਿਲਕੁਲ। ਕਹਿਣ ਤੋਂ ਭਾਵ, ਮੈਂ ਅੱਜ ਗੁਰਬੀਰ ਨਾ ਸਵੇਰੇ ਵਾਕ ਕਰਨ ਗਏ, 2 ਦਿਨ ਦੀ ਛੁੱਟੀ ਸੀ, ਅੱਜ ਫਿਰ ਗਿਆ। ਮੈਂ ਗੁਰਬੀਰ ਨੂੰ ਦੱਸਣ ਦਿਆ, ਮੈਂ ਗੁਰਬੀਰ ਤੇਰੇ ਸਾਹਮਣੇ ਇੱਕ ਬੰਦਾ ਵੇਖ, ਇਹ ਝਾੜੂ ਮਾਰ ਰਿਹਾ, ਇੱਕ ਬੰਦਾ ਪਰੇ ਵੇਖ, ਉਹ ਪੈਂਚਰ ਲਗਾ ਰਿਹਾ, ਠੀਕ ਹੈ। ਫਿਰ ਇੱਕ ਬੰਦਾ ਹੋਰ ਦੇਖੋ, ਇਹ ਸਾਹਮਣੇ ਬੰਦਾ, ਉਹਦੇ ਕੋਲ ਥੋੜੀ ਜਿਹੀ ਵਧੀਆ ਦੁਕਾਨ ਹੈਗੀ, ਨੌਕਰੀ ਕੀ। ਮੈਂ ਇੱਕ ਬੰਦਾ ਦੇਖਾ ਮੁਲਾਜ਼ਮ ਹੈ, ਇਹ ਕੋ ਕੋਈ ਤਾਰਾ ਨਹੀਂ ਹੈਗਾ ਪਰ ਮੁਲਾਜ਼ਮ ਹੈ, ਇਹ ਕੋ ਵੀ ਇੱਕ ਪਾਵਰ ਹੈਗੀ। ਫਿਰ ਥੋੜਾ ਅੱਗੇ ਆਏ, ਇੱਕ ਬੰਦੇ ਕੋ 2 ਤਾਰੇ, 1 ਤਾਰਾ। ਫਿਰ ਇੱਕ ਬੰਦਾ ਹੋਰ ਵੇਖਿਆ, ਉਹਦੇ ਮੋਢੇ ਤੇ ਉਹ ਸ਼ੇਰ ਬਣਿਆ ਹੋਇਆ, ਕੋਈ ਵੱਡਾ ਅਫਸਰ। ਮੈਂ ਹਰ ਇੱਕ ਬੰਦੇ ਨੇ ਮਿਹਨਤ ਕੀਤੀ ਹੈ, ਜਿੰਨੀ ਉਹਨੇ ਮਿਹਨਤ ਕੀਤੀ ਹੈ, ਕੁਦਰਤ ਨੇ ਉਸ ਦੇ ਹਿਸਾਬ ਨਾਲ ਉਸਨੂੰ ਕੋਈ ਨਾ ਕੋਈ ਅਹੁਦੇ ਨਾਲ ਨਿਵਾਜ ਦਿੱਤਾ। ਇੱਥੇ ਵੀ ਜਿਹੜੀ ਗੱਲ ਕਰਦੇ ਹੁਣ, ਕੋਈ ਡਾਕਟਰ, ਇੰਜੀਨੀਅਰ, ਕੋਈ ਪ੍ਰੋਫੈਸਰ ਇੱਕ ਦਿਨ ਚ ਨਹੀਂ ਬਣ ਸਕਦਾ। ਆਹ ਦੇਖੋ, ਬਾਰ-ਬਾਰ ਗੱਲ ਕਰ ਰਹੇ ਨੇ, ਹਜੇ ਸਤਿਗੁਰ ਦੀ ਵਡਿਆਈ ਆ, ਉਹ ਪਹੁੰਚਣ ਦੇ ਬਾਵਜੂਦ ਵੀ ਹਰ ਦਿਨ ਭਗਤੀ ਕਰ ਰਿਹਾ ਉਹ। ਬਿਲਕੁਲ। ਦੇਖੋ ਕਿੰਨੀ ਜਿਹੜੀ ਹੈਗੀ ਕੁਆਲਿਟੀ ਦੱਸੀ ਆ, ਪੂਰੀ ਦੀ ਪੂਰੀ ਸਤਿਗੁਰੂ ਕੌਣ ਆ ਪੂਰਾ ਦਾ ਪੂਰਾ ਖੋਲ ਕੇ ਦੱਸਿਆ ਭਾਈ। ਹਾਂ, ਕਿ ਉਹ ਲਗਾਤਾਰ ਹੀ ਉਹ ਡਾਇਰੈਕਸ਼ਨ ਦੇ ਵੱਲ ਜਾ ਰਹੇ ਨੇ, ਔਰ ਉੱਥੇ ਸਹਿਜ ਤੱਤ ਪ੍ਰਾਪਤ ਕਰ ਲਿਆ, ਆਪਣੀਆਂ ਇੰਦਰੀਆਂ ਤੇ ਕੰਟਰੋਲ ਕਰ ਲਿਆ, ਇੰਦਰੀਆਂ ਤੇ ਕੰਟਰੋਲ ਕਰਕੇ ਮਨ ਨੂੰ ਵੀ ਆਪਣੇ ਅਧੀਨ ਲੈ ਆਂਦਾ। ਕਿਉਂਕਿ ਜਦ ਤੱਕ ਤੁਹਾਡਾ ਮਨ ਹੈਗਾ ਨਾ, ਤੁਸੀਂ ਬ੍ਰਹਮ ਨੂੰ ਮਿਲ ਨਹੀਂ ਸਕਦੇ। ਮਨ ਪ੍ਰਗਟ ਹੈ, ਮਨ ਤੋਂ ਜਦੋਂ ਅੱਗੇ ਲੰਘ ਜਾਂਦੇ ਜੋ ਨਾ, ਉਸ ਤੋਂ ਬਾਅਦ ਹੀ ਤਾਂ ਬ੍ਰਹਮ ਮਿਲਦਾ ਹੈ। ਕਿਉਂਕਿ ਉਹ ਵਿੱਚ ਖਲੋਤਾ ਤੁਹਾਡੇ ਤੇ ਬ੍ਰਹਮ ਦੇ ਵਿਚਕਾਰ। ਬਿਲਕੁਲ ਸਹੀ ਗੱਲ ਹੈ। ਔਰ ਬੜਾ ਘੱਟ ਫੈਸਲਾ ਹੈ। ਤੁਸੀਂ ਜਾਣਾ ਹੈ, ਉਹਨੇ ਫਿਰ ਤੁਹਾਨੂੰ ਵਾਪਸ ਲੈ ਆਉਣਾ। ਤੁਸੀਂ ਜਾਣਾ ਹੈ, ਉਹਨੇ ਕਹਿਣਾ ਇਧਰ ਆ ਚਰਨਜੀਤ, ਆ ਫਲਾਨਾ ਵਿਚਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਕੁਛ ਨਾ ਕੁਛ ਤੇ ਹੈ ਹੀ ਹੈ ਨਾ ਮੇਰੇ ਅੰਦਰ। ਉਸ ਦਾ ਵਿਚਾਰ ਫੁਰਨਾ ਆਵੇਗਾ, ਨਾਲ ਹੀ ਸੁਰਤੀ ਨੂੰ ਬਾਹਰ ਲੈ ਆਉਂਦਾ। ਹਾਂ, ਠੀਕ ਹੈ। ਦੁਨੀਆ ਜਿਹੜੀ ਹੈ ਗੋਰਖੀ ਸਾਹਿਬ, ਜਿਹੜੇ ਪਦਾਰਥ ਹੈਗੇ, ਆਕਾਰ ਹੈਗੇ ਆ, ਜੀਵ ਚੱਲਦੇ ਫਿਰਦੇ ਸਾਰੇ ਸੱਚੇ ਲੱਗਦੇ ਆ। ਹਾਂ, ਸਭ ਕੁਝ ਸੱਚਾ ਹੈ ਜੀ। ਠੀਕ ਹੈ ਜੀ। ਹੁਣ ਇੱਥੇ ਆਨੰਦ ਦੀ ਆਪ ਨੂੰ ਪਤਾ ਲੱਗ ਗਿਆ ਕਿ ਜਦੋਂ ਵੱਡੇ ਕਿਸੇ ਮਕਾਮ ਤੇ ਪਹੁੰਚਣਾ ਹੋਵੇ ਨਾ, ਤੇ ਫਿਰ ਲਗਾਤਾਰ ਉਧਰ ਗਤੀ ਕਰਨੀ ਪੈਂਦੀ ਹੈ, ਤਾਂ ਹੀ ਤਾਂ ਕੁਛ ਪ੍ਰਾਪਤੀ ਹੁੰਦੀ ਹੈ। ਆਪਾਂ ਲੋਕ ਦੇਖਦੇ ਹਾਂ, ਔਰ ਜੋ ਕਿੱਡੀ ਵੱਡੀ ਬਿਲਡਿੰਗ ਬਣ ਗਈ ਹੈ, ਪਰ ਆਪਾਂ ਹਿਸਟਰੀ ਨਹੀਂ ਚੈੱਕ ਕਰਦੇ ਕਿ ਉਹਨੂੰ ਕਈ ਸਾਲ ਲੱਗੇ ਨੇ, ਕਈ ਮਜ਼ਦੂਰਾਂ ਨੇ ਕੰਮ ਕੀਤਾ ਹੈ, ਕਿੰਨੀ ਦੁਨੀਆ ਦੀ ਉੱਥੇ ਮਸ਼ੀਨਰੀ ਯੂਜ਼ ਹੋਈ ਹੈ, ਫਿਰ ਜਾ ਕੇ ਇੱਕ ਟਾਵਰ ਖੜਾ ਹੋਇਆ ਹੈ। ਬਿਲਕੁਲ ਸਹੀ ਗੱਲ ਹੈ। ਹਾਂ, ਹਾਰਡ ਵਰਕ, ਦੇयर इज अ लॉट ऑफ हार्ड वर्क, ਸੰਭਵ ਕੁਛ ਨੇ ਕੀਤਾ, somebody doing, ਉਹਦੇ ਕਰਕੇ ਹੀ, ਉਹਨਾਂ ਦੀ ਮਿਹਨਤ ਕਰਕੇ ਏਡਾ ਵੱਡਾ ਟਾਵਰ ਖੜਾ ਹੋ ਗਿਆ। ਤਾਜ ਮਹਿਲ ਇੱਕ ਦਿਨ ਚ ਥੋੜੀ ਬਣ ਗਿਆ ਸੀ। ਸੋ ਵੱਡਾ ਕੰਮ ਕੀਤਾ ਹੈ, ਤੇ ਇਹ ਉਹ ਫਿਰ ਉਹਦੀ ਪ੍ਰਾਪਤੀ ਵੀ ਵੱਡੀ ਹੈ। ਇਸੇ ਲਈ ਇੱਕ ਬਾਣੀ ਕਹਿੰਦੀ ਕਿ ਅਨਦਿਨ ਸਤਿਗੁਰੂ ਇੱਕ ਤੇ ਅਨਦਿਨ ਗਤੀ ਕਰਦਾ ਹੈ, ਔਰ ਲਗਾਤਾਰ ਸੱਚ ਵੱਲ ਤੁਰੇ ਜਾਂਦਾ ਹੈ। ਉਹਦਾ ਜੀਵਨ ਹੀ ਭਗਤੀ ਹੈ। ਬਿਲਕੁਲ ਬਿਲਕੁਲ ਸਹੀ ਹੈ। ਔਰ ਵਰਤਮਾਨ ਚ ਬੈਠਾ ਹੈ ਉਹ। ਉੱਥੇ ਭਗਤੀ ਦਾ ਮਤਲਬ ਉਹ ਵਰਤਮਾਨ ਰੂਪ, ਕਾਲ ਰੂਪੀ ਧਾਰਾ ਚ ਬੈਠਾ ਹੈ। ਸਵੇਰ ਤੋਂ ਉੱਠਦਾ ਹੈ, ਰਾਤੀ ਵੀ ਉਸੇ ਅਵਸਥਾ ਚ ਤੁਰੇ ਜਾਂਦਾ ਪਿਆ, ਸੱਚ ਦੇ ਨਾਲ ਹੀ, ਸੱਚ ਨਾਲ ਹੀ ਦੋਸਤੀ ਹੈ, ਝੂਠ ਨੂੰ ਛੱਡੀ ਜਾਂਦਾ ਹੈ, ਅੱਗੇ ਤੁਰਿਆ ਜਾਂਦਾ ਹੈ। ਬਿਲਕੁਲ। ਜਿੱਦਾਂ ਬੰਦਾ ਤੈਰਦਾ ਹੈ ਨਾ, ਕਿੱਦਾਂ ਹੱਥ ਮਾਰਦਾ ਹੈ ਪਾਣੀ ਪਿੱਛੇ, ਅੱਗੇ ਤੁਰਿਆ ਜਾਂਦਾ, ਪਾਣੀ ਨੂੰ ਹੱਥ ਮਾਰ ਕੇ, ਇਸੇ ਤਰ੍ਹਾਂ ਉਹ ਅੱਗੇ ਤੁਰਿਆ ਜਾ ਰਿਹਾ, ਔਰ ਸਹੀ ਡਾਇਰੈਕਸ਼ਨ ਨਾਲ ਜਾਂਦਾ। ਠੀਕ ਹੈ ਜੀ। ਬ੍ਰਹਮ ਦੇ ਵਿੱਚ ਅਨੰਤ ਯਾਤਰਾ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇੱਥੇ ਫਾਈਨਲ ਹੋ ਗਿਆ, ਕਿਉਂਕਿ ਉਹ ਬਹੁਤ ਪਵਿੱਤਰ ਆ। ਉਹਨੇ ਪਵਿੱਤਰ ਆਪਾਂ ਹੋ ਨਹੀਂ ਸਕਦੇ, ਆਪਾਂ ਰਾਹ ਚ ਹੀ ਖਤਮ ਹੋ ਜਾਣਾ, ਕਿਉਂਕਿ ਬਹੁਤ ਪਵਿੱਤਰ ਆ। ਉਹਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਆਪਾਂ ਆਪਣੇ। ਠੀਕ ਹੈ ਜੀ। ਫਿਰ ਅਗਲੇ ਕਹਿੰਦੇ ਹਰ ਹਰ ਨਾਮ ਰਮਤ ਸੱਚ ਸੰਜਮ, ਹਰ ਨਾਮੇ ਹੀ ਤ੍ਰਿਪਤ ਆਵੇ। ਸੁੱਚ ਸੰਜਮ ਕਹਿੰਦੇ ਉਹਨਾਂ ਦੇ ਸਤਿਗੁਰੂ ਜਿਹੜੇ ਹੈਗੇ, ਪਰਮੇਸ਼ਰ ਦੇ ਨਾਮ ਦੇ ਵਿੱਚ ਰਮਣ ਦੇ ਨਾਲ ਆਹੀ, ਤਾਂ ਹੀ ਉਹਨਾਂ ਦੇ ਵਿੱਚ ਸੁੱਚਮਤਾ ਆਈ ਹੈ, ਆਹੀ ਉਹਨਾਂ ਦਾ ਸੰਜਮ ਹੈਗਾ। ਇਹਦੇ ਨਾਲ ਹੀ ਉਹਨਾਂ ਨੂੰ ਕੰਟਰੋਲ ਆ ਗਿਆ ਆਪਣੀਆਂ ਗਿਆਨ ਇੰਦਰੀਆਂ ਮਨ ਦੇ ਉੱਤੇ, ਇਹਦੇ ਨਾਲ ਹੀ ਤ੍ਰਿਪਤੀ ਆ ਗਈ ਉਹਨਾਂ ਨੂੰ।
ਨਾਮ ਦੇ ਨਾਲ ਹੀ ਅੰਮ੍ਰਿਤ ਆ ਗਿਆ ਉਹਨਾਂ ਦੇ ਕੋਲ। ਹਾਂਜੀ ਵੀਰ ਜੀ। ਫਿਰ ਦੇਖੋ ਸਾਧ ਸੰਗਤ ਜੀ ਕਲੀਅਰ ਕੀਤਾ ਜੋ ਵੇਖ ਲਓ, ਹਰ ਨਾਮ 2 ਵਾਰੀ ਬੋਲਿਆ। ਨਾਮ ਰਮਤ ਦਾ ਮਤਲਬ ਜਪਣ ਦੇ ਨਾਲ। ਪੂਰਾ ਰਮ ਗਏ ਉਹਦੇ ਨਾਲ। ਹਾਂ, ਉਹ ਰਾਮ ਜੱਪੀ ਗਏ ਫਿਰ ਰਾਮ ਕਬੀਰਾ ਏਕ ਭਏ ਤੇ ਕੋਈ ਨਾ ਸਕੇ ਪਛਾਣੀ। ਤੇ ਜਦੋਂ ਰਮ ਗਏ ਤੇ ਫਿਰ ਕੀ ਆ, ਸੱਚ ਸੰਜਮ, ਸੁੱਚ ਸੰਜਮ, ਜ਼ਿੰਦਗੀ ਸੱਚ ਆਇਆ। ਨਹੀਂ ਸੁੱਚ ਸੰਜਮ, ਹਾਂਜੀ ਸੁੱਚ ਆ ਗਈ। ਹਾਂ, ਸੁੱਚ ਵੀ ਕਹਿ ਲਓ, ਸੁੱਚ ਦਾ ਮਤਲਬ ਹੀ ਸੱਚ ਹੈ। ਬਿਲਕੁਲ, ਹਾਂ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਸੁੱਚ, ਝੂਠ ਦਾ ਮਤਲਬ ਹੁੰਦਾ ਹੈ ਝੂਠ, ਅਗਿਆਨ, ਅਵਿਦਿਆ। ਸੁੱਚ ਸੁੱਚਾ ਹੋ ਗਿਆ ਕੋਈ ਬੰਦਾ ਜੀ। ਇਹ ਪਾਣੀ ਕਿਹੜਾ ਜੀ? ਸੁੱਚਾ ਪਾਣੀ ਹੈ, ਜਾਂ ਭਾਵ ਸ਼ੁੱਧ ਹੋ ਗਿਆ। ਬਿਲਕੁਲ ਸ਼ੁੱਧ ਹੋ ਗਿਆ। ਹਾਂ, ਸ਼ੁੱਧ ਉਹਨਾਂ ਚਿਰ ਤੱਕ ਨਹੀਂ ਹੋਣਾ ਜਿੰਨਾ ਚਿਰ ਤੱਕ ਆਪ ਰੱਬ ਦੇ ਨਾਲ ਮਿਲਦੇ ਨਹੀਂ। ਠੀਕ ਹੈ ਜੀ। ਤੇ ਜਦੋਂ ਭਗਤੀ ਕੀਤੀ ਸੁੱਚ ਹੋ ਗਏ। ਸੁੱਚ ਦੇ ਨਾਲ ਫਿਰ ਕੀ ਹੋ ਗਿਆ? ਫਿਰ ਸੰਜਮ ਆ ਗਿਆ। ਸੰਜਮ ਤਾਂ ਇਕੱਠਾ ਹੀ ਜੁੜਿਆ ਨਾ। ਜਦੋਂ ਤੁਸੀਂ ਸੁੱਚੇ ਹੋ ਗਏ ਤਾਂ ਸੰਜਮ ਆਪਣੇ ਆਪ ਹੀ ਹੋਣਾ ਹੈ। ਕਿਉਂਕਿ ਸੰਜਮ ਜਿਹੜਾ ਹੈ, ਤੁਸੀਂ ਉਹਨਾਂ ਚਿਰ ਸੰਤੋਖ ਨਹੀਂ ਤੁਹਾਨੂੰ ਮਿਲਣਾ। ਸੰਜਮ ਦਾ ਮਤਲਬ ਹੀ ਸੰਤੋਖ ਹੀ ਹੈ ਕਿ ਹੁਣ ਤੁਹਾਡੇ ਅੰਦਰ ਭਾਵੇਂ ਕੋਈ ਗਲਤ ਦਾ ਵਿਚਾਰ ਆ ਵੀ ਗਿਆ, ਪਰ ਹੁਣ ਤੁਸੀਂ ਉਹਨੂੰ ਸਪੋਰਟ ਨਹੀਂ ਕਰਦੇ, ਸੰਜਮ ਚ ਬਹਿ ਜਾਂਦੇ। ਸੰਜਮ ਜਿਹੜਾ ਨਾ ਉਹ ਇੱਕ ਅਵਸਥਾ ਹੈ ਨਿਜਰ ਸਾਹਿਬ। ਹੈ ਤੇ ਕਿਉਂਕਿ ਜਿੰਨਾ ਚਿਰ ਤੱਕ ਤੁਸੀਂ ਤ੍ਰਿਪਤ ਨਹੀਂ ਜਾਂਦੇ, ਤੁਹਾਡੀ ਤ੍ਰਿਪਤੀ ਨਾ ਹੋ ਜਾਂਦੀ, ਉਹਨਾਂ ਚਿਰ ਤੱਕ ਨਿਜਰ ਸਾਹਿਬ ਸੰਜਮ ਮਿਲਣਾ ਵੀ ਨਹੀਂ ਹੈ। ਕਿਉਂਕਿ ਸੰਜਮ ਜਿਹੜਾ ਹੈ ਉਹ ਤੁਹਾਡੀ ਇੱਕ ਅੰਦਰਲੀ ਅਵਸਥਾ ਹੈ। ਹਾਂਜੀ ਨਿਜਰ ਸਾਹਿਬ ਅੱਗੇ ਬੋਲੋ। ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਜਦ ਕਹਿੰਦੇ ਹਰ ਨਾਮੇ ਹੀ ਤ੍ਰਿਪਤ ਆਵੇ, ਤ੍ਰਿਪਤੀ ਆ ਗਈ ਤੇ ਸੰਜਮ ਆਏਗਾ। ਨਹੀਂ ਤਾਂ ਸੰਜਮ ਕਿਵੇਂ ਆ ਜਾਏਗਾ? ਜਦ ਕੋਈ ਚੀਜ਼ ਪ੍ਰਾਪਤ ਨਹੀਂ ਹੋਈ ਤੇ ਸੰਜਮ ਕਿੱਧਰੋਂ ਆ ਜਾਊਗਾ? ਹੁਣ ਦੇਖਿਆ, ਤੁਸੀਂ ਵੇਖਿਆ ਨਹੀਂ, ਕਈ ਬੰਦੇ ਕਹਿੰਦੇ ਨੇ ਕਿ ਇਹਦਾ ਇੰਦਰੀਆਂ ਤੇ ਬਹੁਤ ਸੰਜਮ ਹੈ। ਕੰਟਰੋਲ ਦਾ ਮਤਲਬ ਕਿ ਉਹਨੂੰ ਰੱਸੀਆਂ ਪਾ ਕੇ ਬੰਨਣ ਦੀ ਲੋੜ ਨਹੀਂ, ਪਰ ਉਹਦੇ ਅੰਦਰ ਤਰੰਗ ਨਹੀਂ ਪੈਦਾ ਹੁੰਦੀ। ਇਹ ਬੜਾ ਸੰਜਮੀ ਇਨਸਾਨ ਹੈ। ਕਿਉਂਕਿ ਸੰਜਮ ਇੱਕ ਅਵਸਥਾ ਹੈ। ਇਹ ਤਪੱਸਿਆ ਦੇ ਵਿੱਚ ਇਹ ਤੁਹਾਨੂੰ ਇਹ ਗੁਣ ਮਿਲੇਗਾ। ਇੱਕ ਤੇ ਕਿਉਂਕਿ ਜਦ ਤੱਕ ਸੰਜਮ ਨਹੀਂ ਹੈ, ਇੰਦਰੀਆਂ ਤੇ ਤੁਹਾਡਾ ਸੰਜਮ ਨਹੀਂ ਹੈਗਾ, ਤੁਹਾਡਾ ਬੋਲਣ ਤੇ ਸੰਜਮ ਨਹੀਂ ਹੈ। ਕੋਈ ਆਪਾਂ ਕਹਿ ਨਹੀਂ ਦਿੰਦੇ ਕੋਈ ਯਾਰ ਇਹ ਗੱਲਾਂ ਬਹੁਤ ਕਰਦਾ ਹੈ, ਇਹਦਾ ਜ਼ੁਬਾਨ ਤੇ ਸੰਜਮ ਨਹੀਂ ਹੈਗਾ, ਕੰਟਰੋਲ ਨਹੀਂ ਹੈਗਾ। ਕੋਈ ਚੀਜ਼ ਜਿੱਦਾਂ ਮਤਲਬ ਯਾਰ ਤੁਹਾਡਾ ਪੱਖਾ ਦੀ ਲੋੜ ਪਈ, ਪੱਖਾ ਚਾਲੂ ਕੀਤਾ, ਨਹੀਂ ਲੋੜ ਪਈ ਤੇ ਬੰਦ ਕਰ ਦੋ। ਹੁਣ ਪੱਖਾ ਆਪਣੇ ਆਪ ਹੀ ਚੱਲੀ ਜਾਵੇ ਤੇ ਫਿਰ ਸੰਜਮ ਤਾਂ ਨਾ ਹੋਇਆ ਨਾ, ਉਹ ਤਾਂ ਲੋੜ ਤੋਂ ਜ਼ਿਆਦਾ ਚੀਜ਼ ਚੱਲ ਰਹੀ ਹੈ ਨਾ। ਠੀਕ ਹੈ ਜੀ। ਇਹ ਸੰਜਮ ਤੁਹਾਡੇ ਅੰਦਰ ਇੱਕ ਅਵਸਥਾ ਬਣੇਗੀ। ਉਹਦਾ ਮਤਲਬ ਇਹੋ ਹੀ ਆ ਕਿ ਤੁਸੀਂ ਜੋ ਕਰੋਗੇ ਉਸ ਕਰਨ ਤੋਂ ਬਾਅਦ ਤੁਹਾਡੇ ਚਿੱਤ ਦੇ ਵਿੱਚ ਕੋਈ ਹੋਰ ਤਰੰਗ ਨਹੀਂ ਪੈਦਾ ਹੋਣੀ, ਕਿਉਂਕਿ ਚੀਜ਼ ਸੰਜਮ ਚ ਆ ਚੁੱਕੀ ਹੈ, ਆਪਣੀ ਅਵਸਥਾ ਚ ਆ ਚੁੱਕੀ ਹੈ। ਜਿੱਦਾਂ ਤੁਸੀਂ ਕੰਮ ਕੀਤਾ, ਕੰਮ ਕਰਨ ਤੋਂ ਬਾਅਦ ਚੀਜ਼ ਆਟੋਮੈਟਿਕਲੀ ਆਪਣੀ ਜਗ੍ਹਾ 'ਚ ਵਾਪਸ ਚੱਲ ਗਈ। ਠੀਕ ਹੈ ਜੀ, ਅੱਗੇ ਚਲੋ ਨਿਜਰ ਸਾਹਿਬ। ਹਰ ਨਾਮ ਤਾਣ, ਹਰ ਨਾਮ ਦੀਵਾਨ, ਹਰ ਨਾਮੋ ਰੱਖ ਕਰਾਵੇ। ਕਹਿੰਦੇ ਪਰਮੇਸ਼ਰ ਦਾ ਨਾਮ ਹੀ ਉਹਨਾਂ ਦਾ ਤਾਕਤ ਆ ਪਾਏ, ਤਾਣ ਉਹਨਾਂ ਦਾ ਆਸਰਾ। ਪਰਮੇਸ਼ਰ ਦਾ ਨਾਮ ਹੀ ਉਹਨਾਂ ਦਾ ਦੀਵਾਨ ਆ। ਮਾਲਕ ਪਰਮਾਤਮਾ ਦਾ ਨਾਮ ਜੋ ਮਾਲਕ ਕਰਦਾ ਹੈ ਉਹ ਉਹਨਾਂ ਨੂੰ ਮਨਜ਼ੂਰ ਆ। ਹਰ ਨਾਮੋ ਰੱਖ ਕਰਾਵੇ, ਨਾਮ ਹੀ ਉਹਨਾਂ ਦਾ ਰਕਸ਼ਕ ਹੈ। ਭਗਤੀ ਉਹਨਾਂ ਦੀ ਰਕਸ਼ਕ ਆ, ਕਿਉਂਕਿ ਜਿਹਦੀ ਭਗਤੀ ਕਰ ਰਹੇ ਉਹ ਮਾਲਕ ਦੇ ਕੋਲ ਚਾਰਜ ਆ, ਮਾਲਕ ਦੇ ਨਾਲ ਜੁੜੇ ਹੋਏ ਆ ਉਹ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਹਰ ਨਾਮ ਤਾਨ ਆ, ਉਹਨਾਂ ਦੀ ਸ਼ਕਤੀ ਹੈ ਨਾ। ਹਾਂ ਬਿਲਕੁਲ, ਕਿਉਂਕਿ ਉਹ ਜ਼ਿੰਦਗੀ ਦੇ ਬਹੁਤ ਗਹਿਰੇ ਤਲ 'ਚ ਜਾ ਚੁੱਕੇ ਆ ਔਰ ਉਹ ਨਾਮ ਨੂੰ ਛੱਡ ਨਹੀਂ ਸਕਦੇ। ਛੱਡਦੇ ਆ ਤੇ ਉਹਨਾਂ ਦਾ ਬਲ ਖਤਮ ਹੁੰਦਾ ਹੈ। ਤੁਸੀਂ ਵੇਖ ਲਿਓ, ਤੁਸੀਂ ਜਿੱਦਾਂ ਨਹੀਂ ਭਗਤੀ ਕਰਦੇ ਨਾ, ਬਾਣੀ ਕਹਿੰਦੀ ਨਾ ਇੱਕ ਪਲ ਨਾ ਮਿਲਤੇ ਤੇ ਕਲਯੁਗ ਹੋਤਾ। ਕਿਉਂਕਿ ਜਦੋਂ ਇਹ ਪਲ ਦੇ ਵਿੱਚ ਵੀ ਜਦੋਂ ਤੁਹਾਡਾ ਉਹ ਆਤਮਾ ਤੱਤ ਖੋਇਆ ਜਾਂਦਾ ਹੈ ਤੇ ਉਹ ਬਾਣੀ 'ਚ ਵੀ ਕਿਹਾ ਹੈ ਕਿ ਮੈਂ ਜਦੋਂ ਸਾਹ ਲੈਣਾ ਤੇ ਮੇਰਾ ਜਿਹੜਾ ਨਾ ਮੈਂ ਉੱਥੇ ਟੁੱਟ ਜਾਂਦਾ। ਕਹਿਣ ਤੋਂ ਭਾਵ ਕਿੱਦਾਂ ਮੈਂ ਕਹਾਂ, ਜਦੋਂ ਆਪਾਂ ਗੱਡੀ ਚਲਾਉਂਦੇ ਆ, ਕਾਰ ਚਲਾਉਂਦੇ ਆ ਨਾ, ਤੁਸੀਂ ਕਾਰ ਚਲਾਉਂਦੇ ਵਕਤ ਇੱਧਰ ਉੱਧਰ ਧਿਆਨ ਨਹੀਂ ਕਰ ਸਕਦੇ। ਖੜੋਗੇ ਤੇ ਕੀ ਹੋਊਗਾ, ਉਹ ਗੱਡੀ ਏਡੀ ਵਧੀਆ ਨਹੀਂ ਰਹੂਗੀ। ਤੁਹਾਡੇ ਮਗਲੇ ਬੰਦੇ ਨੂੰ ਪਤਾ ਲੱਗ ਜਾਣਾ, ਜਿਹੜਾ ਡਰਾਈਵਰ ਦੂਜਾ ਗੱਡੀ ਚਲਾ ਰਿਹਾ ਉਹਨੂੰ ਪਤਾ ਲੱਗ ਜਾਣਾ ਕਿ ਬੰਦੇ ਨੇ ਕੁਛ ਕੀਤਾ ਹੈ ਤੇ ਗੱਡੀ ਥੋੜੀ ਜਿਹੀ ਅੱਗੇ ਪਿੱਛੇ ਹੋ ਗਈ ਹੈ, ਸਟੀਅਰਿੰਗ 'ਚ ਥੋੜਾ ਫਰਕ ਪਿਆ। ਤੁਸੀਂ ਕੈਸਟ ਵੀ ਨਹੀਂ ਚੇਂਜ ਕਰ ਸਕਦੇ ਕਿਉਂਕਿ ਤੁਹਾਡਾ ਧਿਆਨ ਜਿਹੜਾ ਸੜਕ ਤੇ ਚਾਹੀਦਾ ਹੈ। ਬਿਲਕੁਲ, ਤੁਹਾਡਾ 100% ਫੋਕਸ ਉੱਥੇ ਚਾਹੀਦਾ ਹੈ। ਇਸ ਕਰਕੇ ਹੀ ਭਗਤੀ ਦੇ ਵਿੱਚ ਵੀ ਜਿਹੜਾ ਫੋਕਸ ਹੈ ਨਾ ਉਹ ਤੁਹਾਡੇ ਮਨ ਦਾ ਹੈ। ਤੁਹਾਡਾ ਮਨ, ਕਿਉਂਕਿ ਮਨ ਦੇ ਥਰੂ ਤੁਸੀਂ ਦੇਖਣਾ ਹੈ ਉਸ ਆਤਮਾ ਤੱਤ ਨੂੰ।
ਕਿਉਂਕਿ ਆਤਮਾ ਨੂੰ ਦੇਖਣ ਦੇ ਲਈ ਜਿਹੜਾ ਗਲਾਸ ਹੈ ਨਾ, ਜਿਹੜੀ ਐਨਕ ਹੈ, ਨਿਜਰ ਸਭ ਤੁਹਾਡਾ ਮਨ ਆ। ਬਿਲਕੁਲ। ਤੇ ਜਦੋਂ ਮਨ ਵਿਚਾਰਾਂ 'ਚ ਚੱਲ ਜਾਂਦਾ ਫਿਰ ਉਹ ਐਨਕ ਜਿਹੜੀ ਧੁੰਦਲੀ ਹੋ ਗਈ, ਉਹ 'ਚ ਕੁਝ ਨਹੀਂ ਦੇ ਸਕਦੇ ਤੁਸੀਂ। ਕਿਉਂਕਿ ਆਤਮਾ ਨੂੰ ਦੇਖਣ ਦਾ ਤੇ ਆਤਮਾ ਤੱਕ ਪਹੁੰਚਣ ਦਾ ਜਿਹੜਾ ਸਰੀਰ ਤੇ ਆਤਮਾ ਦੇ ਵਿਚਕਾਰ ਜਿਹੜਾ ਗੈਪ ਆ ਉਹ ਮਨ ਦਾ ਹੈ। ਮਨ ਕਨੈਕਟਰ ਆ, ਉਹ ਮਨ ਦੇ ਵਿੱਚੋਂ ਦੀ ਤੁਸੀਂ ਦੇਖਣਾ ਇਹਨੂੰ। ਬਿਲਕੁਲ ਸਹੀ, ਮਨ ਦੇ ਅੰਦਰ ਆ ਤੇਰੀ ਆਤਮਾ। ਹਾਂ, ਇਹ ਲਿਖਿਆ ਹੋਣਾ, ਪਹਿਲਾਂ ਬਾਣੀ 'ਚ ਲਿਖਿਆ ਵੀ ਆ। ਬਿਲਕੁਲ ਸਹੀ ਹੈ। ਹਾਂ, ਇਹ ਦੇਖਣਾ ਸੁਰਤ ਦੇ ਨਾਲ ਆ। ਸੁਰਤ ਜਿਹੜੀ ਮਨ ਦੇ ਵਿੱਚ ਦੀ ਜਾਊਗੀ, ਮਨ ਨੂੰ ਵਿੰਨੂਗੀ, ਤਾਂ ਆਤਮਾ ਤੱਕ ਪਹੁੰਚਾਂਗੇ। ਹਾਂ ਬਿਲਕੁਲ ਠੀਕ ਹੈ ਜੀ। ਇਹ ਬਹੁਤ ਬਰੀਕ ਮੈਟਰ ਆ। ਵੈਸੇ ਤੁਸੀਂ ਭਗਤੀ ਕਰੋਗੇ ਤੁਹਾਨੂੰ ਆਪੇ ਪਤਾ ਲੱਗ ਜਾਣਾ। ਜਿੱਦਾਂ ਇੱਕ ਦਿਨ 'ਚ ਕੋਈ ਬ੍ਰਿਗੇਡੀਅਰ ਜਾਂ ਬੈਰਿਸਟਰ ਨਹੀਂ ਬਣ ਜਾਂਦਾ, ਉਸੇ ਹੀ ਤਰ੍ਹਾਂ ਤੁਸੀਂ ਇੱਕ ਦਿਨ 'ਚ ਬ੍ਰਹਮ ਗਿਆਨੀ ਨਹੀਂ ਬਣ ਸਕਦੇ। ਹਰ ਦਿਨ ਤੁਹਾਨੂੰ ਉਸ ਅਵਸਥਾ 'ਚ ਜਾ ਕੇ ਬਾਰ-ਬਾਰ ਨਾਮ ਜਪਣਾ ਪਊਗਾ। ਨਿਤ ਜਪੀਏ ਨਾਮ, ਕਿਉਂ? ਕਿਉਂਕਿ ਹਰ ਦਿਨ ਉਧਰ ਗਤੀ ਕਰਨੀ ਪਊਗੀ। ਅੱਗੇ ਚੱਲੀਏ ਨਿਜਰ ਸਾਹਿਬ। ਹਾਂਜੀ ਹਾਂਜੀ ਵੀਰ ਜੀ। ਹੁਣ ਆ ਸਤਿਗੁਰੂ ਦੀ ਕੁਆਲਿਟੀ ਦੱਸਤੀ ਬ੍ਰਹਮ ਗਿਆਨੀਆਂ ਦੀ। ਹੁਣ ਜਿਹੜਾ ਵੀ ਇਹਨਾਂ ਤੋਂ ਬ੍ਰਹਮ ਗਿਆਨ ਲਊਗਾ, ਜੋ ਚਿੱਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੈ। ਉਹਨੂੰ ਉਹਦੀ ਪ੍ਰਾਪਤੀ, ਉਹਨੂੰ ਆਤਮਿਕ ਯਾਤਰਾ ਹੋਣੀ ਹੈ ਭਾਈ। ਉਹਦੇ ਅੰਦਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਪ੍ਰਗਟ ਹੋਣਾ ਹੈ। ਜਿਹੜਾ ਵੀ ਮਨ ਲਗਾ ਕੇ ਜਿਹੜਾ ਹੈਗਾ ਚਿੱਤ ਲਗਾ ਕੇ ਪੂਜੇ ਗੁਰਮੂਰਤ, ਆ ਬ੍ਰਹਮ ਗਿਆਨੀ ਜਿਹੜੇ ਹੈਗੇ ਇਹਦਾ ਪੂਜਣਾ ਕੀ ਹੈਗਾ? ਉਹਨਾਂ ਦੇ ਅਨੁਸਾਰ, ਉਹਨਾਂ ਦੇ ਗਿਆਨ ਦੇ ਅਨੁਸਾਰ ਗਿਆਨ ਲੈ ਕੇ ਜਿਹੜਾ ਉਸ ਡਾਇਰੈਕਸ਼ਨ ਦੇ ਵਿੱਚ ਉਸ ਗਿਆਨ ਨੂੰ ਕਮਾਉਂਦਾ ਹੈਗਾ। ਕਹਿੰਦੇ ਉਹਦੀ ਮਨ ਦੀ ਇੱਛਾ ਪੂਰੀ ਹੋ ਜਾਏਗੀ ਭਾਈ। ਉਹਦਾ ਜਿਹੜਾ ਹੈਗਾ ਕੰਟਰੋਲ ਆ ਜਾਏਗਾ, ਉਹਦਾ ਵੀ ਮਨ 'ਤੇ ਕੰਟਰੋਲ ਆ ਜਾਏਗਾ। ਉਹ ਵੀ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਨਾਲ ਜੁੜ ਜਾਏਗਾ। ਉਹਦੇ ਵੀ ਵਿਚਾਰ ਬੰਦ ਹੋ ਜਾਣਗੇ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੇ। ਇਸ ਤੋਂ ਉਲਟ ਜਿਹੜਾ ਹੈਗਾ, ਜਿਹੜਾ ਬ੍ਰਹਮ ਗਿਆਨੀਆਂ ਦੀ ਨਿੰਦਾ ਕਰਦਾ ਹੈ ਤੇ ਫਿਰ ਭਾਈ ਕਹਿੰਦੇ ਆ ਉਹ ਮਾਲਕ ਪਰਮਾਤਮਾ ਕਰਤਾ, ਜਿਹੜਾ ਉਹਦਾ ਕਾਨੂੰਨ ਐਸਾ ਹੈਗਾ ਕਿ ਉਹਨੇ ਜਿਹੜਾ ਹੈਗਾ ਆਤਮਿਕ ਮੌਤ ਮਰਨਾ ਹੀ ਮਰਨਾ ਹੈ ਔਰ ਜੂਨਾਂ ਦੇ ਵਿੱਚ ਜਾਣਾ ਹੀ ਜਾਣਾ ਹੈਗਾ। ਔਰ ਜੂਨਾਂ ਵੀ ਬਹੁਤ ਘਟੀਆ ਜੂਨਾਂ ਦੇ ਵਿੱਚ ਜਾਣਾ ਹੈਗਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੇ। ਫਿਰ ਉਹ ਵੇਲਾ ਹੱਥ ਨਾ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ। ਕਹਿੰਦੇ ਉਹਨੇ ਆਪ ਕੀਤੀ ਹੈ ਨਿੰਦਾ ਭਾਈ। ਜਿੱਥੋਂ ਬਖਸ਼ਣਾ ਸੀਗਾ, ਜਿੱਥੋਂ ਬਖਸ਼ਿਆ ਜਾਣਾ ਸੀਗਾ, ਉਸ ਉਹਨਾਂ ਦੀ ਨਿੰਦਾ ਕਰਤੀ ਹੈ। ਹੁਣ ਉਸ ਤੋਂ ਆਪਸ਼ਨ ਹੀ ਨਹੀਂ ਰਹਿ ਗਿਆ ਕੋਈ। ਫਿਰ ਉਹ ਵੇਲਾ ਉਸ ਹੱਥ ਨਾ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ। ਕਹਿੰਦੇ ਆਪਣਾ ਬੀਜਿਆ ਭਾਈ, ਉਹਨੇ ਆਪ ਨਿੰਦਾ ਕੀਤੀ ਹੈ ਤੇ ਉਹਨੂੰ ਭੁਗਤਣਾ ਪੈਣਾ ਹੈ। ਤੇ ਨਰਕ ਘੋਰ ਮੂੰਹ ਕਾਲੇ ਖੜਿਆ, ਜਿਉਂ ਤਸਕਰ ਪਾਏ ਗਲਾਵੇ। ਕਹਿੰਦੇ ਘੋਰ ਨਰਕ ਦੇ ਵਿੱਚ ਲੈ ਕੇ ਜਾਂਦੇ ਆ ਭਾਈ, ਜੂਨਾਂ ਦੇ ਵਿੱਚ। ਜਿਸ ਤਰ੍ਹਾਂ ਗਲੇ ਦੇ ਵਿੱਚ ਜਿਹੜਾ ਹੈਗਾ ਫੰਦਾ ਫਾਹੀ ਪਾ ਕੇ ਜਿਹੜਾ ਹੈਗਾ ਚੋਰ ਨੂੰ ਲੈ ਕੇ ਜਾਈਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਦੇਖੋ, ਇਹ ਬਾਰ-ਬਾਰ ਉਹ ਕਹਿੰਦੇ ਨੇ ਕਿ ਜਿੱਥੋਂ ਗਿਆਨ ਮਿਲਦਾ ਹੈ ਉੱਥੇ ਤੁਹਾਡੀ ਸ਼ਰਧਾ ਹੋਣੀ ਬੜੀ ਜ਼ਰੂਰੀ ਹੈ। ਉਹਦਾ ਕਾਰਨ ਪਤਾ ਕੀ ਹੈ? ਉਹਦਾ ਕਾਰਨ ਇੱਕ ਬਹੁਤ ਵੱਡਾ। ਤੁਸੀਂ ਕਿਸੇ ਟੀਚਰ ਤੋਂ ਗਿਆਨ ਪ੍ਰਾਪਤ ਕੀਤਾ ਹੈ, ਕਈ ਵਾਰੀ ਆਪਾਂ ਉਹਦੇ ਗੋਡਿਆਂ ਨੂੰ ਹੱਥ ਲਾਉਂਦੇ ਹਾਂ। ਸਾਡੇ ਨਾ ਉਸਤਾਦ ਸਨ ਨਿੱਜਰ ਸਾਹਿਬ, ਹੁਣ ਤੇ ਨਹੀਂ ਲਾਉਂਦੇ, ਲੋਕੀ ਬਦਲ ਗਏ ਆ। ਅਸੀਂ ਉਹਨਾਂ ਨੂੰ ਕਦੇ ਮਿਲ ਜਾਣਾ ਤੇ ਅਸੀਂ ਉਹਨਾਂ ਨੂੰ ਕਹਿਣਾ, ਭਾਵੇਂ ਥੋੜਾ ਹੀ ਪੜ੍ਹਾਇਆ ਸੀ ਵਿਚਾਰਿਆਂ ਨੇ, ਸਾਨੂੰ ਕੁੱਟਿਆ ਤੇ ਬਹੁਤ ਸੀ, ਪੜ੍ਹੇ ਹੀ ਘੱਟ ਹੀ ਹਾਂ। ਅਸੀਂ ਉਹਨਾਂ ਦੇ ਗੋਡੇ ਨੂੰ ਹੱਥ ਲਾਉਣਾ। ਜਦੋਂ ਆਪਾਂ ਗੋਡੇ ਨੂੰ ਹੱਥ ਲਾਉਣੇ, ਇਹਦਾ ਮਤਲਬ ਨਹੀਂ ਹੈ ਕਿ ਆਪਾਂ ਕੁਛ ਮਤਲਬ ਕੁਛ ਉਹਨਾਂ ਨੂੰ ਚਾਪਲੂਸੀ ਕਰ ਰਹੇ ਹਾਂ। ਉਹਦਾ ਮਤਲਬ ਤੇ ਇਹੋ ਹੀ ਹੈ ਕਿ ਉਹ ਬੰਦਾ ਜਿਹੜਾ ਸਾਨੂੰ ਗਿਆਨ ਦੇ ਰਿਹਾ ਨਾ, ਉਹਦੇ ਲਫ਼ਜ਼ਾਂ ਦੇ ਵਿੱਚ ਸਾਡਾ ਕਮਿਊਨੀਕੇਸ਼ਨ ਵਧੀਆ ਹੋ ਜਾਊਗਾ। ਬਿਲਕੁਲ, ਕਿਉਂਕਿ ਸ਼ਰਧਾ ਆ ਗਈ ਨਾ। ਦੇਖੋ, ਇਹ ਕਿਉਂ ਕਹਿੰਦੇ ਨੇ ਕਿ ਉਹਨਾਂ ਨੂੰ ਹੱਥ ਲਾਉਣਾ ਜ਼ਰੂਰੀ ਹੈ? ਕਿਉਂਕਿ ਉਹ ਦੇਖੋ ਇੱਕ ਫੁੱਲ ਹੈ, ਬਾਣੀ ਇੱਕ ਫੁੱਲ ਹੈ, ਔਰ ਉਹ ਫੁੱਲ ਦੇ ਵਿੱਚ ਮਹਿਕ ਬੜੀ ਜ਼ਰੂਰੀ ਹੈ। ਕਿਉਂਕਿ ਉਹ ਅਗਲਾ ਬੰਦਾ ਇਕੱਲੇ ਲਫ਼ਜ਼ ਨਹੀਂ ਤੁਹਾਨੂੰ ਭੇਜਣ ਦਿਆ, ਆਪਣੀ એનર્ਜੀ ਵੀ ਤੁਹਾਡੇ ਅੰਦਰ ਟਰਾਂਸਮਿਟ ਕਰ ਰਿਹਾ। ਔਰ ਜੇ ਤੁਹਾਡੀ ਸ਼ਰਧਾ ਨਹੀਂ ਹੈ, ਅੱਖਰ ਤੁਹਾਡੇ ਕੋਲ ਜ਼ਰੂਰ ਪਹੁੰਚਣਗੇ, ਪਰ ਉਹ એનર્ਜੀ ਜਿਹੜੀ ਫ੍ਰੀ ਚ ਆਉਂਦੀ ਆ, ਉਹ ਖੁਸ਼ਬੂ ਨਹੀਂ ਆਉਣੀ। ਇਸ ਕਰਕੇ ਬਹੁਤ ਇੰਪੋਰਟੈਂਟ ਹੈ ਸ਼ਰਧਾ ਹੋਣੀ। ਹਾਂਜੀ ਨਿਜਰ ਸਾਹਿਬ। ਹਾਂ, ਤੇ ਜਿਹੜੇ ਨਿੰਦਾ ਕਰਦੇ ਆ ਫਿਰ ਭਾਈ, ਫਿਰ ਉਹ ਸੋਰਸ ਨੂੰ ਹੀ ਜਿਹੜਾ ਹੈਗਾ, ਤੁਸੀਂ ਸੋਰਸ ਨੂੰ ਹੀ ਨਿੰਦਾ ਕਰੀ ਜਾ ਰਹੇ ਹੋ। ਤੇ ਫਿਰ ਤੇ ਹੋਰ ਕਿਤੇ ਤਾਂ ਕੋਈ ਡਾਕਟਰ ਨੂੰ ਨਿੰਦਾ ਕਰਕੇ ਤੇ ਚਾਂਸ ਹੀ ਨਹੀਂ ਹੈ ਆਪਣਾ। ਫਿਰ ਉਹ ਸਮਾਂ ਚਲੇ ਜਾਣਾ। ਹਾਂ, ਉਹਦੇ ਵਿੱਚ ਫਿਰ ਮੁਸ਼ਕਲ ਹੋ ਜਾਏਗੀ, ਕਿਉਂਕਿ ਤੁਸੀਂ ਉਹ ਬੰਦਾ ਥੋੜੀ ਨਿੰਦਿਆ, ਤੁਸੀਂ ਸੱਚ ਨੂੰ ਨਿੰਦ ਕੇ ਰਾਤਾ ਵਾ। ਸੱਚ ਨੂੰ ਤੁਸੀਂ ਰੱਬ ਨੂੰ ਮਾੜਾ ਚੰਗਾ ਬੋਲੋਗੇ ਤੇ ਉਹ ਬੜਾ ਸੋਭਾ ਦਾ ਕੰਮ ਹੈ। ਦੇਖ ਲਓ।
ਤੇ ਜੇ ਕੋਈ ਸੱਚਾ ਬੰਦਾ ਹੈਗਾ ਤੇ ਉਹ ਕੀ ਆ, ਉਹ ਵੀ ਰੱਬ ਹੀ ਹੈ ਨਿੱਕਾ ਜਿਹਾ। ਬਿਲਕੁਲ ਸਹੀ ਗੱਲ ਆ। ਆ ਤੇ ਉਹਨੂੰ ਗਾਲਾਂ ਕੱਢੀ ਜੋ ਬਸ, ਸੜ ਗਿਆ ਤੁਹਾਡਾ, ਤੁਹਾਡੇ ਪੁੰਨ ਪੰਨ ਸਾਰੇ ਸੜ ਕੇ ਸਵਾਹ ਹੋ ਜਾਣੇ। ਬਿਲਕੁਲ ਇਸ ਕਰਕੇ ਕਹਿੰਦੇ ਐਵੇਂ ਬਿਨਾਂ ਵਿਚਾਰ ਕੀਤੇ ਐਵੇਂ ਨਾ ਕਿਸੇ ਦੀ ਨਿੰਦਿਆ ਕਰੋ, ਪਰ ਲੋਕੀ ਬੋਲਣ ਨਹੀਂ ਹਟਦੇ। ਉਹ ਫਿਰ ਬਹੁਤ ਤੁਹਾਨੂੰ, ਜੇ ਤੁਸੀਂ ਮਾੜਾ ਜਿਹਾ ਗਲਤ ਬੋਲਣਾ ਸ਼ੁਰੂ ਕਰਤਾ ਨਾ, ਤੁਸੀਂ ਉਹ ਉਸ ਚੰਗੀ ਜਗ੍ਹਾ ਤੋਂ ਹੀ ਦੂਰ ਹੋ ਜਾਣਾ। ਪ੍ਰਕਿਰਤੀ ਨੇ ਤੁਹਾਨੂੰ ਧੱਕ ਕੇ ਪਤਾ ਨਹੀਂ ਕਿੱਥੇ ਲੈ ਜਾਣਾ। ਇਹ ਸੱਚ ਆ, ਇਹ ਸੱਚ ਆ, ਮੈਂ ਬਿਲਕੁਲ ਦੇਖਿਆ। ਇੱਥੇ ਗਰੁੱਪ ਆਪਣੇ ਚ ਕੁਝ ਬੰਦੇ ਸੀ, ਪਤਾ ਨਹੀਂ ਕਿੱਥੇ ਚਲ ਗਏ। ਉਹਨਾਂ ਨੂੰ ਪ੍ਰਕਿਰਤੀ ਨੇ ਬਾਹਰ ਕੱਢਤਾ, ਬਿਲਕੁਲ ਕੱਢਤਾ। ਬੜਾ ਹੈਰਾਨ ਹੁੰਦਾ ਮੈਂ ਕਿ ਕਾਫੀ ਟਾਈਮ ਤੋਂ ਸੀ ਉਹ ਰਹਿੰਦੇ ਤੇ ਚੰਗਾ ਸੀ, ਉਹਨਾਂ ਦਾ ਭਲਾ ਹੋ ਜਾਣਾ ਸੀ, ਪਰ ਨਹੀਂ, ਕੁਦਰਤ ਨਹੀਂ ਬਖਸ਼ਦੀ ਨਜ਼ਰ ਸਾਹਿਬ, ਕੱਢ ਦਿੰਦੀ ਬਾਹਰ। ਕਿਉਂਕਿ ਉਹ ਮਾਹੌਲ ਖਰਾਬ ਕਰ ਰਹੇ ਸੀ, ਕੁਛ ਏਦਾਂ ਦਾ ਕੰਮ ਕਰ ਰਹੇ ਸੀ ਜਿਹਦੇ ਕਰਕੇ ਇਹ ਇਸ ਧਾਰਾ ਦੇ ਵਿੱਚ ਪ੍ਰੋਬਲਮ ਆ ਰਹੀ ਸੀ। ਤੇ ਪ੍ਰਕਿਰਤੀ ਨੇ ਆਪਣੇ ਆਪ ਇਹਨਾਂ ਨੂੰ ਬਾਹਰ ਕੱਢਤਾ। ਆਪ ਜਸਟ ਸੋਚੋ ਸੰਗਤ ਜੀ, ਕਿਸੇ ਨੇ ਕੁਛ ਨਹੀਂ ਕਿਹਾ ਕਿਸੇ ਨੂੰ, ਆਪੇ ਚਲ ਗਏ ਉਹ, ਕਿਉਂਕਿ ਉਹ ਕੁਝ ਏਦਾਂ ਦਾ ਕਰ ਰਹੇ ਸੀ ਤੇ ਉਹ ਹੁਣ ਉਹਨਾਂ ਨੂੰ ਪਤਾ ਕੀ ਕਰ ਰਹੇ ਸੀ, ਉੱਪਰ ਨਹੀਂ ਪ੍ਰਕਿਰਤੀ ਨੂੰ ਮਨਜ਼ੂਰ। ਇਸੇ ਕਰਕੇ ਜੇਕਰ ਤੁਸੀਂ ਉਹ ਤੁਹਾਡੀ ਭਾਵਨਾ ਨਹੀਂ ਹੈਗੀ, ਤੁਹਾਡੀ ਸ਼ਰਧਾ ਕੋਈ ਨਹੀਂ ਉੱਥੇ ਹੈਗੀ, ਤੇ ਤੁਹਾਨੂੰ ਵਕਤ ਨੇ ਤੁਹਾਨੂੰ ਆਪੇ ਬਾਹਰ ਕੱਢ ਦੇਣਾ ਉੱਥੋਂ। ਤੁਸੀਂ ਉੱਥੇ ਬਹਿ ਨਹੀਂ ਸਕਦੇ ਜ਼ਿਆਦਾ ਚਿਰ, ਪੱਲੇ ਵੀ ਸਫੋਕੇਸ਼ਨ ਲੱਗੇ। ਹਾਂ, ਪੱਲੇ ਵੀ ਕੁਛ ਨਹੀਂ ਪੈਣਾ ਗੋਰਖੀ ਸਾਹਿਬ, ਫਿਲਟਰ ਤਾਂ ਬੰਦ ਆ। ਹਾਂ ਨਹੀਂ, ਉਹ ਗ੍ਰਹਿਣ ਨਹੀਂ ਹੋਣਾ। ਤੁਸੀਂ ਛੇਕ ਬੰਦ ਕੀਤਾ ਜਿੱਥੋਂ ਅੰਮ੍ਰਿਤ ਆਉਣਾ ਸੀ, ਬਸ ਠੀਕ ਹੈ ਜੀ। ਇਸ ਕਰਕੇ ਕਹਿੰਦੇ ਨਿੰਦਿਆ ਤੋਂ ਬਚੋ। ਨਿੰਦਿਆ ਵੈਸੇ ਵੀ ਨਹੀਂ ਕਰਨੀ ਚਾਹੀਦੀ, ਮਾੜਾ ਉਗਣਿਆ। ਪਰ ਇਹ ਆ ਕਿ ਜੇ ਕੋਈ ਕਿਸੇ ਦਾ ਮਤਲਬ ਉੱਥੇ ਕੋਈ ਤੁਹਾਡੇ ਕੋਲ ਪੁੱਛਣਾ ਹੈ ਕਿ ਵੀ ਇਹ ਬੰਦਾ ਕਿੱਦਾਂ ਦਾ, ਉੱਥੇ ਉਹ ਸੱਚ ਦੱਸੋ ਕਿ ਬੰਦਾ ਕਿੱਦਾਂ ਦਾ। ਉਹ ਨਿੰਦਿਆ ਨਹੀਂ ਹੈਗੀ, ਕਿਉਂਕਿ ਤੁਹਾਡੇ ਕੋਲ ਪੁੱਛਣਾ ਹੈ ਅਗਲਾ, ਬਿਲਕੁਲ, ਕਿ ਬੱਚਾ ਜਾਂ ਬੱਚੀ ਕਿੱਦਾਂ ਦੀ ਹੈਗੀ ਹੈ। ਤੁਸੀਂ ਦੱਸੋ ਕਿ ਬਈ ਹਾਂ ਮੈਂ ਇਹਨੂੰ ਜਾਣਦਾ ਵਾਂ ਜਾਂ ਮੈਂ ਇਹਨੂੰ ਜਾਣਦੀ ਹਾਂ, ਇਹ ਕਿੱਦਾਂ ਦਾ ਬੱਚਾ ਵਾ। ਠੀਕ ਹੈ ਜੀ, ਤੁਸੀਂ ਆਪਣਾ ਰਿਸ਼ਤਾ ਜੋੜੋ। ਜੇ ਉਹਦੇ ਚ ਕੋਈ ਮਾੜਾ ਦੋਸ਼ ਹੈਗਾ ਤੇ ਤੁਹਾਡਾ ਫਰਜ਼ ਬਣਦਾ ਹੈ ਦੱਸਣਾ, ਕਿਉਂਕਿ ਉਹ ਤੁਹਾਡੇ ਕੋਲ ਪੁੱਛਣਾ ਹੈ। ਔਰ ਜੇ ਤੁਸੀਂ ਉਹਦੇ ਦੋਸ਼ ਨੂੰ ਲੁਕਾ ਦਿੱਤਾ, ਝੂਠ ਬੋਲ ਦਿੱਤਾ, ਉਹ ਬੰਦਾ ਅਮਲੀ ਹੈ, ਤੇ ਉਹ ਫਿਰ ਤੁਸੀਂ ਕਹਿ ਦੇ ਕਿ ਬੜਾ ਵਧੀਆ ਬੰਦਾ ਹੈ, ਪਰ ਤੁਹਾਨੂੰ ਤਾਂ ਪਤਾ ਸੀ ਉਹ ਬੰਦਾ ਨਸ਼ਾ ਪੱਤਾ ਕਰਦਾ ਹੈ, ਮਾੜਾ ਨਸ਼ਾ ਕਰਦਾ ਹੈ, ਪਰ ਉਹ ਦੋਸ਼ ਹੋ ਗਿਆ ਜੀ। ਉਹ ਨਿੰਦਿਆ ਨਹੀਂ ਹੈਗੀ, ਉਹ ਤੁਸੀਂ ਸੱਚ ਨੂੰ ਕਵਰ ਕਰਤਾ। ਤੁਸੀਂ ਇਹ ਦੱਸੋ ਕਿ ਬਈ ਮੈਨੂੰ ਨਹੀਂ ਪਤਾ, ਪਰ ਪੁੱਛ ਲਓ ਕਿ ਏਦਾਂ ਗੱਲ ਸੁਣੀ ਹੈ। ਤੁਸੀਂ ਡਾਇਰੈਕਟ ਨਾ ਕਹੋ, ਕਿ ਤੁਸੀਂ ਆਪਣਾ ਨਾ ਵੈਰੀਫਾਈ ਕਰੋ। ਠੀਕ ਹੈ ਜੀ। ਸੋ ਇਹ ਗੱਲਾਂ ਹੈਗੀਆਂ ਨੇ। ਨਿੰਦਿਆ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਹੁਣ ਕੋਈ ਗਲਤ ਨੂੰ ਗਲਤ ਨਹੀਂ ਕਹਿਣਾ, ਗਲਤ ਨੂੰ ਗਲਤ ਕਹਿਣਾ ਹੈ, ਕਿਉਂਕਿ ਉਹ ਸਾਡੀ ਜੌਬ ਹੈ। ਨਿੰਦਿਆ ਦਾ ਮਤਲਬ ਕਿ ਆਪਾਂ ਕਿਸੇ ਸਹੀ ਬੰਦੇ ਦੀ ਨਿੰਦਿਆ ਨਹੀਂ ਕਰਨੀ। ਠੀਕ ਹੈ ਨਜਰ ਸਾਹਿਬ। ਹਾਂ, ਤਨਵੀਰ ਕੌਰ ਜੀ, ਤੁਸੀਂ ਨਾ ਤੁਹਾਡਾ ਪੰਜੇ ਦਾ ਨਿਸ਼ਾਨ ਆ ਰਿਹਾ, ਉਹਨੂੰ ਬੰਦ ਕਰ ਦਿਓ। ਤਨਵੀਰ ਕੌਰ। ਹਾਂਜੀ, ਅੱਗੇ ਚਲੀ ਨਜਰ ਸਾਹਿਬ। ਨਰਕ ਘੋਰ ਮੂੰਹ ਕਾਲੇ ਖੜਿਆ, ਜਿਉਂ ਤਸਕਰ ਪਾਏ ਗਲਾਵੇ। ਇਸ ਤਰ੍ਹਾਂ ਜੂਨਾਂ ਦੇ ਵਿੱਚ ਚਲੇ ਜਾਂਦਾ ਹੈ ਜੀ। ਘੋਰ ਨਰਕ ਦੇ ਵਿੱਚ ਕਹਿੰਦੇ, ਘੋਰ ਨਰਕ ਬਹੁਤ ਹੀ ਜਿਹੜੀਆਂ ਹੈਗੀਆਂ ਔਖੀਆਂ ਜੂਨਾਂ ਦੇ ਵਿੱਚ। ਤੇ ਜਿਸ ਤਰ੍ਹਾਂ ਤੇ ਜਿਹੜਾ ਤਸਕਰ ਜਿਹੜਾ ਹੁੰਦਾ, ਚੋਰ ਹੁੰਦਾ ਹੈ, ਉਹਨੂੰ ਗਲ ਤੋਂ ਫੜ ਕੇ ਲੈ ਜਾਂਦੇ ਆ ਫਾਹੀ ਪਾ ਕੇ, ਉਸੇ ਤਰੀਕੇ ਦੇ ਨਾਲ ਭਾਈ ਧਰਮਰਾਜ ਬਿਠਾਇਆ ਹੋਇਆ, ਜਮਦੂਤ ਹੈਗੇ ਆ। ਜੋ ਵੀ ਸਿਸਟਮ ਹੈ ਪਰਮਾਤਮਾ ਦਾ, ਉਸ ਦੇ ਅਨੁਸਾਰ ਜਿਹੜਾ ਹੈਗਾ 84 ਲੱਖ ਜੂਨਾਂ ਆਪਣੀਆਂ ਅੱਖਾਂ ਦੇ ਸਾਹਮਣੇ ਨਜ਼ਰ ਆਉਂਦੀਆਂ ਹੈ ਭਾਈ। ਫਿਰ ਉਸ ਤੋਂ ਬਾਅਦ ਕੀ ਹੋਊਗਾ ਉਹਦਾ? ਮਹਾਰਾਜ ਅੱਗੇ ਤੱਕ ਜਾ ਰਹੇ ਆ। ਫਿਰ ਸਤਿਗੁਰ ਕੀ ਸਰਣੀ ਪਵੈ, ਫਿਰ ਲਿਖਿਆ ਕਹਿੰਦੇ ਦੁਬਾਰਾ ਮਨੁੱਖ ਜੂਨ ਮਿਲੇਗੀ ਭਾਈ ਉਹਨੂੰ। ਉਹਦਾ ਇਸ ਤਰ੍ਹਾਂ ਹੀ ਤਾਂ ਨਹੀਂ ਨਾ, ਉਹਦਾ ਵੀ ਉਹ ਐਵੇਂ ਥੋੜ੍ਹੀ ਨਾ ਰਹੂਗਾ। ਫਿਰ ਸਤਿਗੁਰ ਕੀ ਸਰਣੀ ਪਵੈ ਤਾਂ ਉਭਰੈ, ਤਾਂ ਉਹ ਫਿਰ ਉੱਭਰ ਜਾਏਗਾ ਭਾਈ। ਜੇ ਸਰਣੀ ਪੈ ਜਾਏਗਾ, ਕੀ ਸਰਣੀ ਪੈਣਾ ਕੀ ਹੈ? ਜਾਂ ਹਰ ਹਰ ਨਾਮ ਧਿਆਵੈ ਦੇ ਧਿਆਨ 'ਚ ਵਜਾਏਗਾ। ਜੇ ਗੁਰੂ ਦੀ ਗੱਲ ਮੰਨ ਲਏਗਾ ਤਾਂ ਫਿਰ ਉਹਦੇ ਤੇ ਦੁਬਾਰਾ ਬਖਸ਼ਿਸ਼ ਹੋ ਜਾਏਗੀ, ਫਿਰ ਉੱਭਰ ਜਾਏਗਾ ਉਹ। ਹਰ ਬਾਤਾਂ ਆਖ ਸੁਣਾਏ ਨਾਨਕ, ਹਰ ਕਰਤੇ ਏਵੇਂ ਭਾਵੈ। ਕਹਿੰਦੇ ਮੈਂ ਪਰਮਾਤਮਾ ਦੇ ਦਰ ਦੀ ਗੱਲ ਚੌਥੀ ਪਾਤਸ਼ਾਹੀ ਕਹਿ ਰਹੇ ਨਾਨਕ ਨੂੰ, ਕੱਕੇ ਨੂੰ ਔਂਕੜ ਲਗਾ ਕੇ, ਬਈ ਆਪ ਪਰਮੇਸ਼ਰ ਦੇ ਦਰ ਦੇ ਵਿੱਚ ਆਹ ਦਰ ਦੀਆਂ ਗੱਲਾਂ ਮੈਂ ਦੱਸ ਰਿਹਾ ਹੈ ਭਾਈ। ਉਹ ਮਾਲਕ ਪਰਮਾਤਮਾ ਨੂੰ ਐਵੇਂ ਹੀ ਪਾਉਂਦਾ ਹੈ। ਮਾਲਕ ਪਰਮਾਤਮਾ ਨੂੰ ਆਹੀ ਆ ਉਸ ਮਾਲਕ ਪਰਮਾਤਮਾ ਦਾ ਕਾਨੂੰਨ। ਬ੍ਰਹਮ ਗਿਆਨੀ ਸਤਿਗੁਰੂ ਹਮੇਸ਼ਾ ਰਹਿਣਗੇ। ਬਸ ਆਹ ਦੋਨੋਂ ਰਸਤੇ, ਜੇ ਮਾਲਕ ਨੇ ਦੁਨੀਆ ਬਣਾਈ ਹੈ, ਇਹਦੇ ਵਿੱਚ ਭਾਈ ਗਿਆਨ ਦੇਣਾ, ਧਿਆਨ ਜਿਹੜਾ ਹੈਗਾ ਨਿਕਲਣ ਦਾ ਰਸਤਾ ਦੱਸਣਾ, ਇਹ ਵੀ ਮਾਲਕ ਦਾ ਕੰਮ ਹੈਗਾ। ਮਾਇਆ ਦੇ ਵਿੱਚ ਉਲਝਾਇਆ ਤਾਂ ਉਹਨੇ ਹੈ ਹੀ ਹੈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਰਸਤਾ ਵੀ ਉਹਦਾ ਹੈ ਤੇ ਰਸਤਾ ਦਿਖਾਉਣਾ ਵੀ ਉਹਨੇ ਆਪ ਹੀ ਹੈ। ਹਾਂ,
ਤੇ ਦਿਖਾਉਣ ਦੇ ਲਈ ਸਾਧਨ ਕੀ ਆ? ਸਾਧ ਸੰਗਤ। ਬਸ। ਸੰਗਤ ਕਰਨੀ ਪਊਗੀ ਤਾਂ ਕੋਈ ਆਪਸ਼ਨ ਨਹੀਂ ਹੈਗਾ, ਤੁਸੀਂ ਡਾਇਰੈਕਟ ਚੱਲ ਜਾਓ, ਕੋਈ ਪ੍ਰੋਬਲਮ ਨਹੀਂ ਹੈ। ਪਰ ਜੇ ਨਹੀਂ ਗੱਲ ਬਣ ਰਹੀ ਤੇ ਫਿਰ ਤੁਹਾਨੂੰ ਸੰਗਤ ਕਰਨੀ ਪੈਣੀ ਹੈ। ਠੀਕ ਹੈ ਜੀ, ਸਿੰਪਲ ਜੀ ਗੱਲ। ਬਿਲਕੁਲ ਸਹੀ ਹੈ ਜੀ। ਕੋਈ ਜ਼ਬਰਦਸਤੀ ਨਹੀਂ। ਜੇ ਤੁਸੀਂ ਸਵਾਲ ਨੂੰ ਸੁਲਝਾ ਸਕਦੇ ਜੋ ਅਨਮਨੀ ਅਵਸਥਾ ਪ੍ਰਾਪਤ ਹੋ ਰਹੀ ਹੈ ਤੇ ਫਿਰ ਤੇ ਗੱਲ ਹੀ ਨਹੀਂ, ਫਿਰ ਕਿੱਥੇ ਜਾਣ ਦੀ ਲੋੜ ਨਹੀਂ। ਤੁਸੀਂ ਜਿੱਥੇ ਮਰਜ਼ੀ ਬੈਠੇ ਜੋ, ਤੁਸੀਂ ਬ੍ਰਹਮ ਗਿਆਨੀ ਜੇ। ਪਰ ਜੇ ਗੱਲ ਨਹੀਂ ਬਣ ਰਹੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਟੁੱਟ ਰਹੇ, ਫਿਰ ਤੁਹਾਨੂੰ ਸੰਗਤ ਕਰਨੀ ਪਊਗੀ। ਠੀਕ ਹੈ ਜੀ, ਅਗਲੀ ਤੋਂ ਬੋਲਣੇ ਜੀ ਸਰ। ਹਾਂਜੀ, ਅੱਗੇ ਹੋਰ ਸ਼ਲੋਕ ਆ ਗਿਆ। ਮਹੱਲਾ ਚੌਥਾ। ਪੂਰੇ ਗੁਰ ਕਾ ਹੁਕਮ ਨਾ ਮੰਨੈ, ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ। ਹੁਣ ਜਿਹੜਾ ਹੈਗਾ ਦੇਖੋ, ਇੱਧਰ ਮਹਾਰਾਜ ਨੇ ਸਤਿਗੁਰੂ ਦੀ ਡੈਫੀਨੇਸ਼ਨ ਦੱਸੀ ਸੀਗੀ ਬ੍ਰਹਮ ਗਿਆਨੀਆਂ ਦੀ। ਹੁਣ ਜਿਹੜੇ ਹੈਗੇ ਅਗਲੇ ਸ਼ਲੋਕ 'ਚ ਉਹੀ ਪਾਤਸ਼ਾਹੀ ਜਿਹੜੇ ਹੈਗੇ ਮਨਮੁਖ ਦੀ ਡੈਫੀਨੇਸ਼ਨ ਦੇ ਰਹੇ ਆ। ਹੁਣ ਇੱਥੇ ਮਨਮੁਖ ਦੇਖੋ, ਇਹਦੇ ਵਿੱਚ ਖੱਖੇ ਨੂੰ ਸਿਹਾਰੀ ਨਹੀਂ ਲੱਗੀ, ਔਂਕੜ ਲੱਗੀ ਹੋਈ ਹੈ। ਪਰਟੀਕੁਲਰਲੀ ਕਹਿੰਦੇ ਮਨਮੁਖ ਬੰਦਾ ਉਹ ਹੈਗਾ ਜਿਹੜਾ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦਾ, ਜਿਹੜਾ ਬ੍ਰਹਮ ਗਿਆਨੀਆਂ ਦੀ ਗੱਲ ਨਹੀਂ ਮੰਨਦਾ, ਉਹ ਮਨਮੁਖ ਹੈਗਾ। ਉਹ ਆਪਣੇ ਮਨ ਦੇ ਨਾਲ ਚੱਲ ਰਿਹਾ ਹੈ। ਬਾਕੀ ਜਿਹੜੀ ਦੁਨੀਆ ਜਿਹੜੀ ਹੈਗੀ, ਬਾਕੀ ਮਾਇਆ ਦੇ ਵਿੱਚ ਜਿਹੜੇ ਹੈਗੇ, ਜਿਨ੍ਹਾਂ ਨੂੰ ਇਹ ਲਿਵ ਵਾਲਾ ਰਸਤਾ, ਧਿਆਨ ਦਾ ਰਸਤਾ ਔਰ ਭਗਤੀ ਜਿਨ੍ਹਾਂ ਦੇ ਉਹਨਾਂ ਨੂੰ ਚਾਹੁੰਦੇ ਹੀ ਨਹੀਂ ਆ, ਉਹ ਤਾਂ ਉਹਨਾਂ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਇਹ ਗੱਲ ਜਿਹੜੀ ਸਾਰੀ ਗੁਰਬਾਣੀ ਜਿਹੜੀ ਹੈਗੀ ਆ, ਇਹ ਭਾਈ ਇਹ ਲਿਵ ਵਾਲੇ ਰਸਤੇ ਦੀ ਹੈਗੀ ਆ। ਇਹ ਧਿਆਨ ਦੀ ਗੱਲ ਹੈ, ਜਿਹੜੇ ਨਿਕਲਣਾ ਚਾਹੁੰਦੇ ਉਹਨਾਂ ਦੀ ਗੱਲ ਆ। ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਭਟਕਣਾ ਹੈਗੀ ਆ, ਉਹਦੀ ਜਿਹੜੀ ਹੈਗੀ ਮਹਾਰਾਜ ਦੱਸਦੇ ਆ ਭਾਈ ਇਹ ਆ ਮਨਮੁਖ ਜਿਹੜਾ ਮਨ ਦੇ ਨਾਲ ਚੱਲਦਾ ਹੈ। ਤੇ ਉਹ ਕੌਣ ਆ ਮਨਮੁਖ? ਜਿਹੜਾ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦਾ। ਫਿਰ ਅਗਿਆਨ ਮੁੱਠਾ ਬਿਖ ਮਾਇਆ, ਕਹਿੰਦੇ ਅਗਿਆਨਤਾ ਦੇ ਨਾਲ ਠੱਗਿਆ ਗਿਆ। ਅਗਿਆਨਤਾ ਕਾਹਦੀ ਆ? ਮਾਇਆ, ਬਿਖ, ਇਹ ਪਦਾਰਥ ਵਿਸ਼ੇ ਵਿਕਾਰ ਵਿਖਿਆ, ਇਹਦੀ ਅਗਿਆਨਤਾ ਦੇ ਨਾਲ ਠੱਗਿਆ ਗਿਆ। ਉਹਨੇ ਗੁਰੂ ਦਾ ਹੁਕਮ ਨਹੀਂ ਮੰਨਿਆ। ਉਸ ਅੰਦਰ ਕੂੜੋ ਕਰ ਬੁੱਝੈ, ਅਣ ਹੁੰਦੇ ਝਗੜੇ ਦਈ ਉਸ ਦੇ ਗਲ ਪਾਇਆ। ਕਹਿੰਦੇ ਉਹਦੇ ਅੰਦਰ ਕੂੜ ਹੈਗਾ, ਝੂਠ ਹੈਗਾ। ਉਹਦੇ ਅੰਦਰ ਝੂਠ ਦੇ ਨਾਲ ਜੁੜਿਆ ਪਿਆ, ਮਾਇਆ ਦੇ ਨਾਲ, ਆਕਾਰ ਦੇ ਨਾਲ ਜੁੜਿਆ ਪਿਆ ਆ। ਇਸ ਕਰਕੇ ਸੱਚ ਨੂੰ ਨਹੀਂ ਬੁੱਝਦਾ। ਉਹਨੇ ਕੂੜੋ ਕਰ ਬੁੱਝੇ, ਕੂੜ ਹੀ ਉਹਨੇ ਸੱਚ ਨੂੰ ਵੀ ਕੂੜ ਕਰ ਦਿੱਤਾ। ਕੂੜ ਕਰਕੇ ਬੁੱਝ ਲਿਆ ਉਹਨੇ ਸੱਚ ਦੀ ਜਿਹੜੀ ਹੈਗੀ, ਗੁਰੂ ਦਾ ਹੁਕਮ ਜਿਹੜਾ ਹੈਗਾ, ਉਹਨੂੰ ਵੀ ਉਹਨੇ ਜਿਹੜਾ ਹੈਗਾ ਉਹ ਕੂੜ ਕਰਕੇ ਬੁੱਝ ਲਿਆ ਭਾਈ, ਹੋਰ ਹੀ ਸਮਝ ਲਿਆ। ਫਿਰ ਕੀ ਹੋਇਆ? ਅਣ ਹੁੰਦੇ ਝਗੜੇ ਦਈ ਉਸ ਦੇ ਗਲ ਪਾਇਆ। ਕਹਿੰਦੇ ਉਹਨੇ ਫਿਰ ਕੀ ਕਰਨਾ ਹੈ? ਉਹਨੇ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਸੰਸਾਰ ਦੇ ਵਿੱਚ ਹੀ ਵਰਤੀ ਜਾਣਾ ਹੈ ਉਹਨੇ। ਤੇ ਔਰ ਉਹਨੇ ਆਪਣੇ ਵਿਚਾਰਾਂ ਦੇ ਨਾਲ ਕੀ ਕਰਨਾ ਹੈ? ਹਰੇਕ ਦੇ ਨਾਲ ਜਿਹਦੇ ਨਾਲ ਵੀ ਗੱਲਬਾਤ ਜਿਹਦੇ ਨਾਲ ਹੋਈ ਉਹਦੇ ਨਾਲ ਉਹਨੇ ਪੰਗਾ ਲੈ ਲੈਣਾ ਹੈ। ਕੋਈ ਝਗੜਾ ਹੈ ਨਹੀਂਗਾ, ਵਿਚਾਰਾਂ ਦੇ ਨਾਲ ਉਹਨੇ ਆਪਣੇ ਆਪ ਜਿਹੜਾ ਹੈਗਾ ਝਗੜੇ ਇਕੱਠੇ ਕਰ ਲੈਣੇ ਆ। ਅਣ ਹੁੰਦੇ ਝਗੜੇ ਜਿਹੜੇ ਚੁੱਪ ਰਹਿੰਦਾ ਤੇ ਕੋਈ ਝਗੜਾ ਨਹੀਂ ਸੀਗਾ, ਪਰ ਉਹਨੇ ਵਿਚਾਰਾਂ ਦੇ ਨਾਲ ਜਿਹੜਾ ਹੈਗਾ, ਕਲਪਨਾ ਦੇ ਨਾਲ ਜਿਹੜਾ ਹੈਗਾ, ਆਪਣੇ ਅੰਦਰ ਹੀ ਅੰਦਰ ਜਿਹੜਾ ਹੈਗਾ ਸਾਰਾ ਰੋਲ ਅਗਲੇ ਦਾ ਵੀ ਆਪਣਾ ਵੀ ਕਰਕੇ, ਔਰ ਉਹਨੇ ਜਿਹੜਾ ਹੈਗਾ ਜਿਹੜੇ ਝਗੜੇ ਨਹੀਂ ਹੈਗੇ ਉਹ ਵੀ ਝਗੜੇ ਪੈਦਾ ਕਰ ਲਏ। ਇਹ ਇਸ ਤਰ੍ਹਾਂ ਦੀ ਖੇਡ ਆ ਮਾਲਕ ਪਰਮਾਤਮਾ ਦੀ। ਦਈ ਉਸ ਦੇ ਗਲ ਪਾਇਆ। ਦਈ ਕਹਿੰਦੇ ਪਰਮਾਤਮਾ ਨੇ ਉਹਦੇ ਗਲ 'ਚ ਪੈ ਗਏ ਪਾਏ ਆਪਣੇ ਆਪ। ਕਿਉਂ? ਕਿਉਂਕਿ ਉਹ ਝੂਠ ਦੇ ਵਿੱਚ ਜਿਹੜਾ ਹੈਗਾ ਰਹਿੰਦਾ ਹੈ, ਵਿਚਾਰਾਂ ਦੇ ਵਿੱਚ ਰਹਿੰਦਾ ਹੈ। ਉਸ ਅੰਦਰ ਕੂੜੋ ਕਰ ਬੁੱਝੈ, ਅਣ ਹੁੰਦੇ ਝਗੜੇ ਦਈ ਉਸ ਦੇ ਗਲ ਪਾਇਆ। ਹਾਂਜੀ ਗੁਰਕੀ ਸਾਹਿਬ। ਠੀਕ ਹੈ ਜੀ। ਹੁਣ ਕਹਿੰਦੇ ਪੂਰੇ ਗੁਰ ਕਾ ਹੁਕਮ ਨਾ ਮੰਨੇ, ਉਹ ਮਨਮੁਖ ਗਿਆਨ ਮੁੱਠਾ ਬਿਖ ਮਾਇਆ। ਵਿਖਿਆ ਦਾ ਮਤਲਬ ਹੁੰਦਾ ਹੈ ਉਹ ਕਹਿੰਦੇ ਜੋ ਉਹ ਸੰਗਤ ਦੇ ਵਿੱਚ ਜਾਂ ਗੁਰਮੁਖ ਦੇ ਮੂੰਹ ਚੋਂ ਜੋ ਲਫ਼ਜ਼ ਨਿਕਲਦੇ ਨੇ, ਉਹ ਜੇਕਰ ਕੋਈ ਉਹਨਾਂ ਨਿਰਦੇਸ਼ਾਂ ਨੂੰ ਨਹੀਂ ਮੰਨਦਾ, ਪਰਵਾਹ ਹੀ ਨਹੀਂ ਕਰਦਾ। ਬਾਣੀ ਤੇ ਕਹਿੰਦੀ ਆ ਕਿ ਬਈ ਇੱਥੇ ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਆਵਰਜਨਾ। ਹੁਣ ਜਿੱਦਾਂ ਬਾਣੀ ਆਪਾਂ ਨੂੰ ਕਹਿੰਦੀ ਹੈ ਕਿ ਇਦਾਂ ਦੇ ਤੁਸੀਂ ਕਰਮ ਹੀ ਨਾ ਕਰੋ, ਐਸਾ ਕਰਮ ਮੂਲ ਨਾ ਕੀਓ ਜੇ ਤੰਤ ਪਛਤਾਈ ਹੈ। ਤੇ ਜਦੋਂ ਕੋਈ ਸਾਡੇ ਵਰਗਾ ਨਹੀਂ ਮੰਨਦਾ ਤਾਂ ਫਿਰ ਉਹਦੇ ਲਈ ਜੋ ਵੀ ਅੱਗੇ ਫਲ ਮਿਲੇਗਾ ਉਹਦੇ ਲਈ ਤਾਂ ਉਹੀ ਜ਼ਿੰਮੇਵਾਰ ਹੈ ਨਾ। ਬਿਲਕੁਲ ਸਹੀ ਗੱਲ ਹੈ।
ਬਾਣੀ ਤੇ ਕਲੀਅਰ ਕੱਟ ਕਰਕੇ ਕਹੇ ਨਹੀਂ ਕਿ ਇਦਾਂ ਦਾ ਕੰਮ ਹੀ ਨਾ ਕਰਕੇ ਕੱਲ ਨੂੰ ਤੈਨੂੰ ਕੋਈ ਪ੍ਰੋਬਲਮ ਆ ਜਾਏ। ਤੇ ਜਦੋਂ ਇਹ ਨਿਰਦੇਸ਼ ਨੂੰ ਕੋਈ ਨਹੀਂ ਮੰਨਦਾ, ਅੱਖਾਂ ਬੰਦ ਕਰਕੇ ਜੀਵਨ ਬਤੀਤ ਕਰਦਾ, ਮੇਰਾ ਮੱਥਾ ਟੇਕਿਆ ਕੀ ਆ, ਸਹੀ ਨਹੀਂ ਆ। ਮੈਂ ਗੁਰਦੁਆਰੇ ਗਿਆ, ਬਾਣੀ ਕਹਿੰਦੀ ਗੱਲੀਆਂ ਸੀ ਚੰਗੀਆਂ ਚਾਰੀ ਬੁਰੀਆਂ, ਉੱਥੇ ਮੈਂ ਬੜਾ ਸੰਤ ਤੇ ਗਿਆਨੀ ਬਣਦਾ ਹੈ, ਸਟੇਜ ਤੇ ਭਾਸ਼ਣ ਵੀ ਦਿੰਦਾ ਹੈ, ਪਰ ਸਾਹਮਣੇ ਸੱਚ ਆ ਗਿਆ ਔਰ ਮੇਰੀ ਔਕਾਤ ਨਹੀਂ ਹੈ ਸੱਚ ਨੂੰ ਖਰੀਦ ਲਾਂ, ਤੇ ਮੈਨੂੰ ਸ਼ਰਮ ਹੋਣੀ ਚਾਹੀਦੀ ਕਿਉਂਕਿ ਸੱਚ ਤੇ ਮਹਿੰਗਾ ਹੈ ਨਾ। ਗੱਲਾਂ ਚ ਫੀਲਿੰਗ ਲੈਣੀ ਤੇ ਨਜ਼ਰ ਸਾਹਿਬ ਬਹੁਤ ਈਜ਼ੀ ਹੈ ਨਾ। ਬਿਲਕੁਲ ਫੀਲਿੰਗ ਜਦੋਂ ਸੱਚ ਦਾ ਮਤਲਬ ਹੈ ਕਿ ਪੰਡ ਚਕਾਉਣੀ ਪੈਣੀ ਹੈ ਜਿੱਥੇ ਲੋੜ ਆ। ਤੁਹਾਡਾ ਲੱਕ ਤੇ ਜ਼ੋਰ ਵੀ ਪੈਣਾ ਕਿਉਂਕਿ ਪੰਡ ਚਕਾਰੇ ਜੋ ਆਪ ਗਏ ਦੀ। ਹੁਣ ਤੁਸੀਂ ਕਹੋ ਕਿ ਪੰਡ ਵੀ ਚਕਾਈ ਜਾਵੇ ਜ਼ੋਰ ਹੀ ਨਾ ਲੱਗੇ, ਏਦਾਂ ਤੇ ਹੋ ਹੀ ਨਹੀਂ ਸਕਦਾ ਨਾ। ਭਾਵੇਂ ਰੂੰ ਦੀ ਪੰਡ ਚਕਾਓ, ਤੁਹਾਨੂੰ ਚੁੱਕਣਾ ਪੈਣਾ, ਤਾਂ ਹੀ ਤੁਹਾਨੂੰ ਚੁੱਕੋਗੇ ਜਿਹੜਾ ਥੱਲੇ ਡਿੱਗਿਆ, ਜਿਹਨੂੰ ਲੋੜ ਪੈਣੀ ਹੈ ਚੁੱਕਣ ਦੀ। ਤੇ ਇਹ ਬਾਣੀ ਤੇ ਉਹ ਕਹਿੰਦੀ ਹੈ ਕਿ ਤੇਰੇ ਜੀਵਨ ਦਾ ਮਕਸਦ ਏਦਾਂ ਦਾ ਹੋਣਾ ਚਾਹੀਦਾ ਕਿ ਦੂਜਿਆਂ ਨੂੰ ਫਾਇਦਾ ਹੋਣਾ ਚਾਹੀਦਾ। ਬਿਲਕੁਲ ਸਹੀ। ਜੇ ਤੂੰ ਆਪਣੇ ਲਈ ਜੀਵਨ ਬਤੀਤ ਕੀਤਾ ਤੂੰ ਤਾਂ ਫਿਰ ਜਾਨਵਰ ਹੀ ਹੋਇਆ, ਫਿਰ ਕੋਈ ਬੰਦਾ ਤਾਂ ਨਹੀਂ ਨਾ ਹੈਗਾ। ਕੋਈ ਜਾਨਵਰ ਨੂੰ ਕੀ ਹੈ, ਖਾਣਾ ਪੀਣਾ ਤੇ ਸੌਣਾ, ਖਾਣਾ ਪੀਣਾ ਤੇ ਸੌਣਾ ਤੇ ਜਾਂ ਬੱਚੇ ਪੈਦਾ ਕਰਨੇ। ਤੇ ਫਿਰ ਇਸੇ ਬੰਦੇ ਵੀ ਤੇ ਜਾਨਵਰ ਹੀ ਹੋਏ। ਬਾਣੀ ਫਿਰ ਕਹਿੰਦੀ ਆ ਅਸੰਖ ਚੋਰ ਹਰਾਮ ਖੋਰ, ਅਸੰਖ ਗਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਇਹ ਕੌਣ ਨੇ? ਇਹ ਉਹੀ ਲੋਕ ਨੇ, ਜਾਨਵਰ। ਅੰਦਰ ਜਾਨਵਰ ਹੈ ਬਸ। ਜਾਨਵਰ ਦਾ ਕੀ ਆ, ਕੇਵਲ ਉਹਨੂੰ ਆਪਣੇ ਢਿੱਡ ਭਰਨ ਦਾ ਮਤਲਬ ਹੈ। ਉਹ ਨਹੀਂ ਪਰਵਾਹ ਕਰਦਾ ਕਿਹੜਾ ਰੱਬ, ਕਿੱਥੇ ਰੱਬ ਰੁੱਬ ਰਹਿੰਦਾ ਹੈ, ਇਹ ਕਿੰਨੇ ਪ੍ਰਕਿਰਤੀ ਰਚਨਾ ਕੀਤੀ ਹੈ, ਇਹ ਬੰਦੇ ਬੰਦੇ ਕਿੰਨੇ ਬਣਾਏ ਨੇ, ਇਹ ਕੀੜੀਆਂ ਮਕੌੜੇ ਇਹ ਕਿੰਨੇ ਬਣਾਏ ਨੇ, ਉਹ ਨਹੀਂ ਪਰਵਾਹ ਕਰਦਾ। ਉਹ ਤੇ ਰੱਬ ਨੂੰ ਛੱਡ ਦਿੰਦਾ, ਸਾਈਡ ਤੇ ਕਰਕੇ ਬੈਠਾ ਹੁੰਦਾ। ਮਨਮੁਖ ਦਾ ਮਤਲਬ ਜਿੰਨੇ ਰੱਬ ਵੱਲ ਪਿੱਛਾ ਕਰ ਲਿਆ, ਬੈਕ ਕਰ ਲਈ, ਉਹ ਉਸ ਸ਼ਕਤੀ ਨੂੰ ਮੰਨਦਾ ਹੀ ਨਹੀਂ। ਉਹ ਬਿਲਕੁਲ ਬਿਲਕੁਲ। ਜਦੋਂ ਉਸ ਸ਼ਕਤੀ ਨੂੰ ਜਿਹੜਾ ਕੋਈ ਨਹੀਂ ਮੰਨਦਾ ਤੇ ਜੀਵਨ ਬਤੀਤ ਕਰੀ ਜਾਓ, ਭਾਵੇਂ ਤੁਸੀਂ ਮੰਦਿਰ ਕੀ, ਭਾਵੇਂ ਮੱਕੇ ਚੱਲ ਜਾਓ, ਜਿੱਥੇ ਮਰਜੀ ਤੁਰੇ ਫਿਰੋ, ਭਾਵੇਂ ਦਰਬਾਰ ਸਾਹਿਬ ਮੱਥਾ ਟੇਕੀ ਜਾਓ, ਪਰ ਜਦੋਂ ਤੁਹਾਡੇ ਕਰਮ ਹੀ ਸਹੀ ਨਹੀਂ ਹੈ ਉੱਥੇ ਮੱਥਾ ਟੇਕਣ ਦਾ ਕੀ ਫਾਇਦਾ? ਉਹ ਮਨ ਚ ਇੱਕ ਤੁਸੀਂ ਉਸ ਆਵਾਜ਼ ਨੂੰ ਰੋਕਣਾ ਚਾਹੁੰਦੇ ਜੋ ਕਿ ਕਿਸੇ ਤਰੀਕੇ ਨਾਲ ਜਿਹੜਾ ਮੇਰੇ ਅੰਦਰ ਆਵਾਜ਼ ਆਉਂਦੀ ਹੈ ਨਾ ਕਿ ਅੰਦਰ ਖੋਜ ਕਰ, ਰੱਬ ਨੂੰ ਲੱਭ, ਗ੍ਰੰਥਾਂ ਚ ਕਾਹਦਾ ਰੌਲਾ ਹੈ, ਤੇ ਤੂੰ ਉੱਥੇ ਮੱਥਾ ਟੇਕ ਕੇ ਘਰ ਆ ਜਾਣਾ ਤੇ ਬਾਅਦ ਚ ਫਿਰ ਤੁਰ ਪੈਂਦਾ ਪਿਓ ਦਾ ਪੁੱਤ, ਸ਼ਾਮ ਤੱਕ ਟੋਕਾ ਚਲਾਈ ਜਾਂਦਾ। ਤੂੰ ਨਹੀਂ ਮਹਿਸੂਸ ਕਰਦਾ ਕਿ ਇਹ ਜਿਹੜਾ ਤੇਰਾ ਹੌਸਪੀਟਲ ਆ ਜਾਂ ਤੇਰਾ ਕਲੀਨਿਕ ਆ, ਇਹਦੇ ਚ ਕਮਾਈ ਵੀ ਕਰ ਪਰ ਲੋੜਵੰਦਾਂ ਦੀ ਮਦਦ ਵੀ ਕਰ। ਨਹੀਂ ਹੈ ਪੈਸੇ ਰੱਖੋ ਤਾਂ ਤੂੰ ਕਹਿੰਦਾ ਛੱਡੋ ਖੜਿਆਂ ਨੂੰ ਬਾਹਰ ਕੱਢੋ, ਪਰ ਉਹਨੂੰ ਤੇ ਬਾਹਰ ਕੱਢਣੇ ਆ, ਪਰ ਉੱਥੇ ਪ੍ਰਕਿਰਤੀ ਨੇ ਵੀ ਤੈਨੂੰ ਕੱਢ ਦੇਣਾ ਹੀ ਬਾਹਰ। ਬਿਲਕੁਲ, ਕਿਉਂਕਿ ਤੂੰ ਫੇਲ ਹੋ ਗਿਆ ਵਾ। ਉਹਨੇ ਤੈਨੂੰ ਮੌਕਾ ਦਿੱਤਾ ਸੀ, ਉਹ ਕੋ ਤੇ 10-20 ਜਦ ਆਪਰੇਸ਼ਨ ਕਰਦਾ ਤੇ ਉਹ ਤੇ ਸੌਦਾ ਖਰੀਦ ਲੈਣਾ ਚਾਹੀਦਾ ਸੀ ਤੈਨੂੰ, ਉਹ ਨਹੀਂ ਖਰੀਦਦੇ ਅਗਲੇ। ਉਹ ਕਹਿੰਦੇ ਘਾਟੇ ਦਾ ਸੌਦਾ ਵਾ। ਉਹ ਕਹਿੰਦੇ ਕਿ ਨਹੀਂ ਤੂੰ ਇਹ ਪੈਸੇ ਦੇ ਵਿੱਚੋਂ ਕੁਛ ਇੱਧਰ ਕਰਦੇ, ਕਿਉਂਕਿ ਤੇਰੀ ਬਿਲਡਿੰਗ ਜਿਹੜੀ ਹੈ ਸਵਾਹ ਹੋ ਜਾਣੀ ਹੈ, ਤੈਨੂੰ ਮਿਲਣੀ ਨਹੀਂ ਆ। ਬੇਵਕੂਫਾ ਥੋੜੇ ਜਿਹੇ ਇੱਧਰ ਲਾ ਦੇ। ਉਹ ਕਹਿੰਦਾ ਨਹੀਂ ਜੀ, ਨਹੀਂ, ਇਹ ਤੇ ਘਾਟੇ ਦਾ ਸੌਦਾ ਹੈ। ਹੁਣ ਵੀ ਇੱਕ ਬੰਦਾ ਮਿਲਿਆ ਸੀ ਮੈਨੂੰ ਅੱਜ ਉੱਥੇ ਕਲੀਨਿਕ 'ਚ। ਮੈਂ ਭਾਜੀ ਕਈ ਲੋਕਾਂ ਨੂੰ ਅਕਲ ਨਹੀਂ ਹੁੰਦੀ, ਜ਼ਿੰਦਗੀ ਭਰ ਕੰਮ ਕਰਦੇ ਪੈਸਾ ਨਹੀਂ ਜੋੜ ਸਕਦੇ। ਉਹ ਕਹਿੰਦਾ ਭਾਜੀ ਪੈਸੇ ਤੇ ਜੁੜ ਜਾਂਦੇ ਆ, ਬਸ ਥੋੜਾ ਜਿਹਾ ਕਠੋਰ ਹੀ ਹਿਰਦੇ ਦੇ ਬਣੋ, ਲੋਕਾਂ ਦੀ ਮਦਦ ਨਾ ਕਰੋ, ਖਤਮ ਕਰੋ ਕਹਾਣੀ। ਕਹਿੰਦਾ ਪੈਸਾ ਇਕੱਠਾ ਹੋਇਆ ਨਾ ਤੁਹਾਡੇ ਕੋਲ ਭਾਜੀ, ਤੁਹਾਡਾ ਤੇ ਖਰਚਾ ਹੀ ਘੱਟ ਆ, ਬੰਦ ਕਰੋ ਲੋਕਾਂ ਦੀ ਮਦਦ ਕਰਨੀ। ਮੈਂ ਇਹ ਵੀ ਤੇ ਸਹੀ ਦੀ ਆਈਡੀਆ ਤੇਰਾ, ਉਹ ਸਹੀ ਕਿਹਾ ਨੇ। ਕਹਿੰਦਾ ਕੀ ਲੋੜ ਪਈ ਕਰਨ ਦੀ ਮਦਦ? ਕਹਿੰਦਾ ਪੈਸੇ ਤਾਂ ਤੁਹਾਡੇ ਕੋਲ ਰਹਿਣੇ ਆ, ਇਹ ਮਦਦਾਂ ਬੰਦ ਕਰੋ, ਲੋਕਾਂ ਦਾ ਇਲਾਜ ਲੂਜ ਕਰਨਾ। ਮੈਂ ਆਈਡੀਆ ਤਾਂ ਤੇਰਾ ਸਹੀ ਆ, ਪਰ ਮੈਂ ਕਿ ਕਈਆਂ ਦੇ ਮੈਂ ਕਈ ਬੰਦੇ ਕੁੱਤੇ ਦੀ ਪੂਛ ਹੁੰਦੇ ਆ, ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਉਹਨਾਂ ਚ ਚੰਗਿਆਈ ਖਤਮ ਨੀ ਹੁੰਦੀ। ਮੈਂ ਆਦਤ ਹੁੰਦੀ ਹੈ ਬੰਦੇ ਦੀ, ਵਾਦੀ ਗੱਲ ਨੀ ਆ। ਕਹਿੰਦਾ ਇਹ ਗੱਲ ਵੀ ਹੈਗੀ ਆ ਭਾਜੀ। ਕਹਿੰਦਾ ਬਾਕੀ ਮਸਲੇ ਦਾ ਹੱਲ ਹੈਗਾ, ਕੋਈ ਬਹੁਤਾ ਭਾਵੁਕ ਹੋਣ ਦੀ ਲੋੜ ਨਹੀਂ ਹੈ। ਤੇ ਮੈਂ ਇਹ ਵੀ ਗੱਲ ਆ, ਫਿਰ ਮੈਂ ਹੀ ਰੱਬ ਨੂੰ ਵੇਖ ਕੇ ਜੀਵਨ ਬਤੀਤ ਕਰਦੇ ਆ। ਪੰਗਾ ਤੇ ਇਹ ਹੈ, ਅਸੀਂ ਬੰਦੇ ਨੂੰ ਤੇ ਕਹਿ ਸਕਦੇ ਹਾਂ ਕਿ ਨਹੀਂ ਹੈਗੇ ਪੈਸੇ। ਉਹ ਕਹਿੰਦੇ ਲੋਕੀ ਝੂਠ ਵੀ ਮਾਰ ਦਿੰਦੇ ਪੈਸੇ ਮੰਗਣ ਵਾਸਤੇ, ਕਹਿੰਦੇ ਕਿ ਸਾਨੂੰ ਲੋੜ ਹੈਗੀ, ਮੈਂ ਫਲਾਨਾ ਬਿਮਾਰ, ਟਿਮਕਾ ਬਿਮਾਰ ਆ। ਤੇ ਮੈਂ ਉਹ ਪਰ ਅਸੀਂ ਤੇ ਨਹੀਂ ਨਾ ਸੋਚਦੇ ਕਿ ਉਹ ਝੂਠ ਮਾਰਨ ਦਿਆ। ਅਸੀਂ ਤੇ ਸੋਚਦੇ ਉਹ ਸੱਚਾ, ਉਹਨੂੰ ਸੱਚੀ ਜ਼ਰੂਰਤ ਹੈਗੀ ਹੈ। ਬਿਲਕੁਲ, ਸਾਡੇ ਮਨ ਚ ਸਵਾਲ ਹੀ ਨਹੀਂ ਆਉਂਦਾ ਕਿ ਇਹ ਬੰਦਾ ਝੂਠ ਮਾਰ ਰਿਹਾ, ਕਿਤੇ ਨਹੀਂ ਆਉਂਦਾ। ਕਿਉਂਕਿ ਜੱਜ ਨਹੀਂ ਨਾ ਕਰ ਸਕਦੇ ਕਿਸੇ ਨੂੰ, ਉਹਨੂੰ ਕਿੱਦਾਂ ਕਵਾਂਗੇ ਇਹ ਝੂਠਾ ਹੈ। ਫਿਰ ਉਹਦੇ ਚ ਸਾਡੇ ਚ ਭੇਦ ਕੀ ਹੋਇਆ? ਇਹੋ ਫਰਕ। ਠੀਕ ਹੈ ਜੀ, ਕੱਲਾ ਗੱਲਾਂ ਕਰਨੀਆਂ ਆਸਾਨ ਆ, ਪਰ ਉਸ ਸੱਚ ਤੇ ਚੱਲਣਾ ਇਹੋ ਹੀ ਰੱਬ ਚਾਹੁੰਦਾ ਵਾ।
ਹੋਰ ਕੁਛ ਨਹੀਂ ਰੱਬ ਤੁਹਾਡੇ ਤੋਂ ਚਾਹੁੰਦਾ। ਦਿੱਤਾ ਇਹ ਮੇਰਾ ਤਾਂ ਕੁਛ ਨਹੀਂ, ਜਿਹੜਾ ਤੁਹਾਡੇ ਕੋਲ ਹੈਗਾ ਉਹ ਵੀ ਤੁਹਾਡਾ ਕੁਛ ਨਹੀਂ ਹੈ, ਇਹ ਤੇ ਉਹਦੀ ਰਹਿਮਤ ਹੈ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਆਪਣੇ ਕੋਲ ਤਾਂ ਅਸੀਂ ਦੇ ਨਹੀਂ ਸਕਦੇ, ਇਹ ਤੇ ਉਹਨੇ ਦਿੱਤਾ ਤੇ ਤੁਸੀਂ ਉਹ ਚੋਂ ਦੇਣਾ ਵਾ। ਆਪਾਂ ਤਾਂ ਹੈ ਹੀ ਨਹੀਂ ਕੁਛ। ਨਿੱਜਰ ਸਾਹਿਬ ਉਹ ਕੀਤਾ ਕਿਹੜੇ ਰੂਪ ਚ ਤੁਹਾਡੇ ਕੋਲ ਲੈਣ ਵੀ ਆ ਜਾਂਦਾ। ਬੰਦਾ ਤੇ ਇਹ ਵੀ ਹੈ। ਬਿਲਕੁਲ ਹਾਂ। ਉਹ ਕਹਿੰਦਾ ਨਹੀਂ ਸੀ, ਉਹ ਇੱਕ ਸੰਤ ਹੀ, ਉਹ ਕਹਿੰਦਾ ਕਿ ਏਦਾਂ ਕਰੋ ਕਿ ਮੇਰੇ ਇੱਥੇ ਡੇਰੇ ਤੇ ਆਓ। ਕਹਿੰਦਾ ਆ ਜਾਂਦੇ ਆ। ਉਹ ਕਿਤੇ ਖੋਤੇ ਦੇ ਰੂਪ ਚ ਆ ਜਾਏ, ਕਦੇ ਕੁੱਤੇ ਦੇ ਰੂਪ ਚ ਆ ਜਾਏ, ਬੜੀ ਡਾਂਗ ਪਈ ਉਹਦੇ ਮੋਰਾਂ ਚ। ਉਹ ਕਹਿੰਦਾ ਮੈਂ ਨਹੀਂ ਤੇਰੇ ਘਰ ਆਉਣਾ। ਕਹਿੰਦਾ ਕਿਉਂ? ਕਹਿੰਦਾ ਮੈਂ ਤੇ ਇੱਕ ਕੁੱਤਾ ਨਹੀਂ ਆਇਆ। ਕਹਿੰਦਾ ਆਹੋ ਮੈਂ ਡਾਂਗ ਮਾਰੀ, ਬਾਬਾ ਜੀ ਦੇਖਦੇ ਲਾਗੇ ਤੁਰਿਆ ਜਾਂਦਾ ਹੈ। ਮਤਲਬ ਕਹਿਣ ਤੋਂ ਭਾਵੇਂ ਹੁਣ ਕਿਤੇ ਕਿਹੜੇ ਰੂਪ ਚ ਹੈ ਤੇ ਪ੍ਰਮਾਤਮਾ ਦੇ ਹੀ ਸਾਰਾ ਰੂਪ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਗੁਰਖੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਉਹਦਾ ਹੀ ਰੂਪ ਹੈ ਸਾਰਾ। ਹੁਣ ਮੈਨੂੰ ਵੀ ਪਤਾ ਮੇਰੇ ਤੋਂ ਪਹਿਲਾਂ ਵੀ ਗੱਲ ਧੋਖੇ ਨਾਲ ਲੈ ਗਿਆ ਪੈ। ਹੁਣ ਇਹੋ ਤੇ ਇਮਤਿਹਾਨ ਹੈ, ਪੰਗਾ ਤੇ ਇਹ ਵਾ ਹੈਨਾ। ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਜੀ, ਪਲੀਜ਼ ਇਹਨਾਂ ਨੂੰ ਪੱਲੇ ਬੰਨ ਲਿਓ, ਠੀਕ ਹੈ ਜੀ। ਇਹ ਮੈਂ ਆਪਣੇ ਲਈ ਜੀਵਨ ਬਤੀਤ ਕਰ ਰਿਹਾ, ਤੁਸੀਂ ਆਪਣੇ ਲਈ ਕਰਿਓ। ਇਹ ਆਖਰ ਤੇ ਜਦੋਂ ਜਾਓਗੇ ਚੀਜ਼ਾਂ ਦੀ ਵੈਲਿਊ ਪੈਣੀ ਹੈ, ਹੁਣੇ ਵੀ ਪੈਣੀ ਹੈ, ਹਲਤ ਪਲਤ ਚ ਵੀ ਤੁਹਾਨੂੰ ਪੈਣੀ। ਚਲੋ ਅਸੀਂ ਚਾਹੁੰਦੇ ਕੁਝ ਨਹੀਂ, ਅਸੀਂ ਤੇ ਕਹਿੰਦੇ ਕਿ ਜੋ ਵੀ ਆ ਸਾਡਾ ਕੁਛ ਹੈ ਵੀ ਨਹੀਂ, ਜੋ ਵੀ ਉਹਦਾ ਹੀ ਹੈ, ਦਿੱਤਾ ਵੀ ਉਹਨੇ ਆ। ਕਿਉਂਕਿ ਉਹ ਜਦ ਤੱਕ ਕੋਈ ਦਿੰਦਾ ਨਹੀਂ ਉਹ ਤਾਂ ਤੁਹਾਨੂੰ ਮਿਲ ਨਹੀਂ ਸਕਦਾ। ਤੁਹਾਨੂੰ 1 ਰੁਪਈਆ ਨਹੀਂ ਕਮਾ ਸਕਦੇ ਤੁਸੀਂ। ਇਹ ਮਨ ਚ ਵਹਿਮ ਹੈ ਬੰਦੇ ਦੇ, ਮੈਂ ਕਮਾਈ ਕਰ ਰਿਹਾ। ਔਰ ਮੰਗ ਵੀ ਤਾਂ ਉਹੀ ਰਿਹਾ ਹੈ ਗੋਰਖੀ ਸਾਹਿਬ। ਉਹੀ ਆ ਕੇ ਮੰਗਣਾ ਆ ਜਾਂਦਾ ਮੁੜ ਕੇ। ਪੰਗਾ ਤੇ ਬੜਾ ਕਾਫੀ ਸੀਰੀਅਸ ਬਿਜ਼ਨਸ ਹੈ ਜੀ, ਧਿਆਨ ਰੱਖਿਆ ਕਰੋ। ਉੱਥੇ ਕਈ ਵਾਰੀ ਨਾ ਸੋਚ ਬੜੀ ਗਹਿਰੀ ਚੜ ਜਾਂਦੀ। ਫਿਰ ਉਹ ਕਿੱਦਾਂ ਹੀ ਉਹਨੂੰ ਝੂਠਾ ਕਿੱਦਾਂ ਕਹਿ ਕਿ ਬੰਦਾ ਝੂਠਾ ਹੈ, ਇਹ ਠੱਗੀ ਮਾਰਨਾ ਆ। ਬੜਾ ਔਖਾ ਹੈ ਕਹਿਣਾ, ਕਿਉਂਕਿ ਫਿਰ ਜੱਜਮੈਂਟ ਕਰਨ ਵਾਲਾ ਹਿਸਾਬ ਹੈ, ਬੜਾ ਪੰਗਾ ਪੈ ਗਿਆ। ਅਗਲਾ ਰੱਬ ਕਹੂਗਾ ਰੁਪਈਆ ਤੂੰ 50 ਨਹੀਂ ਦੇਣੇ ਤੇ ਉਹਨੂੰ ਕਿੱਦਾਂ ਝੂਠਾ ਕਹਿਤਾ। ਠੀਕ ਹੈ ਜੀ। ਪਰ ਕਈ ਵਾਰੀ ਜਿੱਥੇ ਪਤਾ ਲੱਗਦਾ ਕਿ ਬੰਦਾ ਗਲਤ ਯੂਜ਼ ਕਰਦਾ ਉੱਥੇ ਨਹੀਂ ਦੇਣੇ। ਠੀਕ ਹੈ ਜੀ। ਫਿਰ ਕਹਿੰਦੇ ਆ ਕਿ ਅਗਲੀ ਤੁਕ ਬੋਲੋ ਨਿੱਜਰ ਸਾਹਿਬ, ਟਾਈਮ ਕਾਫੀ ਹੋ ਗਿਆ। ਉਸ ਅੰਦਰ ਕੂੜੋ ਕਰ ਬੁਝੈ, ਅਣਹੋਂਦੇ ਝਗੜੇ ਦਈ ਉਸਦੇ ਗੱਲ ਪਾਇਆ। ਹੁਣ ਜਿਹੜਾ ਮਨ ਦੇ ਪਿੱਛੇ ਚੱਲਦਾ ਹੈ, ਭਾਈ ਗੁਰੂ ਦੇ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦਾ ਹੈ, ਤੇ ਫਿਰ ਕੀ ਕਰਦਾ ਹੈ? ਕਹਿੰਦੇ ਕੂੜਿਆ ਉਹਦੇ ਅੰਦਰ, ਤੇ ਝੂਠੀ ਕੂੜੀ ਉਹਦੇ ਵਿਚਾਰ ਜਿਹੜੇ ਆ, ਉਹਦਾ ਤੇ ਉਹਦੀ ਮੱਤ ਜਿਹੜੀ ਹੈ ਕੂੜ ਵਾਲੀ ਹੁੰਦੀ ਹੈ। ਕੂੜ ਹੀ ਬੁਝਦਾ ਹੈ ਉਹ। ਤੇ ਫਿਰ ਕੀ ਕਰਦਾ? ਕੂੜ ਦੇ ਨਾਲ ਜਿਹੜਾ ਹੈਗਾ ਉਹ ਹਰੇਕ ਦੇ ਨਾਲ ਪੰਗਾ ਲੈਂਦਾ ਹੈ। ਜਿਹੜੀ ਚੀਜ਼, ਜਿਹੜੇ ਝਗੜੇ ਹੈ ਨਹੀਂ ਗੇ, ਉਹ ਝਗੜੇ ਵੀ ਜਿਹੜਾ ਹੈਗਾ ਉਹ ਆਪ ਹੀ ਸਹੇੜ ਲੈਂਦਾ, ਆਪ ਖੁਦ ਹੀ ਝਗੜੇ ਪੈਦਾ ਕਰ ਲੈਂਦਾ ਔਰ ਸਹੇੜ ਲੈਂਦਾ, ਔਰ ਉਹਦੇ ਵਿੱਚ ਹੀ 24 ਘੰਟੇ ਗਲਤਾਨ ਰਹਿੰਦਾ ਹੈ। ਇਸ ਤਰ੍ਹਾਂ ਮਾਲਕ ਪਰਮਾਤਮਾ ਨੇ ਪ੍ਰੋਵੀਜ਼ਨ ਕੀਤਾ ਹੈ। ਦਈ ਉਸ ਦਾ ਗਲ ਪਾਇਆ। ਦਈ ਮਤਲਬ ਪਰਮਾਤਮਾ ਨੇ ਉਹਦੇ ਗਲ 'ਚ, ਉਹਨੇ ਆਪ ਹੀ ਜਿਹੜਾ ਹੈਗਾ ਵਿੱਚ ਤੇ ਅਗਲਿਆਂ ਦੇ ਨਾਲ ਜਿਹੜਾ ਹੈਗਾ ਝੂਠ ਦੇ ਨਾਲ ਲੱਗ ਕੇ ਔਰ ਝਗੜੇ ਜਿਹੜੇ ਹੈਗੇ ਖਰੀਦ ਲਏ। ਫਿਰ ਉਹ ਗੱਲ ਫਰੋਸ਼ੀ ਕਰੇ ਬਹੁਤ ਤੇਰੀ, ਬਥੇਰੇ ਜਿਹੜੇ ਹੈਗੇ ਉਹ ਜਿਹੜਾ ਹੈਗਾ ਉਲ ਜਲੂਲ ਫਾਲਤੂ ਦੀਆਂ ਗੱਲਾਂ ਕਰਦਾ ਹੈ, ਬਹੁਤ ਸਾਰੀਆਂ ਝੂਠ ਉਹਦੇ ਨਾਲ, ਕਿ ਆਪਣੀ ਰੋਜ਼ੀ ਦੇ ਵਾਸਤੇ, ਦੁਨੀਆਦਾਰੀ ਦੇ ਵਾਸਤੇ। ਉਸ ਦਾ ਬੋਲਿਆ ਕਿਸੇ ਨਾ ਪਾਇਆ। ਹਰੇਕ ਨੂੰ ਪਤਾ ਲੱਗ ਜਾਂਦਾ ਹੈ ਭਾਈ ਬੰਦਾ ਜਿਹੜਾ ਹੈਗਾ ਇਹ ਸੈਲਫਿਸ਼ ਹੈਗਾ ਤੇ ਇਹ ਲੜਾਕਾ ਹੈਗਾ। ਹਰੇਕ ਨੂੰ ਕਹਿੰਦੇ ਉਹਦਾ ਬੋਲਿਆ ਕਿਸੇ ਨੂੰ ਭਾਉਂਦਾ ਨਹੀਂ ਹੈਗਾ। ਉਹ ਘਰ ਘਰ ਹੰਡੇ ਜਿਉ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਕਹਿੰਦੇ ਫਿਰ ਉਹ ਘਰ ਘਰ ਜਾਂਦਾ ਹੈ, ਘਰ ਘਰ, ਕਦੀ ਕਿਤੇ ਕਦੀ ਕਿਤੇ, ਕਦੀ ਕਿਸੇ ਡੇਰੇ ਤੇ ਕਦੀ ਕਿਸੇ ਡੇਰੇ ਤੇ। ਜਿਵੇਂ ਜਿਹੜੀ ਦੁਹਾਗਣ ਰੰਨ ਵਿਚਾਰੀ ਜਾਂਦੀ ਆ, ਉਹ ਜਿਹੜੀ ਹੈਗੀ ਆ, ਕਹਿੰਦੇ ਜਿਹੜਾ ਵੀ ਉਹਦੇ ਨਾਲ ਮੂੰਹ ਜੋੜਦਾ ਹੈ, ਕਹਿੰਦੇ ਉਹਨੂੰ ਵੀ ਉਹਦੇ ਲੱਛਣ ਲੱਗ ਜਾਂਦੇ ਆ, ਕਿਉਂਕਿ ਉਹਦੀ ਸੰਗਤ ਕਰਨ ਦੇ ਨਾਲ ਉਹਨੂੰ ਵੀ ਉਹ ਜੈਸੀ ਸੰਗਤ ਤੈਸੀ ਰੰਗਤ। ਤੇ ਇਸ ਤੋਂ ਅੱਗੇ ਜਿਹੜੇ ਹੈਗੇ ਆ, ਹੁਣ ਜਿਹੜੇ ਇਸ ਤੋਂ ਉਲਟ ਜਿਹੜੇ ਹੈਗੇ ਆ, ਜਿਹੜੇ ਗੁਰੂ ਦੇ ਆਖੇ ਚੱਲਦੇ ਆ, ਜਿਹੜੇ ਬ੍ਰਹਮ ਗਿਆਨ ਲੈਂਦੇ ਆ, ਉਹ ਕੀ ਕਰਦੇ ਆ? ਗੁਰਮੁਖ ਹੋਏ ਸੋ ਅਲਿਪਤੋ ਵਰਤੇ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਕਹਿੰਦੇ ਗੁਰਮੁਖ ਕੀ ਕਰਦੇ ਆ? ਕਿਉਂਕਿ ਸੰਗਤ ਦੇ ਵਿੱਚ ਦੋਨੋਂ ਟਾਈਪ ਦੇ ਬੰਦੇ ਲੱਭ ਜਾਂਦੇ ਆ ਭਾਈ। ਇੱਕ ਮਨਮੁਖ ਵੀ ਮਿਲਣਗੇ, ਮਹਾਰਾਜ ਕਹਿੰਦੇ ਆ, ਗੁਰਮੁਖ ਵੀ ਮਿਲਣਗੇ। ਤੇ ਗੁਰਮੁਖ ਕੀ ਕਰਦੇ ਆ? ਕਹਿੰਦੇ ਉਹਦਾ ਮਨਮੁਖ ਦਾ ਸਾਥ ਛੱਡ ਕੇ ਤੇ ਗੁਰ ਪਾਸ ਬਹਿ ਜਾਇਆ। ਉਹ ਤਾਂ ਆਪਣੇ ਗੁਰੂ ਦੇ ਕੋਲ, ਗੁਰੂ ਦੇ ਨਾਲ ਜੁੜ ਜਾਂਦੇ ਆ ਭਾਈ। ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀਂ ਪੰਚੋ, ਉਹਨੇ ਲਾਹਾ ਮੂਲ ਸਭ ਗਵਾਇਆ। ਗੁਰੂ ਨੂੰ ਗੋਪਣਾ ਕੀ ਆ? ਗੁਰੂ ਦੀ ਨਿੰਦਾ ਕਰਨੀ। ਜਿਹਨੇ ਵੀ ਆਪਣੇ ਗੁਰੂ ਦੀ ਨਿੰਦਾ ਕੀਤੀ, ਬ੍ਰਹਮ ਗਿਆਨੀਆਂ ਦੀ ਨਿੰਦਾ ਕੀਤੀ, ਉਹ ਭਲਾ ਨਹੀਂ ਆ ਭਾਈ।
ਪੰਚੋ ਕਹਿ ਰਹੇ ਆ, ਪੰਚੋ, ਹੇ ਸਾਧੂਓ, ਸਾਧੂ ਸਾਧ ਜਨੋ, ਜਿਹੜੇ ਰਸਤੇ ਤੇ ਤੁਰ ਰਹੇ ਹੋ ਤੁਸੀਂ, ਕਹਿੰਦੇ ਦੇਖੋ ਉਹਨੇ ਆਪਣਾ ਸਾਰਾ ਲਾਹਾ ਕੀ ਲੈਣਾ ਸੀ, ਉਹਨੇ ਲਾਭ ਕੀ ਖੱਟਣਾ ਸੀਗਾ? ਜੋ ਮਾਲਕ ਨੇ ਸਵਾਸ ਦਿੱਤੇ ਸੀਗੇ, ਆਹ ਮਨੁੱਖਾ ਸਰੀਰ ਦਿੱਤਾ ਸੀਗਾ, ਕਹਿੰਦੇ ਉਹਨੇ ਆਪਣਾ ਮੂਲ ਵੀ ਗਵਾ ਲਿਆ। ਉਹਦੀ ਉਮਰ ਹੁਣ ਐਂਡ ਦੇ ਉੱਤੇ ਆ ਗਈ। ਉਹਨੇ ਲਾਹਾ ਤਾਂ ਕੀ ਖੱਟਣਾ ਸੀਗਾ? ਮੂਲ ਸਭ ਗਵਾਇਆ, ਸਾਰਾ ਮੂਲ ਗਵਾ ਲਿਆ। ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ। ਸਭ ਤੋਂ ਪਹਿਲਾ ਗਿਆਨ ਮਹਾਰਾਜ ਕਹਿੰਦੇ ਆ, ਮੁੱਢਲਾ ਗਿਆਨ, ਨਿਗਮ ਕਹਿੰਦੇ ਆ ਵੇਦ ਗਿਆਨ, ਕਹਿੰਦੇ ਨਾਨਕ ਇਹ ਜਿਹੜੀ ਚੌਥੀ ਪਾਤਸ਼ਾਹੀ ਦੱਸ ਰਹੀ ਆ ਆਪਾਂ ਨੂੰ, ਕਹਿੰਦੇ ਸਭ ਤੋਂ ਮੁੱਢਲਾ ਗਿਆਨ ਇਹ ਯਾਦ ਰੱਖ ਲਾ, ਆਪਣੇ ਪੱਲੇ ਬੰਨ ਲਾ, ਪੂਰੇ ਗੁਰ ਕਾ ਬਚਨ ਉੱਪਰ ਆਇਆ। ਜਿਹੜੇ ਪੂਰੇ ਬ੍ਰਹਮ ਗਿਆਨੀ ਹੁੰਦੇ, ਜੋ ਬ੍ਰਹਮ ਗਿਆਨੀ ਬੋਲਦੇ ਆ ਉਹੀ ਗੱਲ ਹੋਣੀ ਆ, ਜੋ ਬ੍ਰਹਮ ਗਿਆਨੀ ਕਹਿੰਦੇ ਆ ਉਹੀ ਗੱਲ ਹੋਏਗੀ, ਉਹਨਾਂ ਦਾ ਬਚਨ ਉੱਪਰ ਆਊਗਾ। ਗੁਰਸਿੱਖਾਂ ਵਡਿਆਈ ਭਾਵੈ ਗੁਰ ਪੂਰੇ ਕੀ, ਮਨਮੁੱਖਾਂ ਉਹ ਵੇਲਾ ਹੱਥ ਨਾ ਆਇਆ। ਗੁਰਸਿੱਖ ਜਿਹੜੇ ਹੈਗੇ ਉਹਨਾਂ ਨੂੰ ਆਪਣੇ ਗੁਰੂ ਦੀ ਵਡਿਆਈ ਪਾਉਂਦੀ ਹੈ, ਬ੍ਰਹਮ ਗਿਆਨੀਆਂ ਦੀ ਵਡਿਆਈ ਪਾਉਂਦੀ ਹੈ, ਉਹਨਾਂ ਦੀ ਸੰਗਤ ਕਰਦੇ ਆ, ਉਹਨਾਂ ਦੇ ਉੱਤੇ ਰੰਗਤ ਚੜ੍ਹਦੀ ਆ। ਮਨਮੁੱਖ ਜਿਹੜੇ ਹੁੰਦੇ ਆ ਉਹਨਾਂ ਉਹ ਗਵਾ ਲੈਂਦੇ ਆ ਪਾਏ, ਸੰਗਤ ਦੇ ਵਿੱਚ ਗਏ ਵੀ ਹੈਗੇ ਅਤੇ ਫਿਰ ਉੱਥੇ ਜਿਹੜੇ ਹੈਗੇ ਮਨ ਦੇ ਪਿੱਛੇ ਚੱਲ ਕੇ ਉਹਨਾਂ ਨੇ ਆਪਣੀ ਮਨੁੱਖੀ ਜੂਨ ਖਰਾਬ ਕਰ ਲਈ। ਹਾਂਜੀ ਵੀਰ ਜੀ। ਇਹ ਸਾਧ ਸੰਗਤ ਜੀ, ਇਹ ਚੌਥੀ ਪਾਤਸ਼ਾਹੀ ਨੇ ਜਦੋਂ ਬਾਣੀ ਦਾ ਉਚਾਰਨ ਕੀਤਾ ਨਾ, ਮੈਂ ਦੇਖ ਰਿਹਾ ਇਹ ਬਾਣੀ ਉਸ ਟਾਈਮ ਤੇ ਲੱਗਦਾ ਕੋਈ ਓਪੋਜੀਸ਼ਨ ਪਾਰਟੀ ਜਿਹੜੇ ਨਿੰਦਕ ਸਨ ਉਹ ਗੁਰੂਆਂ ਦੀ ਉੱਥੇ ਨਿੰਦਿਆ ਕਰ ਰਹੇ ਸੀ। ਹਾਂ, ਪਹਿਲੀ ਪਾਤਸ਼ਾਹੀ ਦੀ, ਦੂਜੀ ਪਾਤਸ਼ਾਹੀ ਦੀ, ਚੌਥੀ ਪਾਤਸ਼ਾਹੀ ਨੇ ਇਹਨਾਂ ਨੇ ਤਾਰ ਦਿੱਤੇ ਨਿੰਦਕ ਵੀ। ਇੱਕ ਆਉਂਦਾ ਇੱਕ ਜਗ੍ਹਾ ਤੇ ਕਹਿੰਦੇ ਦੇਖ ਲਓ। ਹਾਂ ਨਹੀਂ, ਨਿੰਦਕ ਦੇ ਕਹਿੰਦੇ ਆ ਤਾਰ ਦਿੰਦੇ ਆ, ਪਰ ਉਹ ਮੈਨੂੰ ਲੱਗਦਾ ਬਾਣੀ ਦੀ ਉਚਾਰਨਾ ਜਦੋਂ ਕੀਤੀ ਗਈ ਹੈ ਤੇ ਉਦੋਂ ਮੈਨੂੰ ਲੱਗਦਾ ਕੰਟਰੋਵਰਸੀ ਕਾਫੀ ਸੀ, ਬਹੁਤ ਸੀਗੀ। ਉਹ ਤਾਂ ਸ਼ੁਰੂ ਤੋਂ ਹੀ ਸੀਗੀ। ਕੀ ਹੈ ਕਿ ਸ਼ੁਰੂ ਤੋਂ ਹੀ ਰਹਿੰਦੀ, ਸੱਚ ਪ੍ਰਗਟ ਹੋਵੇ ਤੇ ਰੌਲਾ ਨਾ ਪਵੇ, ਇਟ ਇਜ਼ ਨਾਟ ਪੋਸੀਬਲ। ਬਿਲਕੁਲ, ਦੇਖੋ ਸੱਚ ਤੇ ਝੂਠ ਫਿਰ ਇਕੱਠੇ ਫਿਰ ਗੁਰਗੱਦੀ ਮਿਲ ਗਈ ਜਦ ਇਹਨਾਂ ਨੂੰ, ਗੁਰੂ ਅੰਗਦ ਦੇਵ ਜੀ ਨੂੰ, ਤੇ ਪੰਗਾ ਤਾਂ ਉੱਥੋਂ ਹੀ ਪੈ ਗਿਆ ਸੀਗਾ। ਹਾਂ, ਉੱਥੇ ਥੋੜਾ ਬਹੁਤਾ ਹੋ ਗਿਆ। ਠੀਕ ਹੈ ਜੀ, ਉਹ ਬਹੁਤ ਚੰਗੇ ਤਰੀਕੇ ਨਾਲ ਸਾਨੂੰ ਸਮਝਾਉਂਦੇ ਨੇ, ਕਹਿੰਦੇ ਕਿ ਜੇ ਤੂੰ ਗਿਆਨ ਪ੍ਰਾਪਤ ਕਰਨਾ ਹੈ ਤੇ ਬਈ ਤੈਨੂੰ ਝੁੱਕ ਹੀ ਹੋਣਾ ਪੈਣਾ, ਤਾਂ ਹੀ ਤੈਨੂੰ ਉਹ ਸ਼ੁੱਧ ਗਿਆਨ ਪ੍ਰਾਪਤ ਹੋਣਾ ਹੈ, ਕਿਉਂਕਿ ਆਤਮਾ ਤੱਤ ਦਾ ਗਿਆਨ ਹੈ, ਬ੍ਰਹਮ ਵਿਦਿਆ ਹੈ, ਸਧਾਰਨ ਤੌਰ ਤੇ ਅਵੇਲੇਬਲ ਨਹੀਂ ਹੈ। ਔਰ ਜੇ ਤੇਰੀ ਭਾਵਨਾ ਨਹੀਂ ਹੈਗੀ, ਹੁਣ ਤੂੰ ਸਕੂਲੇ ਬੈਠਾ ਹੈ, ਤੈਨੂੰ ਸਮਝਦਾ ਕਿ ਉੱਥੇ ਟੀਚਰ ਦੀ ਕੋਈ ਰਿਸਪੈਕਟ ਨਹੀਂ, ਗੱਲ ਨਹੀਂ, ਬਾਤ ਨਹੀਂ, ਤੇ ਫਿਰ ਟੀਚਰ ਤੋਂ ਤੈਨੂੰ ਕੀ ਮਿਲਣਾ? ਕੁਛ ਨਹੀਂ ਮਿਲਣਾ, ਕਿਉਂਕਿ ਤੂੰ ਉਸ ਟੀਚਰ ਦੇ ਨਾਲ ਕਨੈਕਟ ਨਹੀਂ ਹੋਣਾ। ਹੁਣ ਦੇਖੋ, ਤੂੰ ਆਪਣਾ ਚੈਨਲ ਲਾ ਕੇ ਬੈਠਾ ਰਹੇਗਾ, ਤੈਨੂੰ ਗਿਆਨ ਕਿੱਥੇ ਮਿਲੇਗਾ? ਕਿਉਂਕਿ ਲੋੜ ਤੈਨੂੰ ਆ ਤੇ ਗਿਆਨ ਉੱਥੋਂ ਮਿਲਦਾ ਪਿਆ, ਉਹ ਤੇ ਸਰੋਤ ਹੈਗਾ, ਉਹਨੇ ਤੇ ਪੜ੍ਹਾਈ ਕਰ ਲਈ ਆਪਣੀ, ਉਹ ਤੇ ਨੌਕਰੀ ਕਰਨ ਦੇ ਅਗਲਾ। ਠੀਕ ਹੈ ਜੀ, ਇਹ ਉਹ ਹਿਸਾਬ ਸਾਨੂੰ ਸਮਝਾਇਆ ਗਿਆ। ਕਹਿੰਦੇ ਕਿ ਜੇ ਤੁਸੀਂ ਉੱਥੇ ਜਿਹੜੇ ਗੁਰਮੁਖ ਆ ਉਹ ਕੀ ਕਰਦੇ ਕਿ ਉੱਥੋਂ ਗਿਆਨ ਗ੍ਰਹਿਣ ਕਰਦੇ ਆ। ਬਿਲਕੁਲ, ਉਹ ਗਿਆਨ ਲੈਂਦੇ ਨੇ, ਕਿਉਂਕਿ ਪਰਮਾਤਮਾ ਡਾਇਰੈਕਟ ਕਿਸੇ ਨੂੰ ਕੁਛ ਨਹੀਂ ਜੇ ਦਿੰਦਾ, ਨਾ ਹੀ ਦੇਣਾ ਉਹਨੇ। ਨੈਵਰ ਹੀ ਵਿਲ ਨੈਵਰ ਗਿਵ। ਦੇਖੋ, ਪਰਮਾਤਮਾ ਤੁਹਾਨੂੰ ਜਾਣਦਾ ਹੈ, ਤੁਸੀਂ ਪਰਮਾਤਮਾ ਨੂੰ ਕਿੱਥੋਂ ਜਾਣਦੇ ਜੋ? ਕਿੱਥੋਂ ਪਤਾ ਲੱਗੂਗਾ? ਚੱਲ ਜਾਓ, ਡਾਇਰੈਕਟ ਚੱਲ ਜਾਓ। ਨਾ ਬਿਲਕੁਲ ਨਹੀਂ ਪਤਾ, ਤੇ ਚੱਲ ਜਾਓ। ਫਿਰ ਸਾਰੀ ਦੁਨੀਆ ਕਿਉਂ ਨਹੀਂ ਚੱਲ ਜਾਂਦੀ? ਇਹ ਤੇ ਤੁਹਾਨੂੰ ਸੰਗਤ ਕਰਕੇ ਹੀ ਗਿਆਨ ਮਿਲਣਾ ਹੈ, ਔਰ ਸੰਗਤ ਦੇ ਵਿੱਚ ਵੀ ਤੁਹਾਡੀ ਭਾਵਨਾ ਨਹੀਂ ਵੀ ਬਣੀ ਤਾਂ ਵੀ ਬਣ ਜਾਣੀ ਆ, ਕਿਉਂਕਿ ਗੁਰਮੁਖ ਆ ਬਾਣੀ ਕਹਿ ਕੇ ਗਿਆ, ਤੂੰ ਮਨਮੁਖ ਹੈ, ਜੇ ਤੂੰ ਉੱਥੇ ਬਹਿਣਾ ਸ਼ੁਰੂ ਕਰਤਾ ਤਾਂ ਤੂੰ ਗੁਰਮੁਖ ਬਣ ਜਾਣਾ ਹੈ, ਕਿਉਂਕਿ ਸੰਗਤ ਬਦਲੀ ਗਈ ਹੈ। ਪਰ ਤੇਰੀ ਸੰਗਤ ਚ ਜਿਹੜਾ ਵੀ ਆ ਗਿਆ, ਤੇਰਾ ਰੰਗ ਚੜ ਜਾਣਾ ਹੀ ਉੱਤੇ, ਕਿਉਂਕਿ ਤੂੰ ਕੁਛ ਲੈ ਕੇ ਘੁੰਮ ਰਿਹਾ। ਹੁਣ ਕਹਿਣ ਤੋਂ ਭਾਵ ਤੁਸੀਂ ਕਹੋਗੇ ਕਿੱਦਾਂ ਰੰਗ ਚੜ ਜਾਣਾ? ਭਾਈ ਜੀ, ਮੇਰੀ ਗੱਲ ਸੁਣੋ, ਮੇਰੇ ਸਾਰਾ ਸਰੀਰ ਕੱਪੜਾ ਕਾਲੇ ਰੰਗ ਨਾਲ ਲਿਬੜਿਆ, ਤੇ ਤੁਸੀਂ ਮੈਨੂੰ ਹੱਥ ਮਿਲਾਓ ਤੇ ਤੁਹਾਡੇ ਹੱਥ ਤੇ ਕਾਲਖ ਨਹੀਂ ਚੜੂਗੀ? ਨਾ, ਚੜੂਗੀ, ਬਿਲਕੁਲ ਚੜੂਗੀ। ਮੈਂ ਤੁਹਾਡੇ ਘਰ ਆ ਕੇ ਬਹਿ ਗਿਆ, ਤੁਹਾਡੇ ਸੋਫੇ ਮੈਂ ਸਭ ਗੰਦੇ ਕਰ ਦੇਣੇ ਆ, ਮੈਂ ਜਿੱਥੇ ਘੁੰਮੂਗਾ ਗੰਦ ਪਾਈ ਜਾਣਾ। ਇਸੇ ਤਰ੍ਹਾਂ ਹੀ ਜਿਹੜੇ ਮਨਮੁਖ ਹੁੰਦੇ ਉਹ ਇੰਨੀ ਨੈਗੇਟਿਵਿਟੀ ਨਾਲ ਲੈ ਕੇ ਘੁੰਮਦੇ ਆ, ਉਹ ਤੁਹਾਡੇ ਘਰ ਚ ਮੰਨ ਲਓ ਕਿ ਰਹਿ ਵੀ ਗਿਆ ਨਾ ਘੰਟਾ ਡੇਢ ਘੰਟਾ, ਤੇ ਉਹਨੇ ਕਿੰਨੀ ਐਨਰਜੀ ਪੀ ਜਾਣੀ ਹੈ ਤੁਹਾਡੀ, ਕਿਉਂਕਿ ਉਹਨੇ ਕਹਿਣਾ ਉਹ ਵੀ ਨਹੀਂ ਚੰਗਾ, ਉਹ ਵੀ ਨਹੀਂ ਚੰਗਾ, ਉਹ ਵੀ ਨਹੀਂ, ਫਲਾਨਾ ਵੇਖੇ ਤੈਨੂੰ ਇੰਝ ਕਰਦਾ, ਨਹੀਂ ਫਲਾਨਾ ਟਿੰਕਾ ਇੰਝ ਕਰਦਾ ਸੀ, ਨਿੰਦੇ ਸਾਰੀ ਦੁਨੀਆ ਮਾੜੀ ਹੈ, ਤੇ ਢਿੱਡ ਹੌਲਾ ਕਰਕੇ ਚੱਲ ਜਾਣਾ, ਜੋ ਮਾੜੀ ਐਨਰਜੀ ਤੁਹਾਡੇ ਘਰ ਸੁੱਟ ਜਾਣੀ। ਤੇ ਇਹੋ ਹੀ ਜੇ ਚੰਗਾ ਸੰਤ ਆ ਜੇ, ਕੋਈ ਬਾਬਾ ਆ ਜੇ, ਕੋਈ ਰੂਹ ਆ ਜੇ ਰੱਬ ਦੀ,
ਉਹ ਤੁਹਾਡੇ ਘਰ ਉਹ ਵੈਲਿਊ ਵਧਾ ਦੂਗਾ, ਚੰਗੀ ਚੀਜ਼ ਛੱਡ ਕੇ ਜਾਏਗਾ, ਵਧੀਆ એનર્ਜੀ ਛੱਡ ਕੇ ਜਾਏਗਾ। ਠੀਕ ਹੈ ਜੀ, ਅਗਲੇ ਬੰਨੇ ਚਲੋ ਨਿੱਜਰ ਸਾਹਿਬ। ਦੇਖ ਲਓ ਗੋਰਖ ਸਾਹਿਬ, ਮੈਂ ਇਹ ਜਿਹੜਾ ਇਹਨੂੰ ਸਮਰਾਈਜ਼ ਕਰੀਏ, ਦੇਖੋ ਪਹਿਲਾਂ ਸਾਰਿਆਂ ਤੋਂ ਦੇਖੋ ਮਹਾਰਾਜ ਨੇ ਪਹਿਲੇ ਸ਼ਲੋਕ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਪਹਿਲੇ ਸ਼ਲੋਕ ਦੇ ਵਿੱਚ ਗਿਆਨ ਦਿੱਤਾ ਆ। ਉਹਦੇ ਵਿੱਚ ਮਹਾਰਾਜ ਨੇ ਸਤਿਗੁਰੂ ਦੇ ਬਾਰੇ ਦੱਸਿਆ ਵੀ ਸਤਿਗੁਰੂ ਕੌਣ ਹੈਗੇ, ਸਤਿਗੁਰੂ ਕੀ ਹੈਗੇ। ਸਤਿਗੁਰੂ ਜਿਹੜੇ ਚਿੱਤ ਲਾਉਂਦੇ ਆ ਤੇ ਸਤਿਗੁਰੂ ਦੇ ਗੱਲ ਮੰਨਦੇ ਆ, ਉਹ ਉਹਨਾਂ ਦਾ ਦੱਸਿਆ। ਫਿਰ ਜਿਹੜਾ ਹੈਗਾ ਕਹਿੰਦੇ ਇਹ ਸਮਾਂ ਤੈਨੂੰ ਮਿਲਣਾ ਨਹੀਂ ਹੈ ਦੁਬਾਰਾ ਭਗਤੀ ਦਾ। ਔਰ ਇਸ ਤੋਂ ਬਾਅਦ ਫਿਰ ਮਹਾਰਾਜ ਨੇ ਦੱਸਿਆ ਬਈ ਜੇ ਤੂੰ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਿਆ ਤੇ ਮਨਮੁਖੀ ਰਹੇਗਾ, ਗਿਆਨ ਦੇ ਵਿੱਚ ਫਸਿਆ ਰਹੇਗਾ। ਤੇ ਇਸ ਤੋਂ ਬਾਅਦ ਜਿਹੜਾ ਹੈਗਾ ਜੂਨਾਂ ਦੇ ਵਿੱਚ ਜਾਏਗਾ, ਫਿਰ ਦੁਬਾਰਾ ਫਿਰ ਚਾਂਸ ਮਿਲੂਗਾ ਤੈਨੂੰ। ਤੇ ਜਿਹੜੇ ਗੁਰਮੁਖ ਹੁੰਦੇ ਆ ਉਹ ਜਿਹੜੇ ਹੈਗੇ ਮਨਮੁਖ ਤੇ ਗੁਰਮੁਖ ਦੋਨੋਂ ਸੰਗਤ ਦੇ ਵਿੱਚ ਮਿਲਣਗੇ। ਗੁਰਮੁਖ ਜਿਹੜੇ ਹੈਗੇ ਮਨਮੁਖਾਂ ਤੋਂ ਪਾਸੇ ਰਹਿੰਦੇ ਆ, ਤੇ ਜਿਹੜੇ ਨਿੰਦਾ ਕਰਦੇ ਆ ਗੁਰੂ ਦੀ ਕਹਿੰਦੇ ਉਹਨਾਂ ਦਾ ਭਲਾ ਨਹੀਂ ਹੋਣਾ। ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਪੌੜੀ ਕੀ ਆ ਰਹੀ ਹੈ? ਪੌੜੀ ਸੱਚ ਸੱਚਾ ਸਬਦੋਂ ਵੱਡਾ ਹੈ, ਸੋ ਲਏ ਜਿਸ ਸਤਿਗੁਰ ਟਿੱਕੇ। ਆ ਲਓ, ਕਹਿੰਦੇ ਯਾਤਰਾ ਕਰਨੀ ਹੈ ਪਰਮਾਤਮਾ ਵੱਲ ਨੂੰ, ਆਹ ਮੇਨ ਮਕਸਦ ਸੀਗਾ। ਹੁਣ ਸਤਿਗੁਰੂ ਦੇ ਬਾਰੇ ਦੱਸ ਦਿੱਤਾ ਤੇ ਪਰਮਾਤਮਾ ਦੇ ਬਾਰੇ ਕਹਿੰਦੇ ਸੱਚ ਸੱਚਾ ਸਭ ਤੋਂ ਵੱਡਾ ਹੈ। ਉਹ ਸੱਚ ਹੈਗਾ, ਉਹ ਸੱਚਾ ਹੈਗਾ, ਹਮੇਸ਼ਾ ਰਹਿਣ ਵਾਲਾ ਹੈ ਔਰ ਸਾਰਿਆਂ ਤੋਂ ਵੱਡਾ ਹੈ। ਜੇ ਉਹਦੇ ਨਾਲ ਮਿਲਣਾ ਹੈਗਾ ਤੇ ਪਾਏ ਸੋ ਲਏ ਜਿਸ ਸਤਿਗੁਰ ਟਿੱਕੇ। ਜਿਹਦੇ ਮੱਥੇ ਤੇ ਗੁਰੂ ਦਾ ਟਿੱਕਾ ਹੈਗਾ ਉਹਨੇ ਮਾਲਕ ਨੂੰ ਲੈਣਾ, ਮਾਲਕ ਦੇ ਨਾਲ ਮਿਲਣਾ ਆ। ਬ੍ਰਹਮ ਗਿਆਨ ਦੇ ਨਾਲ ਟਿੱਕਾ ਲੱਗਦਾ ਹੈ, ਬ੍ਰਹਮ ਗਿਆਨ ਦੇ ਨਾਲ, ਧਿਆਨ ਸਿਮਰਨ ਦੇ ਨਾਲ, ਭਗਤੀ ਦੇ ਨਾਲ। ਆ ਹੈਗਾ ਨਿਸ਼ਾਨ। ਸੱਚ ਸੱਚਾ ਸਬਦੋਂ ਵੱਡਾ ਹੈ, ਸੋ ਲਏ ਜਿਸ ਸਤਿਗੁਰ ਟਿੱਕੇ। ਸੋ ਸਤਿਗੁਰ ਜੇ ਸੱਚ ਧਿਆਇਂਦਾ, ਸੱਚ ਸੱਚਾ ਸਤਿਗੁਰ ਇੱਕੇ। ਔਰ ਸਤਿਗੁਰੂ ਕੌਣ ਆ? ਐਵੇਂ ਹੀ ਨਹੀਂ ਸੋ ਕਾਲਡ ਸਤਿਗੁਰੂ ਬ੍ਰਹਮ ਗਿਆਨੀ 108 ਕਹਿੰਦੇ ਸਤਿਗੁਰੂ ਉਹ ਹੈਗਾ ਜਿਹੜਾ ਸੱਚ ਨੂੰ ਧਿਆਉਂਦਾ ਆ, ਸੱਚ ਨੂੰ ਧਿਆਉਂਦਾ ਵੀ ਹੈਗਾ। ਸੱਚ ਸੱਚਾ ਸਤਿਗੁਰ ਇੱਕੇ। ਔਰ ਉਹਨੇ ਆਪਣੀ ਯਾਤਰਾ ਜਿਹੜੀ ਹੈਗੀ ਮਾਲਕ ਦੇ ਵਿੱਚ ਮਰਜ ਹੋ ਗਿਆ ਆ। ਉਹ ਸੱਚਾ, ਸੱਚ ਤੇ ਸੱਚਾ ਤੇ ਸਤਿਗੁਰੂ ਇੱਕ ਹੋ ਗਏ ਆ। ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ। ਕਹਿੰਦੇ ਸਤਿਗੁਰੂ ਉਹ ਹੈਗਾ, ਉਹ ਪੁਰਖ ਬਣ ਗਿਆ ਆ ਜਿਸ ਨੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਦੂਤ ਛਿੱਕ ਲਏ, ਬੰਨ ਲਏ, ਵਸ ਕਰ ਲਏ। ਵਸ ਛਿੱਕੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏਂਦੇ, ਤਿਨ ਅੰਦਰ ਕੂੜ ਫਿੱਟ ਫਿੱਟ ਮੂੰਹ ਫਿੱਕੇ। ਜਿਹੜੇ ਬਗੈਰ ਸਤਿਗੁਰੂ ਦੇ, ਸਤਿਗੁਰੂ ਦੀ ਰੀਸ ਕਰਕੇ ਆਪਣੇ ਆਪ ਨੂੰ ਗਣਾਉਂਦੇ ਆ, ਉਹ ਬ੍ਰਹਮ ਗਿਆਨੀ ਸੋ ਕਾਲਡ ਜਿਹੜੇ ਹੈਗੇ ਮਹਾਂਪੁਰਖ ਬਣ ਜਾਂਦੇ ਆ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏਂਦੇ, ਤਿਨ ਅੰਦਰ ਕੂੜ ਫਿੱਟ ਫਿੱਟ ਮੂੰਹ ਫਿੱਕੇ। ਕਹਿੰਦੇ ਉਹਨਾਂ ਦੇ ਅੰਦਰ ਝੂਠਿਆ ਪਾਏ, ਫਿਟਕਾਰ ਆ, ਉਹਨਾਂ ਦੇ ਮੂੰਹ ਫਿੱਕੇ ਹੈਗੇ ਪਾਏ। ਉਹ ਬੋਲੇ ਕਿਸੇ ਨਾ ਭਾਵਨੀ, ਮੂੰਹ ਕਾਲੇ ਸਤਿਗੁਰ ਤੇ ਚੁੱਕੇ। ਉਹਨਾਂ ਦੀ ਗੱਲ ਕਿਸੇ ਨੂੰ ਪਸੰਦ ਨਹੀਂ ਆਏਗੀ। ਉਹ ਸਤਿਗੁਰੂ ਤੋਂ ਚੁੱਕ ਗਏ, ਉਹ ਸੱਚ ਤੋਂ ਚੁੱਕ ਗਏ। ਉਹ ਆਪਣੀ ਕਾਲਕ ਉਹਨਾਂ ਦੀ ਜਿਹੜੀ ਨਹੀਂ ਲਾ ਸਕੇ। ਇਸ ਕਰਕੇ ਜਿਹੜੇ ਹੈਗੇ ਆ ਉਹਨਾਂ ਦੇ ਬੋਲ ਜਿਹੜੇ ਹੈਗੇ ਉਹ ਨਹੀਂ ਪਾਉਣਗੇ ਪਾਏ। ਉਹ ਬੋਲੇ ਕਿਸੇ ਨਾ ਭਾਵਨੀ, ਮੂੰਹ ਕਾਲੇ, ਕਿਉਂਕਿ ਉਹਨਾਂ ਦੇ ਆਪਣਾ ਕਾਰਨਸ਼ੀਰ ਨਸ਼ਟ ਨਹੀਂ ਹੋਇਆ ਤੇ ਔਰ ਗਿਆਨ ਸਤਿਗੁਰੂ ਦਾ ਲੈਣੋਂ ਰਹਿ ਗਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਉਹ ਕਹਿੰਦੇ ਨੇ ਕਿ ਐਸੇ ਮਨੁੱਖ ਜੇਕਰ ਬੋਲਦੇ ਵੀ ਆ ਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਹੈ ਨਾ, ਉਹਨਾਂ ਦੇ ਜ਼ਬਾਨ ਦਾ, ਉਹਨਾਂ ਦੇ ਲਫ਼ਜ਼ਾਂ ਦਾ ਅੱਗੇ ਅਸਰ ਨਹੀਂ ਹੋਣਾ। ਕਿਉਂਕਿ ਉਹਨਾਂ ਕੋਲ ਹੈ ਹੀ ਨਹੀਂ। ਸੱਚ ਚਾਹੀਦਾ ਹੈ ਨਾ। ਪਹਿਲਾਂ ਤੁਸੀਂ ਪਹਿਲਾਂ ਸੱਚ ਤੇ ਚੱਲੋ, ਸੱਚ ਕਮਾਓ, ਸੱਚ ਖਾਓ, ਸੱਚ ਬੋਲੋ ਤੇ ਫਿਰ ਦੂਜੇ ਨੂੰ ਵੀ ਕਹੋ। ਹੁਣ ਤੁਸੀਂ ਹੱਥ 'ਚ ਮੋਬਾਇਲ ਫੜਿਆ ਹੋਵੇ ਤੇ ਆਪਣੇ ਬੱਚੇ ਨੂੰ ਕਹੋ ਕਿ ਬੱਚੇ ਮੋਬਾਇਲ ਨੂੰ ਹੱਥ ਨਹੀਂ ਲਾਉਣਾ। ਉਹ ਕਹੇਗਾ ਪਾਪਾ ਪਹਿਲਾਂ ਤੂੰ ਤੇ ਮੋਬਾਇਲ ਛੱਡ। ਰਾਈਟ ਔਰ ਰੋਂਗ? ਬਿਲਕੁਲ। ਬਾਣੀ ਕਹਿੰਦੀ ਅਵਰ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਜਿਹੜਾ ਦੂਜੇ ਨੂੰ ਉਪਦੇਸ਼ੇਗਾ ਖੁਦ ਨਹੀਂ ਕਰੇਗਾ ਤੇ ਬਈ ਉਹ ਤੇ ਕਹਿੰਦੇ ਰਾਹ 'ਚ ਹੀ ਰਹਿ ਜਾਣਾ। ਸੋ ਅੱਜ ਦੀ ਵਿਚਾਰ ਨਿੱਜਰ ਸਾਹਿਬ ਇੱਥੇ ਸਮਾਪਤ ਕਰੀਏ। ਬਿਲਕੁਲ ਸਹੀ। ਬਾਣੀ ਜੋ ਕਹਿ ਰਹੀ ਆ ਕਿ ਸਾਨੂੰ ਚੱਲਣ ਵਾਸਤੇ ਕਹਿੰਦੀ ਆ, ਬਾਣੀ ਕਹਿੰਦੀ ਆ ਗੁਰਮੁਖ ਕੀ ਹੈ, ਮਨਮੁਖ ਕੀ ਹੈ, ਤੇ ਕਿਹੜਾ ਭਟਕਿਆ ਹੈ, ਕਿਹੜਾ ਸਹੀ ਰਾਹ ਤੇ ਚੱਲਣ ਦਿਆ। ਸਹੀ ਰਾਹ ਤੇ ਜਿਹੜਾ ਚੱਲਦਾ ਹੈ ਕਹਿੰਦੇ ਉਹਦੇ ਜੀਵਨ 'ਚ ਸੱਚ ਆ।
ਉਹ ਸਹੀ ਰਾਹ ਤੇ ਚੱਲਣ ਦਿਆ, ਤੇ ਜੋ ਕੇਵਲ ਗੱਲਾਂ ਹੀ ਕਰੀ ਜਾਂਦਾ ਹੈ, ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਉਹ ਤੇ ਫਿਰ ਰਸਤੇ 'ਚ ਹੀ ਹੈ ਜੇ ਪਹੁੰਚਿਆ ਨਹੀਂ। ਪਰ ਉਹ ਕਲੇਮ ਕਰ ਸਕਦਾ ਕਿ ਮੈਂ ਪਹੁੰਚਿਆ, ਪਰ ਪ੍ਰਮਾਤਮਾ ਉਹਦੇ ਕਲੇਮ ਨੂੰ ਮੰਨਦਾ ਨਹੀਂ, ਕਿਉਂਕਿ ਪਹੁੰਚਿਆ ਹੀ ਨਹੀਂ। ਤੇ ਸੋ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਹੋ ਜਾਂਦੀ ਹੈ। ਸਾਧ ਸੰਗਤ ਜੀ, ਟਾਈਮ ਹੋ ਗਿਆ। ਕੋਈ ਨੀ ਵੀਰ ਜੀ, ਇੱਕ ਮਿੰਟ ਲੈਣਾ। ਐਕਚੁਅਲੀ ਜੁਗਾਂ ਤੋਂ ਹੀ ਇਹ ਚੱਲਦਾ ਆਇਆ, ਜਿੱਦਾਂ ਗੁਰਬਾਣੀ 'ਚ ਵੀ ਲਿਖਿਆ ਨਾ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹ ਨਿੰਦਕ ਔਰ ਮਨਮੁਖ ਗੁਰਮੁਖ, ਇਹ ਦੋ ਕਲਾਸੀਫਿਕੇਸ਼ਨ, ਇਹ ਝੂਠ ਔਰ ਸੱਚ ਰਹੀ ਹੈ ਨਾ ਜੀ। ਇਹ ਜ਼ਰੂਰੀ ਹਾਂ, ਨਹੀਂ ਜਿੱਦਾਂ ਜਦ ਤੱਕ ਬਲੈਕ ਨਹੀਂ ਹੈਗਾ ਤਾਂ ਵਾਈਟ ਦਾ ਮੁੱਲ ਨਹੀਂ ਹੈ। ਬਿਲਕੁਲ ਝੂਠ। ਹਾਂ, ਇਹ ਸਾਰੀ ਵਿਚਾਰ ਦਾ ਸਾਰਾ ਸਾਰ ਇਹੀ ਹੈ ਕਿ ਵੀ ਉਹ ਹਰ ਯੁੱਗ ਦੇ ਵਿੱਚ, ਜਿਵੇਂ ਕਹਿੰਦੇ ਨਾ ਜੀ, ਉਹ ਇਹ ਚੱਲਦਾ ਹੀ ਆਇਆ, ਇਹ ਮਤਲਬ ਸੰਸਾਰੀਆਂ ਭਗਤਾਂ ਤੇ ਸੰਸਾਰੀਆਂ। ਹੈਲੋ ਵੀਰ ਜੀ, ਵੀਰ ਜੀ ਹੈਲੋ, ਮੈਂ ਨਾ ਪਾਉਣੀ ਆ ਦਾਰੂ, ਜੋਗੀਆਂ ਨੇ ਦਿੱਤਾ ਸਰਸੇ ਤੋਂ, ਉਹ ਤੇ ਅਰਦਾਸ ਕਰਨੀ ਜੀ ਮੇਰੇ ਮਨਜੀਤ ਕੌਰ। ਹਾਂਜੀ ਹਾਂਜੀ, ਕਰ ਦਾਂਗੇ ਜੀ ਅਰਦਾਸ। ਹਾਂ, ਕਰ ਦਾਂਗੇ ਮਨਵੀਰ ਜੀ, ਤੁਹਾਡੀ ਅਰਦਾਸ ਕਰ ਦਾਂਗੇ। ਹੈਲੋ, ਹਾਂਜੀ ਸੁਰਜੀਤ ਜੀ ਬੋਲੋ। ਮੇਰੀ ਵੀ ਸ਼ੂਗਰ ਬਾਬਾ ਜੀ ਹਟਾ ਦਿਓ, ਕਰ ਦੋ ਅਰਦਾਸ, ਚੜ੍ਹਦੀ ਕਲਾ ਹੋ ਜੀ। ਜ਼ਰੂਰ ਜੀ। ਚੜ੍ਹਦੀ ਕਲਾ ਦੀ ਅਰਦਾਸ ਕਰ ਦਿਓ। ਜ਼ਰੂਰ ਜੀ, ਜ਼ਰੂਰ। ਮਿਹਰਬਾਨੀ, ਥੈਂਕ ਯੂ। ਮੇਰੀ ਧੰਨਵਾਦ ਵੀ ਕਰ ਦਿਓ ਜੀ, ਕਈ ਪ੍ਰੋਬਲਮਾਂ ਠੀਕ ਹੋਈਆਂ ਨੇ ਜਿਹੜੀਆਂ। ਜ਼ਰੂਰ ਜੀ। ਓਕੇ ਜੀ, ਮਾਈਕ ਬੰਦ ਕਰ ਦਿਓ ਸਾਰੇ ਸੰਗਤ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਸਮਤ ਬਖਸ਼ਣੀ, ਆਪਣੇ ਚਰਨਾਂ 'ਚ ਜਗ੍ਹਾ ਬਖਸ਼ਣੀ, ਦੇਨ ਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ ਮੇਰੇ ਮਾਲਿਕ। ਇਹ ਮੇਰੇ ਪਿਤਾ ਇੱਕ ਸ਼ੁਕਰਾਨੇ ਦੀ ਅਰਦਾਸ ਆਈ ਹੈ। ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ। ਆਪ ਨੇ ਉਹਨਾਂ ਦੇ ਕਾਰਜ ਰਾਸ ਕਰਤੇ, ਇੱਕ ਟੈਨਸ਼ਨ ਦੂਰ ਕਰਤੀ। ਮੇਰੇ ਪਿਤਾ ਇੱਕ ਹੋਰ ਅਰਦਾਸ ਆਈ ਹੈ। ਇੱਕੋ ਮਾਤਾ ਨੇ ਦਾਰੂ ਲਿਆਂਦਾ ਹੈ, ਉਹਨਾਂ ਦੀ ਅੱਖਾਂ 'ਚ ਕੋਈ ਕਸ਼ਟ ਹੈ, ਆਪ ਉਸ ਕਸ਼ਟ ਨੂੰ ਦੂਰ ਕਰੋ ਮੇਰੇ ਮਾਲਿਕ। ਮੇਰੇ ਪਿਤਾ ਜੀ ਇੱਕ ਹੋਰ ਅਰਦਾਸ ਆਈ ਹੈ। ਉਹ ਕਹਿੰਦੇ ਸਰੀਰ ਦੇ ਵਿੱਚ ਇੱਕ ਬਿਮਾਰੀ ਹੈ, ਸ਼ੂਗਰ। ਆਪ ਦੇ ਦਰ ਵਿੱਚ ਹਰ ਇੱਕ ਬੰਦੇ ਨੂੰ ਖੈਰਾਤ ਮਿਲਦੀ ਹੈ ਮੇਰੇ ਮਾਲਿਕ। ਜੋ ਵੀ ਆਪ ਦੀ ਦਰ ਤੋਂ ਕੋਈ ਚੀਜ਼ ਮੰਗਦਾ ਹੈ, ਆਪ ਦਿੰਦੇ ਹੋ ਮੇਰੇ ਪਿਤਾ। ਆਪ ਸਾਡੀ ਝੋਲੀ ਵਿੱਚ ਨਾਮ ਪਾਓ, ਦੇਹ ਨਿਰੋਗਤਾ ਪਾਓ, ਤੰਦਰੁਸਤੀ ਪਾਓ, ਸਾਨੂੰ ਸਮਤ ਬਖਸ਼ੋ ਮੇਰੇ ਮਾਲਿਕ। ਇਹਨਾਂ ਅਰਦਾਸਾਂ ਨੂੰ ਵੀ ਆਪਣੇ ਚਰਨਾਂ 'ਚ ਮਨਜ਼ੂਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆ ਸੰਗਤ ਦੀ ਚੁੱਪ ਹੋ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।